ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆ ਪੇਚੀਸ ਦੀ ਕਾਫਰ ਗੁਜੇ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸ਼ੰਕਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸਵਾਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ, ਤੇ ਕਿਸੇ ਨੇ ਧੂਣੀਆਂ ਤਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਦੀਦ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਜਣਾ ਫਰੋਲਿਆ ਵੇ। ਕਿਸੇ ਗੱਲਾਂ ਦੀ ਦੇਵੀ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਦੀਦੇ ਕਲਿੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸਹੁੰ ਕੁਝ ਰੋਣ ਦਾ ਮਜ਼ਾ ਨਹੀਂ ਹੂੰ, ਪੂੰਝਣ ਵਾਲਾ ਜੇ ਕੋਲ ਨਾ ਹੋਵੇ ਕੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸਨੂੰ ਹੀਲਿਆਂ ਨਾਲ ਪਰਤਾਇਆ ਤੂੰ। ਹਿਰਸਾਂ ਦੌਲਤਾਂ ਹੁਸਨਾਂ ਹੁਕੂਮਤਾਂ ਦਾ ਉਸਦੇ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਇਆ ਨਾ। ਕਿਸੇ ਦਿਲ ਦਾ ਰਾਂਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਇੱਕ ਪਲ ਜੇ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜੇ। ਭਾਈ ਦੇ ਹੱਥ ਵਿੱਚ ਸ਼ੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜੇ। ਪੰਡਤ ਹੋਰਾਂ ਦਾ ਰਹਿ ਜੇ ਸਿੰਦੂਰ ਕੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜੇ। ਕਲਮ ਟੈਪੇ ਹੱਥੋਂ ਫਿਲਾਸਫਰ ਦੀ, ਮੁਨਕਰ ਤੱਕਦਾ ਤੇਰੀ ਨੁਹਾਰ ਰਹਿ ਜੇ। ਇੱਕ ਪਲ ਜੇ ਖੁੱਲਾ ਦੀਦਾਰ ਦੇ ਦੇਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਬੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ ਆਪਣੇ ਯੂਸਫ ਪੰਜਾਬੀ ਦਾ ਚਾਵਾਂ ਭਰਿਆ, ਦੁਆਵਾਂ ਭਰਿਆ, ਉਡੀਕਾਂ ਭਰਿਆ ਸਲਾਮ ਕਬੂਲ ਕਰੋ ਆਸ ਹੈ ਸੱਚੇ ਸਾਈਂ ਕੋਲੋਂ। ਜਿੱਥੇ ਵੀ ਹੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਾਸਤੇ ਰਵੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਅਪੜਾਏ। ਔਰ ਜਿਹੜੇ ਸੱਜਣ ਪਿਆਰੇ ਆਪਣੇ ਪਿਆਰਿਆਂ ਨੂੰ ਉਡੀਕਦੇ ਪਏ ਨੇ, ਉਹਨਾਂ ਦੀ ਰਾਹ ਪੈ ਵੇਖਦੇ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਪਰਵਰਤਿਗਾਰ ਸਾਨੂੰ ਹਵਾ ਜੀ ਹਸਤੀ ਔਰ ਪਾਣੀ ਜਾਂ ਸੁਭਾਅ ਅਤਾ ਕਰੇ। ਕੁੱਲ ਭਲਾ ਕੁੱਲ ਦੀ ਖੈਰ। ਗੱਲਾਂ ਬਹੁਤ ਸਾਰੀਆਂ, ਜਦੋਂ ਬਹੁਤ ਸਾਰੀਆਂ ਹੋਣ ਤੇ ਜ਼ਿਹਨ ਦੇ ਵਿੱਚ ਗੁੰਝਲ ਬਣ ਜਾਂਦੀਆਂ ਨੇ। ਔਰ ਉਹ ਗੁੰਝਲ ਖੋਲ੍ਹਣ ਵਾਸਤੇ
ਬਹੁਤ ਸਾਰੇ ਉਪਾਅ ਕਰਨੇ ਆ, ਹੀਲੇ ਕਰਨੇ ਆ, ਬਹਾਨੇ ਕਰਨੇ ਆ, ਪਰ ਗੁੰਝਲਾਂ ਵਿੱਚ ਹੋਰ ਜ਼ਿਆਦਾ ਗੁੰਝਲ ਪੈ ਜਾਂਦੇ ਨੇ। ਤਾਈਓ ਰੱਬ ਲੋਕ ਕਹਿੰਦੇ ਨੇ, ਫਕੀਰ ਲੋਕ ਫਰਮਾਉਂਦੇ ਨੇ ਕਿ ਭਾਂਡਾ ਜਿੰਨਾ ਚਿਰ ਖਾਲੀ ਨਹੀਂ ਹੋਏਗਾ ਤੇ ਉਹਦੇ ਵਿੱਚ ਤੁਸੀਂ ਜੋ ਹੋਰ ਪਾਣਾ ਚਾਹੁੰਦੇ ਹੋ ਉਹ ਕਿੰਝ ਪਏਗਾ। ਕੁਛ ਹਾਸਿਲ ਕਰਨ ਵਾਸਤੇ, ਕੁਛ ਪਾਉਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ। ਔਰ ਕਦੀ ਕਦੀ ਇਹ ਹੁੰਦਾ ਕਿ ਅਸੀਂ ਥੋੜ੍ਹੀ ਜਗ੍ਹਾ ਬਣਾਉਂਦੇ ਹਾਂ ਜਿਹਦੇ 'ਚ ਪਹਿਲੇ ਹੀ ਕੁਛ ਸਮਾਨ, ਕੁਛ ਚੀਜ਼ਾਂ ਹੁੰਦੀਆਂ ਨੇ ਅਤੇ ਉਹ ਫਿਰ ਆਪਸ 'ਚ ਰਲ ਮਿਲ ਜਾਂਦੀਆਂ ਨੇ। ਉਹ ਸ਼ੁੱਧ ਨਹੀਂ ਰਹਿੰਦੀਆਂ, ਖਾਲਸ ਨਹੀਂ ਰਹਿੰਦੀਆਂ। ਔਰ ਖਾਲਸ ਜੋ ਵੀ ਚੀਜ਼ ਤੁਸੀਂ ਕਿਸੇ ਭਾਂਡੇ 'ਚ ਪਾਉਣਾ ਚਾਹੁੰਦੇ ਹੋ ਅਤੇ ਉਹਨੂੰ ਪਹਿਲੇ ਖਾਲੀ ਕਰਨਾ ਪੈਂਦਾ ਹੈ, ਫਿਰ ਸਾਫ਼ ਕਰਨਾ ਪੈਂਦਾ ਹੈ। ਸਾਫ਼ ਕਰੋਗੇ ਤੇ ਫਿਰ ਉਹਦੇ ਵਿੱਚ ਜੋ ਵੀ ਪਾਓਗੇ ਉਹ ਖਾਲਿਸ ਹੋਏਗਾ, ਸ਼ੁੱਧ ਹੋਏਗਾ। ਇੱਕ ਰੰਗ ਸੁਣਨੇ ਆ ਤੇ ਗੁੰਝਲ ਜੇ ਪਏ ਨੇ। ਕੋਸ਼ਿਸ਼ ਕਰਨੇ ਆ ਕਿ ਕੋਈ ਤੰਦ ਹੱਥ ਲੱਗ ਜਾਵੇ। ਸਾਰੀਆਂ ਨਹੀਂ ਤੇ ਚਲੋ ਥੋੜੀਆਂ ਜਿਹੀਆਂ ਖੋਲ ਲਈਏ। ਕੀ ਕਹਿੰਦੇ ਹੋ? ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇੱਕ ਰੰਗ ਸੁਣਨੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਹੈ। ਜਦੋਂ ਰੰਗ ਚੱਲ ਰਿਹਾ ਸੀ ਮੈਡਮ ਨੂਰਜਹਾਨ ਦਾ, ਵੇ ਚੋਰੀ ਚੋਰੀ ਚੋਰੀ, ਜਦੋਂ ਨਾ ਲੈਂਦੀ ਹਾਂ ਇੰਝ ਲੱਗਦਾ ਮੈਂ ਤੇਰੇ ਕੋਲ ਆ ਬੈਠੀ ਹਾਂ। ਨੀਲੋ ਮੇਰੇ ਜ਼ੇਨ ਵਿੱਚ ਫੌਰਨ ਆ ਗਈ। ਨੀਲੋ ਬਹੁਤ ਅੱਛਾ ਗਾਉਂਦੇ ਨੇ ਇਹਨੂੰ, ਬੜਾ ਅੱਛੀ ਅਦਾਇਗੀ ਉਹਨਾਂ ਦੀ। ਸ਼ਾਲਾ ਸਲਾਮਤ ਰਵੇ, ਸ਼ਾਇਦ ਸੁਣ ਰਹੇ ਹੋਣੇ ਇਸ ਵੇਲੇ। ਲੇਕਿਨ ਮੇਰੇ ਖਿਆਲ ਹੈ ਕਿ ਫਿਰ ਹਾਂ ਉਹਦੇ ਨਾਲ ਅਸੀਂ ਜਦੋਂ ਫੋਕ ਸਟੂਡੀਓ ਕਰ ਰਹੇ ਸਾਂ, ਟੈਲੈਂਟ ਲੱਭ ਰਹੇ ਸਾਂ, ਅਤੇ ਇੱਕ ਬੱਚਾ ਬਾਸਤ ਉਹਦਾ ਨਾਂ ਸੀ। ਮੈਂ ਸਭ ਤੋਂ ਪਹਿਲੇ ਉਹਦੇ ਕੋਲੋਂ ਸੁਣਿਆ ਸੀ। ਅਸੀਂ ਆਡੀਸ਼ਨ ਜਦੋਂ ਕਰ ਰਹੇ ਸੀ ਅਤੇ ਇਹ ਮੇਰੇ ਖਿਆਲ ਗਾਜ਼ੀਆਬਾਦ ਦੇ ਵਿੱਚ ਇਹ ਬੱਚਾ, ਅਤੇ ਅਸੀਂ ਇਹਨੇ ਬਹੁਤ ਅੱਛਾ ਬੱਚੇ ਨੇ ਗਾਇਆ। ਫਿਰ ਮੈਂ ਆ ਕੇ ਸਰਚ ਕੀਤਾ ਅਤੇ ਉਦੋਂ ਮੈਂ ਪਹਿਲੀ ਵਾਰੀ ਸੁਣਿਆ ਸੀ। ਫਿਰ ਮਤਲਬ ਅਸੀਂ ਕਲਾਸਿਕ ਟਾਈਮ ਵਿੱਚ ਬਹੁਤ ਚਲਾਇਆ, ਫਿਰ ਨੀਲੋ ਨੇ ਗਾਇਆ, ਫਿਰ ਇਹਦੀਆਂ ਫਰਮਾਇਸ਼ਾਂ ਵੀ ਬਹੁਤ ਆਈਆਂ। ਵੇਖੋ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਕੋਈ ਗੀਤ ਹੈ, ਗਾਣਾ ਹੈ, ਕੋਈ ਜਗ੍ਹਾ ਹੈ। ਮੈਨੂੰ ਇੰਝ ਲੱਗਾ ਜਿਵੇਂ ਨਾ ਕਲਾਸਿਕ ਟਾਈਮ ਦੇ ਜਿਹੜੇ ਰੈਗੂਲਰ ਜਾਂ ਬਾਕਾਇਦਾ ਲਿਸਨਰ ਸਨ, ਉਹਨਾਂ ਦੀ ਕੋਈ ਬੇਦਿਲੀ ਜਿਹੀ ਹੋ ਗਈ ਹੈ। ਕਲਾਸਿਕ ਟਾਈਮ ਨਾਲ ਤਵੱਜੋ ਨਹੀਂ ਦੇ ਰਹੇ, ਧਿਆਨ ਨਹੀਂ ਦੇ ਰਹੇ। ਔਰ ਬਹੁਤ ਸਾਰੇ ਤੇ ਪਿਆਰੇ ਐਸੇ ਵੀ ਨੇ ਜਿਨ੍ਹਾਂ ਨੇ ਆ ਕੇ ਪੂਰੀ ਦਾਸਤਾਨ ਸੁਣਾ ਦੇਣੀ ਹੈ, ਔਰ ਇੱਕ ਇੱਕ ਦਿਨ ਵੀ ਦੱਸ ਦੇਣਾ ਕਿ ਤੁਸੀਂ ਇਸ ਦਿਨ ਨਹੀਂ ਸੀ ਆਏ, ਇਸ ਦਿਨ ਇਹ ਪ੍ਰੋਗਰਾਮ ਕੀਤਾ ਸੀ। ਲੇਕਿਨ ਖੁਸ਼ ਰਹਿਣ, ਸਲਾਮਤ ਰਹਿਣ ਜਿੱਥੇ ਵੀ ਨੇ। ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਕੋਈ ਮਸਰੂਫੀਅਤ ਹੈ ਜੋ ਨਹੀਂ ਆ ਪਾ ਰਹੇ। ਲੇਕਿਨ ਅੱਜ ਤੇ ਦੋਵੇਂ ਲਾਈਨਾਂ ਚੱਲ ਰਹੀਆਂ ਨੇ, ਫੋਨ ਲਾਈਨਸ, ਜਿਹਦੇ ਰਾਹੀਂ ਸਾਡਾ ਰਾਬਤਾ ਹੁੰਦਾ। ਅੱਛਾ, ਯਾਦਾਂ ਦੀ ਮੈਂ ਗੱਲ ਕਰ ਰਿਹਾ ਸੀ ਅਤੇ ਅਸੀਂ ਪਿਛਲੇ ਸਾਲ ਮੇਰੇ ਖਿਆਲ ਹੈ, ਹਾਂ ਉਂਝ ਤਾਂ ਮੈਂ ਫਿਰ ਤੋਂ ਬਸ ਇੰਝ ਜਦੋਂ ਦਿਲ ਕੀਤਾ ਅਤੇ ਨਿਕਲ ਗਿਆ। ਜ਼ਿੰਦਗੀ ਮੇਰੇ ਖਿਆਲ ਇਹੀ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੀ ਡਿਸਿਪਲਨ ਔਰ ਤਰਤੀਬ ਵਾਲੀ ਜ਼ਿੰਦਗੀ ਹੈ, ਮੈਂ ਸਮਝਦਾ ਕਿ ਠੀਕ ਹੈ, ਉਹ ਵੀ ਠੀਕ ਹੈ। ਉਹ ਇੱਕ ਰੂਟੀਨ ਹੁੰਦੀ ਹੈ ਸਾਡੀ, ਯਾਨੀ ਕਿ ਅਸੀਂ ਆਫਿਸ ਜਾਣਾ ਹੈ, ਇਸ ਟਾਈਮ 'ਤੇ ਤਿਆਰ ਹੋ ਕੇ, ਕਿਤੇ ਅਸੀਂ ਜੋਬ ਕਰ ਰਹੇ ਹਾਂ ਜਾਂ ਕਿਸੇ ਦਾ ਬਿਜ਼ਨਸ ਹੈ, ਉਹਨੇ ਉਹ ਟਾਈਮ ਦੇਣਾ। ਅੱਛਾ, ਮੇਰੇ ਨਾਲ ਸ਼ੁਰੂ ਤੋਂ ਹੀ ਇਹ ਰਿਹਾ ਹੈ ਕਿ ਕਦੀ
ਮੈਨੂੰ ਨਹੀਂ ਪਤਾ ਜੌਬ ਕੀ ਹੁੰਦੀ ਹੈ। ਇਸ ਕਰਕੇ ਨਹੀਂ, ਕਿਉਂਕਿ ਮੈਂ ਕਦੀ ਕੀਤੀ ਨਹੀਂ ਹੈ। ਹਾਂ, ਮੇਰੇ ਕੋਲ ਬਹੁਤ ਸਾਰੇ ਲੋਕ ਕਰਦੇ ਰਹੇ ਨੇ, ਲੇਕਿਨ ਮੈਂ ਵੀ ਕਦੀ ਉਹਨਾਂ ਨਾਲ ਇਸ ਤਰ੍ਹਾਂ ਦਾ, ਸ਼ਾਇਦ ਕਿਉਂਕਿ ਮੈਂ ਆਪ ਨਹੀਂ ਕੀਤੀ, ਅਤੇ ਮੈਂ ਕੋਈ ਜਿਵੇਂ ਮਤਲਬ ਜਿਸ ਤਰ੍ਹਾਂ ਮੈਂ ਵੇਖਣਾ ਹੈ ਉਸ ਤਰ੍ਹਾਂ ਦਾ ਵਤੀਰਾ ਨਹੀਂ ਰੱਖਿਆ। ਮਤਲਬ ਜਿਵੇਂ ਦਾ ਮੈਂ ਆਪ ਹਾਂ ਉਵੇਂ ਦਾ ਹੀ ਅਗਲੇ ਨੂੰ ਮੈਂ ਸਮਝਿਆ ਕਿ ਮੈਨੂੰ ਅਗਰ ਕੋਈ ਗੱਲ ਮਾੜੀ ਲੱਗਦੀ ਹੈ ਕਿਸੇ ਦੀ, ਅਤੇ ਮੈਂ ਫੌਰੀ ਤੌਰ 'ਤੇ ਉਹਦੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਵੇਖਣਾ ਵਾ। ਯਾਨੀ ਕਿ ਅਗਰ ਮੈਨੂੰ ਉਹ ਬੁਰੀ ਲੱਗੀ ਹੈ, ਤਾਂ ਉਸ ਬੰਦੇ ਨੂੰ ਵੀ ਯਕੀਨੀ ਤੌਰ 'ਤੇ ਇਹ ਗੱਲ ਬੁਰੀ ਲੱਗੇਗੀ। ਬੋਲਣ ਦਾ ਤਰੀਕਾ ਜਾਂ ਹੋਰ ਮਾਮਲਾਤ ਹੁਣ ਵੀ ਇਸੇ ਤਰ੍ਹਾਂ ਹੀ ਹੈ ਕਿ ਮਤਲਬ ਇੱਕ ਮਿਹਰਬਾਨੀ ਹੈ ਕੁਦਰਤ ਦੀ ਬਹੁਤ ਜ਼ਿਆਦਾ ਮੇਰੇ 'ਤੇ, ਕਿ ਮੈਨੂੰ ਮਤਲਬ ਬੜਾ ਉਹ ਹੁੰਦਾ ਹੈ ਕਿ ਕਿਸੇ ਨੂੰ ਮੇਰੀ ਕਿਸੇ ਗੱਲ ਤੋਂ ਹੱਥਲ ਵਸਾ ਬਹੁਤ ਹੱਦ ਤੱਕ ਇਹੀ ਹੁੰਦਾ ਹੈ ਕਿ ਮਾੜੀ ਨਾ ਲੱਗੇ ਕੋਈ ਗੱਲ, ਮੇਰੇ ਵੱਲੋਂ ਕਿਸੇ ਨੂੰ ਤਕਲੀਫ ਨਾ ਪਹੁੰਚੇ ਮੇਰੀ ਗੱਲ ਤੋਂ। ਮੈਂ ਪਿਛਲੇ ਦਿਨਾਂ 'ਚ ਉਹ ਬੱਚੇ ਪ੍ਰੋਗਰਾਮ ਐਡਿਟ ਕਰਦੇ ਨੇ ਮੇਰਾ, ਫਿਰ ਆਪਣਾ YouTube ਚੈਨਲ ਮੇਰੇ ਨਾਂ ਤੋਂ ਹੈ ਯੂਸਫ ਪੰਜਾਬੀ, ਅਤੇ ਉੱਥੇ ਅਪਲੋਡ ਕਰਦੇ ਨੇ, ਤੁਹਾਡੀ ਕਾਲਸ ਕਰਦੇ ਨੇ, ਫਿਰ ਮੇਰੇ ਪ੍ਰੋਗਰਾਮਸ ਪੁਰਾਣੇ ਜਿਹਦੇ ਵਿੱਚ ਬੜਾ ਮੈਨੂੰ ਆਪਣੇ ਆਪ 'ਤੇ ਮਤਲਬ ਅੱਛਾ ਨਹੀਂ ਸੀ ਲੱਗ ਰਿਹਾ ਕਿ ਲੇਕਿਨ ਉਹਦੇ ਨਾਲ ਇਹ ਵੀ ਮੈਂ ਵੇਖ ਰਿਹਾ ਸਾਂ ਕਿ ਇੱਕ ਲਿਸਨਰਸ਼ਿਪ ਬਹੁਤ ਹੱਦ ਤੱਕ ਬੜੀ ਸਿਲੈਕਟਿਵ ਹੋ ਗਈ ਸੀ, ਜਾਂ ਜਿਹੜੇ ਕਾਲਰ ਆਉਂਦੇ ਸਨ ਟੂ ਦੀ ਪੁਆਇੰਟ ਗੱਲ ਕਰਦੇ ਸਨ, ਮਤਲਬ ਉਹਦੇ 'ਚੋਂ ਇੱਕ ਛਾਨਣਾ ਜਿਹਾ ਵੱਜ ਗਿਆ ਸੀ, ਛਾਂਟੀ ਹੋ ਗਈ ਸੀ। ਸ਼ਾਇਦ ਮੇਰਾ ਰਵੱਈਆ ਥੋੜ੍ਹਾ ਉਸ ਤਰ੍ਹਾਂ ਸਖਤ ਸੀ ਕਿ ਜਿਹੜਾ ਮੌਜੂ 'ਤੇ ਗੱਲ ਨਹੀਂ ਸੀ ਕਰਦਾ, ਟੌਪਿਕ 'ਤੇ ਗੱਲ ਨਹੀਂ ਸੀ ਕਰਦਾ, ਅਤੇ ਮੈਂ ਉਹਦੀ ਕਾਲ ਨੂੰ ਤਵੱਜੋ ਨਹੀਂ ਸਾਂ ਦਿੰਦਾ, ਜਾਂ ਮੈਂ ਉਹ ਫੌਰੀ ਤੌਰ 'ਤੇ ਉਹਨਾਂ ਨੂੰ ਡਰੋਪ ਕਰ ਦਿੰਦਾ ਸਾਂ। ਮਤਲਬ ਕਹਿ ਕੇ, ਅੱਜ ਤੱਕ ਮੈਂ ਕਿਸੇ ਦੀ ਕਾਲ ਨਹੀਂ ਕੱਟੀ, ਮੈਂ ਕਹਿ ਕੇ ਕਿ ਵੀ ਤੁਸੀਂ ਮੌਜੂ 'ਤੇ ਗੱਲ ਨਹੀਂ ਕਰ ਰਹੇ, ਲਿਹਾਜ਼ਾ ਤੁਸੀਂ ਪ੍ਰੋਗਰਾਮ ਸੁਣ ਕੇ ਤਿਆਰੀ ਕਰਕੇ ਆਓ। ਅਤੇ ਮੈਂ ਉਸ ਦਿਨ ਸੋਚ ਰਿਹਾ ਸੀ ਕਿ ਯਾਰ ਇਹ ਕੋਈ, ਮੇਰਾ ਨਹੀਂ ਖਿਆਲ ਕਿ ਕੋਈ ਚੰਗੀ ਗੱਲ ਹੋਵੇ। ਬਹੁਤ ਸਾਰੇ ਪਿਆਰਿਆਂ ਦਾ ਚਾਅ ਹੁੰਦਾ ਹੈ ਕਿ ਅਸੀਂ ਔਨ ਏਅਰ ਜਾ ਕੇ ਗੱਲ ਕਰੀਏ, ਔਰ ਸ਼ਾਇਦ ਉਹ ਉਸ ਤਰ੍ਹਾਂ ਗੱਲ ਨਹੀਂ ਕਰ ਸਕਦੇ, ਲੇਕਿਨ ਉਹਨਾਂ ਦੀ ਫੀਲਿੰਗ ਤਾਂ ਹੁੰਦੀ ਹੈ, ਅਹਿਸਾਸ ਤਾਂ ਹੁੰਦਾ ਹੈ ਨਾ। ਸੋ ਮੈਂ ਮਤਲਬ ਆਪ ਸੋਚ ਰਿਹਾ ਸਾਂ ਕਿ ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਹਾਂ, ਫਿਰ ਕਾਫੀ ਇੰਜ ਵੀ ਹੋਇਆ ਬਦਲਾਓ, ਫਿਰ ਮਤਲਬ ਹਰ ਤਰ੍ਹਾਂ ਦੀ ਕਾਲਸ ਠੀਕ ਹੈ, ਕਬੂਲਣ ਵਿੱਚ ਬੜਾ ਮਜ਼ਾ ਹੈ। ਤੁਹਾਨੂੰ ਬਹੁਤ ਸਾਰੀਆਂ ਤੁਸੀਂ ਤਕਲੀਫਾਂ ਤੋਂ ਬਚ ਜਾਂਦੇ ਹੋ ਕਿ ਤੁਸੀਂ ਕਬੂਲ ਲਿਆ ਨਾ, ਐਕਸੈਪਟ ਕਰ ਲਿਆ, ਔਰ ਜਦੋਂ ਤੁਸੀਂ ਐਕਸੈਪਟ ਕਰ ਲਿਆ ਅਤੇ ਫਿਰ ਉਹਦੇ ਨਾਲ ਤਾਂ ਜੀਣਾ ਹੈ ਨਾ ਤੁਸੀਂ। ਪਰ ਕਬੂਲ ਅਸੀਂ ਕਦੋਂ ਕਰਨੇ ਆ, ਐਕਸੈਪਟ ਕਦੋਂ ਕਰਨੇ, ਦਿਲੋਂ ਹੋ ਕੇ। ਮਤਲਬ ਇੱਕ ਹੁੰਦਾ ਹੈ ਤੱਕੋ ਜ਼ੋਰੀ ਦਾ ਕਬੂਲ ਕਰਵਾਉਣਾ, ਉਹ ਕਬੂਲ ਨਹੀਂ ਹੁੰਦਾ, ਉਹ ਧੱਕਾ ਹੁੰਦਾ ਹੈ। ਆਪਣੇ ਦਿਲ ਨਾਲ ਜਦੋਂ ਕਬੂਲ ਕਰ ਲਿਆ, ਅਤੇ ਫਿਰ ਉਹ ਤਮਾਮ ਅੱਛਾਈਆਂ ਬੁਰਾਈਆਂ, ਖੁਸ਼ੀ ਗਮ, ਉਹ ਫਿਰ ਉਹਦੇ ਨਾਲ ਜੀਣਾ ਹੈ ਤੁਸੀਂ। ਜਿਹੜੀ ਉਹ ਇੱਕ ਖਾਮ-ਖਾ ਦੀ ਪਰੇਸ਼ਾਨੀ ਹੁੰਦੀ ਹੈ ਨਾ, ਉਹਦੇ ਤੋਂ ਤੁਸੀਂ ਕਾਫੀ ਹੱਦ ਤੱਕ ਬਚ ਜਾਂਦੇ ਹੋ। ਮੇਰਾ ਗਲਾ ਅੱਜ ਕੋਈ ਇੰਨਾ ਸਾਥ ਨਹੀਂ ਦੇ ਰਿਹਾ, ਕਿਉਂਕਿ ਮੈਂ ਕੰਮ ਐਸਾ ਕਰ ਬੈਠਾ ਹਾਂ। ਅੱਜ ਇੱਕ ਫੰਕਸ਼ਨ ਸੀ, ਔਰ ਉਹਦੇ ਨਾਲ ਹੋਰ ਵੀ ਬੜਾ ਕੁਛ ਪ੍ਰੈਸ ਕਲੱਬ ਵਿੱਚ। ਸੋ ਗਲੇ ਨੂੰ ਜ਼ਰੂਰਤ ਤੋਂ ਜ਼ਿਆਦਾ ਮੈਂ ਇਸਤੇਮਾਲ ਕਰ ਬੈਠਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇੱਕ ਰੰਗ ਸੁਣਨੇ ਆ, ਕੁਛ ਯਾਦਾਂ ਵੀ ਕੁਛ ਸਾਂਝੀਆਂ ਕਰਨੇ ਆ। ਰਾਣੀ ਪਤਾ ਨਹੀਂ ਕਿੱਥੇ ਆ, ਚਲੋ ਸੁਣ ਰਹੇ ਨੇ ਤੇ ਜ਼ਰੂਰ ਆਉਣ। ਬਲਕਿ ਬਹੁਤ ਸਾਰੇ ਨਾ ਸਾਡੇ ਪਿਆਰੇ ਲਿਸਨਰਸ ਜਿਨ੍ਹਾਂ ਦਾ ਮੈਂ ਉਦੋਂ ਹੀ ਜ਼ਿਕਰ ਕਰ ਚੁੱਕਿਆ ਸਾਂ, ਲੇਕਿਨ ਬਹੁਤ ਸਾਰੇ ਪਿਆਰੇ ਲਿਸਨਰਸ ਜਿਨ੍ਹਾਂ ਦੀ ਕਾਲ
ਨੂੰ ਅਸੀਂ ਸਮਝਦੇ ਸਾਂ ਕਿ ਉਹ ਪ੍ਰੋਗਰਾਮ ਦਾ ਸ਼ਿੰਗਾਰ ਹੈ ਕਲਾਸਿਕ ਟਾਈਮ ਦਾ। ਅਤੇ ਉਹਨਾਂ ਵਾਸਤੇ ਦੁਆਵਾਂ ਵੀ ਨੇ ਕਿ ਪਰਵਰਦਿਗਾਰ ਉਹਨਾਂ ਵਾਸਤੇ ਆਸਾਨੀਆਂ ਸਿਹਤ ਸਲਾਮਤੀ ਰੱਖੇ ਔਰ ਉਹ ਆਉਣ। ਮੈਂ ਸਿਰਫ ਇੱਕ ਲਿੰਕ ਹੁੰਦਾ ਵਾ ਤੁਹਾਡੇ ਦਰਮਿਆਨ, ਬਾਕੀ ਤੇ ਲੋਕ ਉਹਨਾਂ ਦੀ ਕਾਲਸ ਸੁਣਦੇ ਨੇ, ਉਹਨਾਂ ਨੂੰ ਸੁਣਨਾ ਚਾਹੁੰਦੇ, ਔਰ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਬਹੁਤ ਸਾਰੀਆਂ ਐਸੀਆਂ ਕਾਲਸ ਨੇ ਜਿਹੜੀਆਂ ਮੇਰੇ ਨਾਲੋਂ ਜ਼ਿਆਦਾ ਉਹਨਾਂ ਦੀ ਉਡੀਕ ਹੁੰਦੀ ਹੈ। ਲਿਸਨਰਸ ਨੂੰ ਬਹੁਤ ਸਾਰੇ ਨਾਂ ਨੇ ਔਰ ਅਗਰ ਉਹ ਸੁਣ ਰਹੇ ਨੇ ਤਾਂ ਮੈਂ ਕਹਾਂਗਾ ਕਿ ਉਹ ਆਉਣ ਔਰ ਅੱਜ ਸਾਂਝ ਪਾਉਣ ਪ੍ਰੋਗਰਾਮ ਦੇ ਵਿੱਚ। ਔਰ ਇੱਕ ਰੰਗ ਸੁਣਨੇ ਆ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਅਜਬ ਰੂਹ ਤੁਫੈਲ ਨਿਆਜ਼ੀ ਸਾਹਿਬ ਸਮਾਂ ਬੰਨ ਦਿੰਦੇ ਨੇ। ਇਹਨਾਂ ਦੀ ਆਵਾਜ਼, ਇਹਨਾਂ ਦੀ ਅਦਾਇਗੀ ਔਰ ਖ਼ਾਸ ਕਰਕੇ ਇਹਨਾਂ ਦੀ ਗਾਇਕੀ 'ਚ ਜਿਹੜੀ ਸਿਲੈਕਸ਼ਨ ਹੈ, ਜਿਨ੍ਹਾਂ ਚੀਜ਼ਾਂ ਨੂੰ, ਜਿਨ੍ਹਾਂ ਗਾਣਿਆਂ ਨੂੰ, ਜਿਨ੍ਹਾਂ ਰੰਗਾਂ ਨੂੰ ਇਹਨਾਂ ਚੁਣਿਆ, ਇੱਕ ਮਿਜ਼ਾਜ ਹੁੰਦਾ ਹੈ ਨਾ। ਔਰ ਮੈਂ ਵੇਖਿਆ ਕਿ ਬਹੁਤ ਘੱਟ ਗਾਇਕ ਨੇ ਜਿਨ੍ਹਾਂ ਨੇ ਆਪਣੇ ਮਿਜ਼ਾਜ ਨੂੰ ਸਾਹਮਣੇ ਰੱਖਦਿਆਂ ਹੋਇਆ, ਉਹਨੂੰ ਵੇਖਦਿਆਂ ਹੋਇਆ ਕਲਾਮ ਦੀ ਸਿਲੈਕਸ਼ਨ ਕੀਤੀ। ਨਵੀਦ ਬੁਖਾਰੀ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸੁਣ ਰਹੇ ਹੋ, ਪ੍ਰੋਗਰਾਮ ਦੀ ਤਾਰੀਫ ਕੀਤੀ ਹੈ। ਖੁਸ਼ ਰਹੋ, ਆਬਾਦ ਰਹੋ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਇਸ ਵੇਲੇ ਸਾਨੂੰ ਸਾਡਾ ਪ੍ਰੋਗਰਾਮ ਫੇਸਬੁੱਕ ਤੋਂ ਲਾਈਵ ਸੁਣ ਰਹੇ ਨੇ, ਉਹ ਅਗਰ ਇੱਕ ਵਾਰੀ ਸ਼ੇਅਰ ਕਰ ਦੇਣਗੇ ਤੇ ਜਿਹੜੇ ਉਹਨਾਂ ਦੇ ਮਿੱਤਰ ਨੇ ਨਾ ਉਹ ਵੀ ਨਾਲ ਰਲ ਜਾਣਗੇ। ਇੱਕ ਕਬੀਲੇ ਦੀ ਸੂਰਤ ਹੁੰਦੀ ਹੈ ਨਾ। ਅਸੀਂ ਫੇਸਬੁੱਕ ਇਸਤੇਮਾਲ ਕਰਨੇ ਆ, ਸਾਡੇ ਜਿਹੜੇ ਮਿੱਤਰ ਨੇ ਉਹਨਾਂ 'ਚ ਕੁਝ ਸਾਂਝੇ ਮਿੱਤਰ ਹੁੰਦੇ ਨੇ ਔਰ ਉਹ ਸਾਂਝ ਵਧਾਉਣ ਵਾਸਤੇ ਅਸੀਂ ਕੁਝ ਚੀਜ਼ਾਂ ਆਪ ਆਪਣੀ ਟਾਈਮ ਲਾਈਨ 'ਤੇ ਅਪਲੋਡ ਕਰਨੇ ਆ। ਕੁਝ ਜਿਹੜੀਆਂ ਦੋਸਤਾਂ ਦੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰਨੇ ਆ। ਇਸ ਟਾਈਮ ਬੜਾ ਕੰਪੀਟੀਸ਼ਨ ਹੈ, ਮੁਕਾਬਲਾ ਹੈ। ਫੇਸਬੁੱਕ ਸਾਡੇ ਕੋਲ ਸਬ ਕੰਟੀਨੈਂਟ ਦੇ ਵਿੱਚ ਤੇ ਇੱਕ ਜਿਹੜਾ ਮਸਰੂਫ ਤਰੀਨ ਸਾਈਟ ਹੈ ਉਹ ਫੇਸਬੁੱਕ ਹੈ ਜਾਂ ਯੂਟਿਊਬ ਹੈ। ਉਹ 'ਤੇ ਹਜ਼ਾਰਾਂ ਸਾਈਟਸ ਨੇ ਜਿਨ੍ਹਾਂ ਤੋਂ ਅਸੀਂ ਨਾ ਵਾਕਿਫ ਹਾਂ, ਪਰ ਜਿਨ੍ਹਾਂ ਤੋਂ ਵਾਕਿਫ ਹਾਂ ਉਹਨਾਂ ਦਾ ਇਹ ਮਿਆਰ ਹੈ ਕਿ ਮੈਂ ਇੰਸਟਾਗ੍ਰਾਮ, ਟਵਿੱਟਰ ਜਾਂ ਦੂਸਰੀ ਸਾਈਟਸ ਨੇ, ਸਿਰਫ ਫੇਸਬੁੱਕ ਬਾਰੇ ਮੈਂ ਤੁਹਾਨੂੰ ਦੱਸਣਾ ਹੈ ਕਿ ਬਹੁਤ ਘੱਟ ਹੁੰਦਾ ਹੈ ਕਿ ਅਸੀਂ ਵੇਖਦੇ ਹਾਂ, ਸਕਰੋਲ ਕਰਨੇ ਆ, ਜਿਹੜੀ ਕੋਈ ਥੋੜ੍ਹੀ ਜਿਹੀ ਸਾਨੂੰ ਬਿਹਤਰ ਲੱਗ ਰਹੀ ਹੈ ਅਸੀਂ ਉਹਨੂੰ ਲਾਈਕ ਕਰ ਦਿੰਦੇ ਹਾਂ। ਫਿਰ ਉਸ ਤੋਂ ਅਗਰ ਜ਼ਿਆਦਾ ਮਿਆਰ ਹੈ ਕਿ ਸਾਡੇ ਦਿਲ ਨੂੰ ਛੂਹ ਗਈ ਹੈ ਔਰ ਉਸ ਤੋਂ ਜ਼ਿਆਦਾ ਅੱਛੀ ਲੱਗੀ ਹੈ ਤਾਂ ਅਸੀਂ ਉਹਦੇ 'ਤੇ ਕਮੈਂਟ ਕਰ ਦਿੰਦੇ ਹਾਂ। ਔਰ ਕਮੈਂਟ ਕਰਨ ਤੋਂ ਬਾਅਦ ਤੀਸਰੀ ਜਿਹੜੀ ਪੋਜੀਸ਼ਨ ਹੈ, ਅਗਰ ਉਸ ਤੋਂ ਵੀ ਜ਼ਿਆਦਾ ਸਾਨੂੰ ਕੋਈ ਚੰਗੀ ਲੱਗੀ ਹੈ ਤਾਂ ਫਿਰ ਅਸੀਂ ਉਹਨੂੰ ਸ਼ੇਅਰ ਕਰ ਦਿੰਦੇ ਹਾਂ। ਅਸੀਂ ਸ਼ੇਅਰ ਕਰ ਦਿੰਦੇ ਹਾਂ। ਉਸ ਤੋਂ ਵੀ ਅਗਲੀ ਪੋਜੀਸ਼ਨ ਹੈ ਕਿ ਅਗਰ ਬਹੁਤ ਜ਼ਿਆਦਾ ਅਸੀਂ ਚਾਹੁੰਦੇ ਹਾਂ ਕਿ ਲੋਕ ਉਹਨੂੰ ਵੇਖਣ, ਸੁਣ ਕੇ ਮਤਲਬ ਮੇਰੇ ਅੰਦਰ ਕੁਛ ਅਗਰ ਸਾਨੂੰ ਚੰਗਾ ਲੱਗਾ ਤਾਂ ਉਹ ਅਸੀਂ ਚਾਹ ਰਹੇ ਹੁੰਦੇ ਕਿ ਉਹਨੂੰ ਲੋਕ ਸੁਣਨ ਉਸ ਤਰ੍ਹਾਂ ਨਾ। ਫਿਰ ਅਸੀਂ ਉਹਨੂੰ ਉਹਦਾ ਲਿੰਕ ਕਾਪੀ ਕਰਨੇ ਆ ਔਰ ਬਹੁਤ ਸਾਰੇ ਅਗਰ ਅਸੀਂ ਜਾਣੂ ਆ ਇਹਦੇ ਕੁਝ ਥੋੜ੍ਹਾ ਬਹੁਤਾ ਜਾਣਨੇ ਆ ਅਤੇ ਫਿਰ ਮੁਖਤਲਿਫ ਗਰੁੱਪਸ ਜਿਹੜੇ ਅਸੀਂ ਜੁਆਇਨ ਕੀਤੇ ਹੁੰਦੇ ਨੇ ਉਹਨਾਂ ਵਿੱਚ ਕਾਪੀ ਪੇਸਟ ਕਰ ਦਿੰਦੇ ਹਾਂ ਉਹਦਾ ਲਿੰਕ। ਇਸੇ ਤਰ੍ਹਾਂ ਹੀ ਸਾਡੀ ਸੱਥ, ਸਾਡੀ ਬੈਠਕ, ਸਾਡਾ ਤਾਲੁਕ, ਗੱਲਬਾਤ ਇਸੇ ਤਰ੍ਹਾਂ ਹੀ ਹੁੰਦੀ ਹੈ। ਬਾਜ਼ ਲੋਕਾਂ ਦੀ ਅਸੀਂ ਸੰਗਤ ਦੀ ਉਡੀਕ ਰੱਖਦੇ ਹਾਂ, ਇਖਤਿਆਰ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਸੰਗਤ, ਉਹਨਾਂ ਕੋਲ ਬੈਠਣਾ ਚਾਹੁੰਦੇ ਹਾਂ, ਉਹਨਾਂ ਦੀਆਂ ਗੱਲਾਂ ਸੁਣਨਾ ਚਾਹੁੰਦੇ ਹਾਂ ਔਰ ਉਹ ਗੱਲਾਂ ਨਕਸ਼ ਹੁੰਦੀਆਂ ਨੇ ਸਾਡੇ ਦਿਲ 'ਤੇ, ਸਾਡੇ ਦਿਮਾਗ 'ਤੇ। ਅਸੀਂ ਇੱਕ ਵਾਰੀ ਪ੍ਰੋਗਰਾਮ ਕੀਤਾ ਸੀ ਨਾ ਕਿ ਦਿਲ ਔਰ ਦਿਮਾਗ ਕਿਹਦੀ ਮੰਨਣੀ ਕਿਹਦੀ ਚਾਹੀਦੀ ਹੈ।
ਅਤੇ ਉਹ ਬੜਾ ਅੱਛਾ ਹੋਇਆ ਸੀ। ਅੱਛਾ, ਮੈਂ ਗੱਲਾਂ ਤਾਂ ਕਰਕੇ ਕਰ ਰਿਹਾ ਕਿ ਮੈਂ ਕਦੀ ਕਦੀ ਉਹ ਕੰਮ ਕਰ ਰਹੇ ਹੁੰਦੇ ਨੇ ਅਤੇ ਮੈਂ ਸੁਣਨਾ ਪ੍ਰੋਗਰਾਮ ਜਦੋਂ ਉਹਨਾਂ ਦੀ ਐਡੀਟਿੰਗ ਹੋ ਰਹੀ ਹੁੰਦੀ ਹੈ ਜਾਂ ਅਪਲੋਡ ਹੋ ਕੇ ਮੇਰੇ ਕੋਲ ਕੁਛ ਚੀਜ਼ਾਂ ਆਉਂਦੀਆਂ ਨੇ, ਅਤੇ ਅਸੀਂ ਬਹੁਤ ਸਾਰੇ ਮੌਜ਼ੂਆਤ 'ਤੇ ਗੱਲ ਕਰ ਚੁੱਕੇ। ਲੇਕਿਨ ਇੱਕ ਉਹਦੇ 'ਚ ਫਰਕ ਪਿਆ ਹੈ, ਜਿਹੜੀ ਮੈਂ ਅਕਸਰ ਗੱਲ ਕਰਨਾ ਹੁੰਦਾ ਕਿ ਤੁਹਾਡੇ ਮੁਸ਼ਾਹਿਦੇ ਦਾ ਫਰਕ ਹੁੰਦਾ ਹੈ। ਤੁਸੀਂ ਮੁਸ਼ਾਹਿਦਾ ਜਿਵੇਂ ਜਿਵੇਂ ਤੁਹਾਡਾ ਵਸੀਹ ਹੁੰਦਾ ਹੈ ਜਾਂ ਤੁਹਾਡੇ ਮੇਲ ਜੋਲ ਜਾਂ ਤੁਹਾਡੇ ਤਜਰਬਾਤ ਵਿੱਚ ਕੋਈ ਗੱਲ ਆਉਂਦੀ ਹੈ ਅਤੇ ਫਿਰ ਚੀਜ਼ਾਂ ਬਾਰੇ ਤੁਹਾਡੀ ਸੋਚ, ਖਿਆਲ, ਨਜ਼ਰੀਆ ਬਦਲ ਜਾਂਦਾ ਹੈ। ਜੋ ਗੱਲ ਮੈਂ 10 ਸਾਲ ਪਹਿਲੇ ਕੀਤੀ ਸੀ, ਜੋ ਮੇਰਾ ਨਜ਼ਰੀਆ ਸੀ, ਮੇਰੀ ਸੋਚ ਸੀ, ਸ਼ਾਇਦ ਉਹਦੇ 'ਤੇ ਹੁਣ ਮੈਂ ਬਹੁਤ ਸਾਰੀਆਂ ਚੀਜ਼ਾਂ 'ਤੇ ਮੁਤਮਈਨ ਨਹੀਂ ਹਾਂ, ਜਾਂ ਮੈਂ ਉਹ ਨਹੀਂ ਕਰਨਾ ਚਾਹੁੰਦਾ, ਜਾਂ ਮੈਂ ਆਪਣੇ ਆਪ ਨੂੰ ਮੁਲਾਮਤ ਕਰਨਾ ਕਿ ਯਾਰ ਇਹ ਕੀ ਮੈਂ ਕਰਦਾ ਰਿਹਾ। ਲੇਕਿਨ ਬਹੁਤ ਸਾਰੀਆਂ ਗੱਲਾਂ ਜਾਂ ਬਹੁਤ ਸਾਰੇ ਮਾਮਲਾਤ ਐਸੇ ਨੇ ਜਿਨ੍ਹਾਂ ਬਾਰੇ ਸੋਚ ਕੇ ਮੈਨੂੰ ਚੰਗਾ ਵੀ ਲੱਗਦਾ ਹੈ ਕਿ ਉਹ ਤਾਂ ਬਹੁਤ ਅੱਛਾ ਸੀ ਅਤੇ ਹੁਣ ਮੈਂ ਕੀ ਕਰ ਰਿਹਾ। ਇਹ ਇੱਕ ਅਜਬ ਗੱਲ ਹੈ ਨਾ, ਕਿ ਮਤਲਬ ਮੈਂ 10 ਸਾਲ ਪਹਿਲੇ ਜੋ ਮੇਰੀ ਪਰਫੋਰਮੈਂਸ ਸੀ, ਮੈਂ ਜੋ ਕਰ ਰਿਹਾ ਸੀ ਅਤੇ ਉਹ ਬਹੁਤ ਚੰਗਾ ਸੀ। ਹੁਣ ਜੋ ਮੈਂ ਕਰ ਰਿਹਾ ਉਹ ਤਾਂ ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਉਹਦੇ ਤੋਂ ਮੁਤਮਈਨ ਨਹੀਂ। ਪਤਾ ਨਹੀਂ ਕਿ ਕੀ ਕੰਮ ਹੋਇਆ, ਕੀ ਮਾਮਲਾ ਬਣਿਆ। ਔਰ ਯਕੀਨੀ ਤੌਰ 'ਤੇ ਜਦੋਂ ਪਹਿਲੇ ਸ਼ੋਜ਼ ਅਸੀਂ ਕਰਨੇ ਸਾਂ ਅਤੇ ਮੈਂ ਉਹਦੇ ਵਾਸਤੇ ਰਿਸਰਚ ਕਰਨਾ ਸਾਂ। ਮੈਂ ਉਸ ਸ਼ੋਅ ਵਾਸਤੇ ਉਸ ਮੌਜ਼ੂ ਨੂੰ ਲੈ ਕੇ ਮੁਖਤਲਿਫ ਕਿਤਾਬਾਂ ਨੂੰ ਵਿਜ਼ਿਟ ਕਰਨਾ ਸਾਂ, ਮੁਖਤਲਿਫ ਸਿਆਣੇ ਲੋਕਾਂ ਦੀ ਰਾਏ ਲੈਣਾ ਸਾਂ ਅਤੇ ਫਿਰ ਸ਼ੋਅ ਕਰਨਾ ਸਾਂ। ਸੋ ਕਹਿੰਦੇ ਨੇ ਮਿਹਨਤ ਕੀਤੀ ਜਾਵੇ ਅਤੇ ਉਹ ਮਿਹਨਤ 'ਤੇ ਰੰਗ ਲਿਆਉਂਦੀ ਹੈ। ਹੁਣ ਮਾਮਲਾ ਹੋ ਰਿਹਾ, ਮਸਰੂਫੀਅਤ ਕਹਿ ਲਵੋ ਜਾਂ ਕੋਈ ਸ਼ਾਇਦ ਉਂਝ ਦਿਲਚਸਪੀ ਨਹੀਂ ਹੈ, ਜਾਂ ਮਤਲਬ ਇਹ ਵੀ ਹੁੰਦਾ ਨਾ ਕਿ ਮੇਰੇ ਉਸ ਵੇਲੇ ਜਿਹੜੇ ਇੱਕ ਲਿਸਨਰਸ਼ਿਪ ਬਣ ਚੁੱਕੀ ਸੀ ਅਤੇ ਮੈਨੂੰ ਆਪ ਵੀ ਹੁੰਦਾ ਸੀ ਕਿ ਉਹਨਾਂ ਨਾਲ ਹੌਲੀ ਗੱਲ, ਕੱਚੀ ਗੱਲ, ਭੋਲੀ ਗੱਲ ਉਹਨਾਂ ਦੇ ਸਾਹਮਣੇ ਨਹੀਂ ਰੱਖਣੀ। ਇੱਕ ਕੰਪੀਟੀਸ਼ਨ ਕਹਿ ਲਵੋ, ਇੱਕ ਜ਼ਿਹਨ ਦੇ ਵਿੱਚ ਉਹਨਾਂ ਦੀ ਸੋਚ ਦਾ ਮਿਆਰ ਕਹਿ ਲਵੋ ਕਿ ਜਿਹੜੇ ਲਿਸਨਰ ਆਉਂਦੇ ਸਨ ਉਹ ਬਹੁਤ ਗਹਿਰੀ ਗੱਲ ਕਰਦੇ ਸੀ ਕਿਸੇ ਵੀ ਮੌਜ਼ੂ 'ਤੇ ਆ ਕੇ। ਜਦੋਂ ਉਸ ਗੱਲ ਨੂੰ ਖੋਲ੍ਹਦੇ ਸਨ ਅਤੇ ਮੈਨੂੰ ਆਪ ਕਦੀ ਕਦੀ ਹੈਰਾਨਗੀ ਹੁੰਦੀ ਸੀ ਆਪਣੀ ਗੱਲ ਕੀਤੀ ਅਤੇ ਕਿ ਇਹ ਗੱਲ ਮੈਂ ਕੀਤੀ ਹੈ। ਔਰ ਮੈਨੂੰ ਚੰਗਾ ਵੀ ਲੱਗਦਾ ਸੀ ਕਿ ਕੁਛ ਆਮਦ ਹੁੰਦੀ ਹੈ, ਕੁਛ ਲਫ਼ਜ਼ਾਂ ਦੀ, ਕੁਛ ਗੱਲਾਂ ਦੀ, ਫਿਲਮ ਦੀ ਤੁਹਾਡੇ ਉੱਤੇ ਚੀਜ਼ਾਂ ਉਤਰਦੀਆਂ ਨੇ। ਉਹ ਉਦੋਂ ਉਤਰਦੀਆਂ ਨੇ ਜਦੋਂ ਤੁਹਾਡਾ ਧਿਆਨ ਹੁੰਦਾ ਹੈ, ਉਦੋਂ ਗਿਆਨ ਤੁਹਾਨੂੰ ਪ੍ਰਾਪਤ ਹੁੰਦਾ ਹੈ, ਗਿਆਨ ਤੁਸੀਂ ਲੈਂਦੇ ਹੋ, ਕਿਉਂਕਿ ਉਹਦੇ ਵਿੱਚ ਤੁਸੀਂ ਆਪਣੀ ਦਿਲਚਸਪੀ ਰੱਖੀ ਹੁੰਦੀ ਹੈ, ਤੁਸੀਂ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹੋ। ਸੋ ਜਦੋਂ ਤੁਸੀਂ ਜਸਤਜੂ ਕਰਦੇ ਹੋ, ਕੋਸ਼ਿਸ਼ ਕਰਦੇ ਹੋ ਕੁਛ ਹਾਸਿਲ ਕਰਨ ਦੀ, ਕੁਛ ਜਾਣਨ ਦੀ, ਅਤੇ ਫਿਰ ਉਹ ਚੀਜ਼ਾਂ ਤੁਹਾਡੇ ਨਜ਼ਦੀਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕੀ ਕਹਿੰਦੇ ਹੋ ਤੁਸੀਂ? ਇੱਕ ਰੰਗ ਸੁਣਨੇ ਹੈ ਨਾ, ਅਤੇ ਫਿਰ ਗੱਲ ਤਾਂ ਅਸਲ ਵਿੱਚ ਤੁਸੀਂ ਦੱਸਦੇ ਹੋ ਨਾ, ਮੈਂ ਤਾਂ ਸਿਰਫ ਕੋਸ਼ਿਸ਼ ਕਰਨਾ ਇੱਕ ਤਨ ਪੜ੍ਹ ਕੇ ਉਹਨੂੰ ਸੁਲਝਾਉਣ ਦੀ, ਲੇਕਿਨ ਮੈਂ ਸ਼ਾਇਦ ਕਾਮਯਾਬ ਨਹੀਂ ਹੁੰਦਾ। ਤੁਸੀਂ ਅਸਲ ਵਿੱਚ ਮੇਰੀ ਉਂਗਲ ਫੜ ਕੇ ਔਰ ਮੈਨੂੰ ਰਾਹ ਵਿਖਾਉਂਦੇ ਹੋ। ਕੁਛ ਚਾਨਣ ਵਰਗੇ ਹੁੰਦੇ ਨੇ ਪਿਆਰੇ ਜੋ ਰੋਸ਼ਨੀ ਕਰਦੇ ਨੇ ਔਰ ਸਾਨੂੰ ਰਸਤਾ ਸਾਫ਼ ਨਜ਼ਰ ਆਉਂਦਾ ਹੈ। ਕੁਛ ਮਿੱਤਰ ਹੁੰਦੇ ਨੇ ਜੋ ਹੱਥ ਫੜਨ ਵਾਲੇ ਔਰ ਨਾਲ ਟੋਰਦੇ ਨੇ, ਆਰੇ ਲਾਈ ਰੱਖਦੇ ਨੇ। ਕੁਛ ਮਿੱਤਰ ਇੱਕ ਨਰਮ ਮੁਲਾਇਮ ਕਾਰਪੇਟ ਦੀ ਤਰ੍ਹਾਂ ਹੁੰਦੇ ਨੇ ਜਿਹਦੇ ਉੱਤੇ ਟੁਰਨ ਲੱਗਿਆ ਵੀ ਤੁਹਾਨੂੰ
ਸਰੂਰ ਆਉਂਦਾ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਜ਼ਿਆਦਾ ਅਸੀਂ ਟੁਰਦੇ ਜਾਈਏ, ਸਾਡਾ ਇਹ ਸਫ਼ਰ ਖ਼ਤਮ ਨਾ ਹੋਵੇ। ਕਮਾਲ ਨਹੀਂ ਐਸੇ ਮਿੱਤਰਾਂ ਵਾਸਤੇ, ਐਸੇ ਪਿਆਰਿਆਂ ਵਾਸਤੇ। ਕੁਛ ਮਿੱਤਰ ਇੱਕ ਹਫ਼ਸ ਦੇ ਵਿੱਚ ਠੰਡੇ ਹਵਾ ਦਾ ਬੁੱਲਾ ਹੁੰਦੇ ਨੇ ਔਰ ਬੰਦਾ ਚਾਹੁੰਦਾ ਹੈ ਕਿ ਇਹ ਹਵਾ ਵਗਦੀ ਰਹੇ, ਯਾਨੀ ਕਿ ਉਹਨਾਂ ਦਾ ਸਾਥ ਰਹੇ। ਅਤੇ ਇੱਕ ਰੰਗ ਸੁਣਨੇ ਆ ਨਾ, ਫਿਰ ਗੱਲਬਾਤ ਅੱਗੇ ਕਰਾਂਗੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਹਾਏ, ਮੈਂ ਗੱਲ ਕਰ ਰਿਹਾ ਸੀ ਜਦੋਂ ਗੁੰਝਲ ਹੋਣ, ਇੰਨੇ ਜ਼ਿਆਦਾ ਇੰਨੀਆਂ ਸਾਰੀਆਂ ਗੱਲਾਂ ਹੋਣ, ਭਾਜੜ ਜੀ ਪਈ ਹੁੰਦੀ ਹੈ ਦਿਮਾਗ ਦੇ ਵਿੱਚ ਵੀ, ਕਰਨੀ ਕੋਈ ਗੱਲ, ਨਿਕਲਦੀ ਕੋਈ ਹੈ। ਸੋਚ ਜਿਹਨੂੰ ਕਹਿੰਦੇ ਨੇ ਮੱਤ ਮਾਰੀ ਗਈ ਹੈ। ਮੱਤ ਤੇ ਵਿਚਾਰੀ ਮਾਰੀ ਜਾਣੀ ਹੈ, ਮੱਤ ਦੇ ਪੱਲੇ ਅਸੀਂ ਰਹਿਣ ਕੀ ਦਿੱਤਾ ਹੈ। ਜਦੋਂ ਇੱਕ ਅਕਸਰ ਤੁਸੀਂ ਵੇਖਿਆ ਹੋਏਗਾ ਨਾ, ਸੜਕਾਂ 'ਤੇ ਟ੍ਰੈਫਿਕ ਜੈਮ ਹੋਈ ਹੁੰਦੀ ਹੈ ਅਤੇ ਆਸਤੇ ਆਸਤੇ ਜਦੋਂ ਗੱਡੀ ਅੱਗੇ ਨਿਕਲਦੀ ਅਤੇ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ। ਉਹ ਟ੍ਰੈਫਿਕ ਜੈਮ ਕਿਉਂ ਹੁੰਦੀ ਹੈ ਕਿ ਹਰ ਬੰਦਾ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਹਰ ਬੰਦੇ ਨੂੰ ਕਾਹਲ ਪਈ ਹੈ, ਪਤਾ ਨਹੀਂ ਜਾ ਕੇ ਕੀ ਕਰਨਾ, ਘਰ ਜਾਂ ਲੰਮੇ ਪੈਣਾ ਹੁੰਦਾ ਹੈ ਜਾਂ ਮੋਬਾਈਲ ਖੋਲ੍ਹ ਕੇ ਬਹਿ ਜਾਣਾ ਹੈ ਬਸ। ਪਰ ਸੜਕ ਦੇ ਉੱਤੇ ਹਰ ਬੰਦੇ ਨੂੰ ਇੰਨੀ ਕਾਹਲ ਹੈ ਕਿ ਮੈਂ ਸਭ ਤੋਂ ਅੱਗੇ ਨਿਕਲ ਜਾਵਾਂ। ਔਰ ਉਹ ਜਿਹੜੀ ਇੰਗਲੀ ਮਿੰਗਲੀ ਪੈ ਜਾਂਦੀ ਹੈ, ਕਿਸੇ ਦੇ ਅੱਗੇ ਬਾਈਕ ਲੱਗੀ, ਕਿਸੇ ਦੇ ਅੱਗੇ ਗੱਡੀ ਫਸਾਈ ਹੋਈ ਹੈ, ਅਤੇ ਉਹ ਸਾਰੀ ਟ੍ਰੈਫਿਕ ਜਾਮ ਹੋ ਜਾਂਦੀ ਹੈ, ਕੋਈ ਵੀ ਅੱਗੇ ਨਹੀਂ ਜਾ ਸਕਦਾ। ਅਗਰ ਅਸੀਂ ਆਪਣੀ ਆਪਣੀ ਲਾਈਨ 'ਚ ਰਹੀਏ ਅਤੇ ਸਫ਼ਰ ਵੀ ਸੌਖਾ ਹੋਏਗਾ, ਸਾਰਿਆਂ ਵਾਸਤੇ ਵੀ ਸੌਖ ਹੋਏਗੀ, ਨਾ ਉਲਝਣ ਹੋਏਗੀ, ਨਾ ਮਸਲਾ ਹੋਏਗਾ। ਅਸੀਂ ਸਾਡਾ ਦਿਮਾਗ ਵੀ ਇੰਝ ਹੀ ਹੈ, ਜਾ ਕੇ ਅੱਗੇ ਕਰਨਾ ਕੁਛ ਨਹੀਂ ਹੈ। ਕਿਸੇ ਖਿਆਲ ਨੂੰ, ਕਿਸੇ ਗੱਲ ਨੂੰ ਅਸੀਂ ਸ਼ਾਇਦ ਉਸ ਤਰ੍ਹਾਂ ਪੂਰਾ ਨਾ ਕਰ ਪਾਈਏ, ਪਰ ਬਹੁਤ ਸਾਰੀਆਂ ਸੋਚਾਂ ਦਾ ਅਸੀਂ ਕੜਮੱਸ ਪਾਇਆ ਹੁੰਦਾ ਦਿਮਾਗ ਦੇ ਵਿੱਚ। ਕੋਈ ਗੱਲ ਫਿਰ ਸਮਝ ਨਹੀਂ ਆਉਂਦੀ ਕੀ ਕਰੀਏ। ਇੱਕ ਗੱਲ 'ਚ ਦੂਜੀ ਆ ਵੱਜਦੀ ਹੈ, ਦੂਜੀ 'ਚ ਤੀਜੀ, ਪਹਿਲੀ ਉੱਥੇ ਹੀ ਰਹਿ ਜਾਂਦੀ ਹੈ ਅੱਧ-ਬਰੀਤੀ, ਚੌਥੀ ਪੰਜਵੀਂ ਨੂੰ ਅਸੀਂ ਕਰ ਨਹੀਂ ਪਾਉਂਦੇ। ਯਾਰ ਕੀ ਕਰਨੇ ਅਸੀਂ। ਮੈਂ ਮੁਸ਼ਤਾਕ ਸ਼ਾਹ ਸਾਹਿਬ ਸੁਣ ਰਹੇ ਨੇ, ਸਾਡੇ ਬੜੇ ਪਿਆਰੇ, ਖੁਸ਼ ਰਹਿਣ, ਸਲਾਮਤ ਰਹਿਣ, ਬਹੁਤ ਨਫੀਸ ਇਨਸਾਨ ਨੇ, ਔਰ ਉਹਨਾਂ ਦਾ ਸਲਾਮ ਆਇਆ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਸ਼ਾਹ ਜੀ, ਸਲਾਮਤ ਰਹੋ, ਖੁਸ਼ ਰਹੋ। ਪਿਛਲੇ ਸਾਲ ਨਾ ਅਸੀਂ ਕੁਛ ਦੋਸਤ ਗਏ ਮੁਜ਼ੱਫਰਾਬਾਦ। ਅੱਛਾ, ਤੈਅਸ਼ੁਦਾ ਨਹੀਂ ਸੀ, ਜਿਵੇਂ ਮੈਂ ਕਿਹਾ ਸੀ ਜ਼ਿੰਦਗੀ ਦਾ ਮਜ਼ਾ ਡਿਸਿਪਲਿਨ ਔਰ ਆਪਣੀ ਮਰਜ਼ੀ ਕਰਨਾ, ਇਹ ਉਦੋਂ ਉਹ ਮੇਰੇ ਜ਼ਿਹਨ ਵਿੱਚ ਗੱਲ ਸੀ। ਅਤੇ ਮੈਂ ਬੈਠੇ, ਮੈਂ ਕਿਹਾ ਯਾਰ ਹੁਣ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ ਹੈ, ਵਿੱਚ ਹੋਰ ਕਿੰਨੀਆਂ ਗੱਲਾਂ ਕਰ ਛੱਡੀਆਂ ਨੇ। ਅਤੇ ਇਹ ਵੀ ਹੁੰਦਾ ਹੈ ਕਿ ਅਕਸਰ ਮੈਂ ਤਾਂ ਇਹੀ ਕਰਨਾ ਹੈ ਕਿ ਮੈਂ ਸੋਚ ਕੇ ਨਹੀਂ ਨਿਕਲਦਾ ਬਈ ਕਿ ਮੈਂ ਫਲਾਂ ਜਗ੍ਹਾ ਜਾ ਕੇ ਸਟੇ ਕਰਨਾ ਹੈ, ਫਲਾਂ ਹੋਟਲ 'ਚ ਰਹਿਣਾ ਹੈ, ਜਾਂ ਫਲਾਂ ਜਗ੍ਹਾ ਜਾਣਾ ਨਹੀਂ। ਔਰ ਜਿਹੜੇ ਦੋਸਤ ਮੇਰੇ ਨਾਲ ਸਨ ਉਹਨਾਂ ਨੂੰ ਅੱਛਾ ਲੱਗਾ, ਮਜ਼ਾ ਆਇਆ ਨਾ ਉਹ ਜਦੋਂ ਅਸੀਂ ਨਿਕਲੇ ਹਾਂ। ਅਤੇ ਮੈਂ ਕਿਹਾ ਯਾਰ ਚਲੋ, ਤੁਸੀਂ ਗੱਡੀ ਦਾ ਜਿਹੜਾ ਰੁੱਖ ਹੈ ਉਹ ਇੰਝ ਕਰੋ ਕਿ ਗ੍ਰੀਨ ਵੈਲੀਜ਼ ਜਿਹੜੀਆਂ ਨੇ, ਗ੍ਰੀਨ ਏਰੀਆਜ਼ ਨੇ, ਸਬਜ਼ ਪਹਾੜਾਂ ਵਾਲੇ ਏਰੀਆਜ਼ ਨੇ, ਉੱਧਰ ਪਾ ਲਵੋ ਤੁਸੀਂ। ਅਸੀਂ ਐਕਸਪ੍ਰੈਸ ਵੇ 'ਤੇ ਜਾ ਕੇ, ਇੱਕ ਐਸਾ ਮਕਾਮ ਹੈ ਉੱਧਰੋਂ, ਇੱਕ ਮੁਜ਼ੱਫਰਾਬਾਦ ਨੂੰ ਜਾਂਦਾ ਹੈ, ਇੱਕ ਮਰੀ ਨੂੰ ਜਾਂਦਾ ਹੈ। ਮੈਨੂੰ ਦੋਸਤ ਕਹਿੰਦੇ ਨੇ ਹਾਂ ਜੀ ਕਿੱਧਰ ਜਾਣਾ ਹੈ, ਮੈਂ ਕਿਹਾ ਇੱਥੇ ਗੱਡੀ ਖਿਲਾਰੋ, ਚਾਹ ਪੀਂਦੇ ਹਾਂ। ਅੱਛਾ, ਇਹ ਬੜਾ ਮਜ਼ਾ ਹੁੰਦਾ ਹੈ ਅਸਲ ਵਿੱਚ। ਜਿਹੜੀ ਜਰਨੀ ਹੈ, ਜਿਹੜਾ ਤੁਹਾਡਾ ਸਫ਼ਰ ਹੈ, ਉਹ ਉਦੋਂ ਹੀ ਮਜ਼ੇਦਾਰ ਹੁੰਦਾ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਵੀ ਖਲੋ ਗਏ ਹੋ, ਕਿਸੇ ਢਾਬੇ 'ਤੇ, ਕਿਸੇ ਰਸਤੇ 'ਚ, ਕੋਈ ਮਤਲਬ ਕੋਈ ਸ਼ਹਿਰ ਆਇਆ ਉਹਦੇ ਵਿੱਚ ਤੁਸੀਂ ਦਾਖਲ ਹੋ ਗਏ ਹੋ,
ਉਹਨੂੰ ਵਿਜ਼ਿਟ ਕੀਤਾ ਹੈ, ਕੋਈ ਉੱਥੇ ਬੈਠੇ ਹੋ ਤੁਸੀਂ, ਫਿਰ ਅੱਗੇ ਨਿਕਲ ਪਏ ਹੋ। ਅਸਲ ਹੈ ਵੀ ਨਾ, ਅਸੀਂ ਯਾਰ ਉੱਥੇ ਬਹਿ ਕੇ ਚਾਹ ਪੀਤੀ, ਮੈਂ ਕਿਹਾ ਯਾਰ ਚਲੋ ਮੁਜ਼ੱਫਰਾਬਾਦ ਚੱਲਦੇ ਹਾਂ। ਮੁਜ਼ੱਫਰਾਬਾਦ ਗਏ, ਜਾ ਕੇ ਅਸੀਂ ਉੱਥੇ ਨੀਲਮ ਦੇ ਉੱਪਰ ਹੀ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ, ਯਾਨੀ ਉਹਦੀ ਬਾਰੀ ਜਿਹੜੀ ਹੈ ਉਹ ਦਰਿਆ ਵੱਲ ਖੁੱਲ੍ਹਦੀ ਸੀ, ਅਤੇ ਉੱਥੇ ਅਸੀਂ ਰਹਿ ਪਏ, ਜਾ ਕੇ ਸਮਾਨ ਵਗੈਰਾ ਰੱਖਿਆ, ਫਰੈਸ਼ ਹੋਏ। ਤਕਰੀਬਨ ਸ਼ਾਮ ਦੇ ਕੋਈ 4 3:30 4 ਦਾ ਟਾਈਮ ਸੀ, ਅਤੇ ਕਹਿੰਦੇ ਨੇ ਯਾਰ ਹੁਣ ਕੀ ਕਰਨਾ। ਮੈਂ ਕਿਹਾ ਯਾਰ ਇਸ ਤਰ੍ਹਾਂ ਕਰਨੇ ਆ, ਪੀਰ ਚਨਾਸੀ ਚੱਲਨੇ ਆ। ਉੱਥੋਂ ਕੋਈ 11,000 ਫੁੱਟ ਦੀ ਬੁਲੰਦੀ ਹੈ ਪੀਰ ਚਨਾਸੀ, ਔਰ 27 ਕਿਲੋਮੀਟਰ ਬਣਦਾ ਹੈ ਬਾਈ ਰੋਡ, ਜਿਹੜੇ ਪਹਾੜ ਦੇ ਉੱਤੇ ਚੜ੍ਹਦਾ ਹੈ, ਉਹ 27 ਕਿਲੋਮੀਟਰ ਬਣਦਾ। ਅਸੀਂ ਖੈਰ ਜੀ ਪਹੁੰਚ ਗਏ। ਉੱਥੋਂ ਅਸੀਂ ਵਾਪਸ ਆਏ ਹਾਂ ਕੋਈ 10-11 ਵਜੇ, 10-11 ਵਜੇ ਆ ਕੇ ਗੱਪਸ਼ਪ ਕਰਦੇ ਰਹੇ। ਅਤੇ ਫਿਰ ਮੈਂ ਕਿਹਾ ਯਾਰ ਅਸੀਂ, ਕਿਉਂਕਿ ਅਸੀਂ ਲਾਹੌਰੀਏ, ਰਾਤ ਨੂੰ ਜਾਗਣ ਵਾਲੇ, ਔਰ ਇਹ ਬਸ ਰੂਟੀਨ ਬਣੀ ਹੋਈ ਹੈ। ਅਤੇ ਮੈਂ ਕਿਹਾ ਮੁਜ਼ੱਫਰਾਬਾਦ ਨੂੰ ਦੇ ਕੋਈ ਹੋਟਲ ਜਿਹੜੇ ਨੇ ਐਕਸਪਲੋਰ ਕਰਨੇ ਆ। ਅਸੀਂ ਚੱਲਦੇ ਹਾਂ ਕਿ ਮੁਜ਼ੱਫਰਾਬਾਦ 'ਚ ਕਾਹਦੀਆਂ ਦੁਕਾਨਾਂ ਜਾਂ ਕਿਹੜੀਆਂ ਥਾਵਾਂ ਨੇ ਜਿਹੜੀਆਂ ਰਾਤ ਨੂੰ ਆਬਾਦ ਹੁੰਦੀਆਂ ਨੇ। ਖੈਰ ਅਸੀਂ ਨਿਕਲ ਪਏ, ਔਰ ਅਸੀਂ ਬਹੁਤ ਸਾਰੇ ਮਤਲਬ ਹੋਟਲ ਹੀ ਸਨ, ਹੋਰ ਤਾਂ ਕੋਈ ਖਾਸ ਮਤਲਬ ਲਾਹੌਰ 'ਚ ਜਿਵੇਂ ਸਾਡੇ ਕੋਲ, ਖੈਰ ਇੱਥੇ ਲਾਹੌਰ ਵਿੱਚ ਵੀ ਜ਼ਿਆਦਾ ਢਾਬੇ ਜਾਂ ਹੋਟਲ ਨੇ, ਜਾਂ ਕੋਈ ਖਾਣ ਪੀਣ ਦੀਆਂ ਹੱਟੀਆਂ ਨੇ ਜਿਹੜੀਆਂ ਖੁੱਲ੍ਹੀਆਂ ਹੁੰਦੀਆਂ ਨੇ, ਲੋਕ ਨਿਕਲਦੇ ਨੇ। ਹੋਰ ਐਸਐਚ ਜਿਵੇਂ ਅਨਾਰਕਲੀ ਹੈ, ਉੱਥੇ ਤਾਂ ਹੋਰ ਵੀ ਹੱਟੀਆਂ ਖੁੱਲ੍ਹੀਆਂ ਹੁੰਦੀਆਂ ਨੇ। ਤੁਸੀਂ ਕੋਈ ਸ਼ਾਪਿੰਗ ਕਰਨੀ ਹੈ ਕੱਪੜਿਆਂ ਦੀ, ਅਤੇ ਉਹ ਵੀ ਜਿਹੜੀ ਪੁਰਾਣੀ ਅਨਾਰਕਲੀ ਹੈ, ਜਿਹੜੀ ਨਵੀਂ ਹੈ ਉਹ ਬੰਦ ਹੋ ਜਾਂਦੀ ਹੈ, ਉਹ ਵੇਲੇ ਨਾਲ ਹੀ ਬੰਦ ਹੋ ਜਾਂਦੀ ਹੈ। ਪੁਰਾਣੀ ਅਨਾਰਕਲੀ ਕਿਉਂਕਿ ਇੱਕ ਫੂਡ ਸਟਰੀਟ ਹੈ, ਉੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ। ਹੁਣ ਵੀ ਉੱਥੇ ਉੱਠ ਕੇ ਆਇਆ ਮੈਂ, ਕੋਈ ਪ੍ਰਾਹੁਣੇ ਆਏ ਹੋਏ ਨੇ ਮੁਲਕੋਂ ਬਾਹਰੋਂ, ਅਤੇ ਮੈਂ ਬਲਕਿ ਉਹਨਾਂ ਨੂੰ ਕਿਹਾ ਸੀ, ਲੇਕਿਨ ਮੈਂ ਕਿਹਾ ਯਾਰ ਇਹ ਪ੍ਰੋਗਰਾਮ ਤਾਂ ਚਲੋ ਕੱਲ੍ਹ ਵੀ ਇਹਨਾਂ ਨੂੰ ਬਿਠਾ ਲਾਂਗੇ, ਕੋਈ ਦੋਸਤ ਨਾਲ ਹੈਗੇ ਸੀ, ਮੈਂ ਕਿਹਾ ਇਹਨਾਂ ਨੂੰ ਜ਼ਰਾ ਅੰਦਰੂਨ ਲੈ ਚਲੋ, ਅਤੇ ਮੈਂ ਤਾਂ ਫਰੀ ਹੋ ਕੇ ਨਾ ਮੈਂ ਵੀ ਆ ਜਾਵਾਂਗਾ। ਅਤੇ ਉਹ ਫਿਰ ਮੈਂ ਇਹਨਾਂ ਨੂੰ ਉੱਧਰ ਭੇਜ ਦਿੱਤਾ। ਗੱਲ ਵੇਖ ਲਓ ਫਿਰ ਵਿੱਚੋਂ ਕਿੱਧਰ ਦੀ ਕਿੱਧਰ ਨਿਕਲ ਗਈ ਹੈ। ਰਾਤ ਨੂੰ ਜਾਗਣ ਵਾਲੇ ਆ ਅਤੇ ਐਕਸਪਲੋਰ ਕੀਤਾ, ਅਤੇ ਕੀ ਕੀਤਾ ਕੀ ਨਹੀਂ ਕੀਤਾ, ਕੀ ਕਰੀਏ, ਕੁਛ ਨਹੀਂ ਕੀਤਾ, ਬਿਲਕੁਲ ਕੁਛ ਨਹੀਂ ਕੀਤਾ। 04299 ਅਤੇ 216768 ਇਹ 2 ਨੰਬਰ ਨੇ। ਕੋਈ ਐਸੀ ਯਾਦ ਤੁਹਾਡੇ ਨਾਲ ਜੁੜੀ ਹੋਵੇ, ਜਦੋਂ ਤੁਸੀਂ ਉਹਨੂੰ ਉਸ ਨੂੰ ਚੇਤੇ 'ਚ ਲਿਆਓ ਅਤੇ ਤੁਸੀਂ ਬਹੁਤ ਖੁਸ਼ ਹੋ ਜਾਵੋ ਜਾਂ ਬਹੁਤ ਉਦਾਸ ਹੋ ਜਾਵੋ, ਇੰਤਹਾਈ ਕੰਡੀਸ਼ਨ ਹੋਵੇ। ਅਤੇ ਅਗਰ ਤੁਹਾਡੇ ਜ਼ਿਹਨ 'ਚ ਕੋਈ ਐਸੀ ਗੱਲ ਹੈ ਤਾਂ ਜ਼ਰੂਰ ਆ ਕੇ ਤੁਸੀਂ ਕਾਲ ਕਰੋਗੇ, ਅਸੀਂ ਗੱਪਸ਼ਪ ਲਵਾਂਗੇ ਤੁਹਾਡੀ ਉਸ ਯਾਦ ਦੇ ਨਾਲ, ਉਹਨੂੰ ਥੋੜ੍ਹੀ ਦੇਰ ਆਪਣੇ ਕੋਲ ਬਿਠਾਵਾਂਗੇ, ਉਹਦੀ ਫੀਲਿੰਗ ਲੈਣੀ ਹੈ ਤੁਸੀਂ। ਹਾਂ, ਪਤਾ ਲੱਗ ਜਾਏਗਾ ਕਿ ਉਹ ਤੁਹਾਡੀ ਬਹੁਤ ਖੁਸ਼ ਕਰ ਦੇਣ ਵਾਲੀ ਹੈ ਜਾਂ ਉਦਾਸ ਕਰ ਦੇਣ ਵਾਲੀ ਹੈ, ਕਿਸ ਤਰ੍ਹਾਂ ਦੀ ਹੈ। ਅਸੀਂ ਕੁਛ ਯਾਦਾਂ ਵੀ ਤਾਂ ਸਾਡੇ ਨਾਲ ਕੁਛ ਜੁੜੀਆਂ ਹੁੰਦੀਆਂ ਨੇ ਨਾ, ਔਰ ਉਹਨਾਂ ਯਾਦਾਂ ਦੇ ਨਾਲ ਬਹੁਤ ਸਾਰੀਆਂ ਸ਼ਖਸੀਅਤ ਜੁੜੀਆਂ ਹੁੰਦੀਆਂ ਨੇ, ਬਹੁਤ ਸਾਰੀਆਂ ਹਸਤੀਆਂ ਜੁੜੀਆਂ ਹੁੰਦੀਆਂ ਨੇ, ਜੋ ਅਸਲ ਵਿੱਚ ਉਹਨਾਂ ਦਾ ਸਦਕਾ ਜਾਂ ਉਹਨਾਂ ਦਾ ਵਸੀਲਾ ਹੀ ਉਹ ਯਾਦ ਹੁੰਦੀ ਹੈ, ਜਿਹੜੀ ਪੂਰਾ ਇੱਕ ਆਪਣਾ ਵਜੂਦ ਰੱਖਦੀ ਹੈ। ਕਦੀ ਕਦੀ ਨਾ ਕੁਛ ਸ਼ਖਸੀਅਤ ਨੂੰ ਅਸੀਂ ਜ਼ਿਹਨ 'ਚ ਲਿਆਈਏ ਅਤੇ ਖੁਸ਼ਬੂ ਵੀ ਸਾਨੂੰ ਆਉਣਾ ਸ਼ੁਰੂ ਹੋ ਜਾਂਦੀ ਹੈ। ਯਾਨੀ ਉਹ ਜਿਹੜੀ ਫਰੈਗਰੈਂਸ ਜਿਹੜੀ ਉਹ ਲਾਉਂਦੇ ਸਨ, ਖੁਸ਼ਬੂ ਲਾਉਂਦੇ ਸਨ, ਉਹ ਬਕਾਇਦਾ ਮਹਿਸੂਸ ਹੁੰਦੀ ਹੈ, ਤੁਸੀਂ ਉਹਨੂੰ ਫੀਲ ਕਰਦੇ ਹੋ। ਇਹਦਾ ਮਤਲਬ ਇਹ ਉਸ ਯਾਦ ਦਾ ਪੂਰਾ ਇੱਕ ਵਜੂਦ ਹੁੰਦਾ ਹੈ, ਤੁਹਾਡੇ ਕੋਲ ਆ ਕੇ ਬਣਦੀ ਹੈ। ਵੀ ਮੈਂ ਚੋਰੀ ਤੇਰਾ ਨਾਂ ਲੈਂਦੀ ਹਾਂ, ਇੰਝ ਲੱਗਦਾ ਮੈਂ ਤੇਰੇ ਕੋਲ ਆ ਬੈਠੀ ਹਾਂ, ਇਹ ਯਾਦ ਇਹਦਾ ਇੱਕ ਦੋਵੇਂ ਹੁਣ ਲਾਈਨਾਂ, ਅਤੇ ਮੈਂ ਵੇਖਣਾ ਹੈ ਜੀ ਕਿਹੜੇ ਸੱਜਣ ਪਿਆਰੇ ਔਰ ਕੀ ਫਰਮਾ ਰਹੇ। ਜੀ अस्सलाम वालेकुम।
ਕੀ ਹਾਲ ਚਾਲ ਹੈ? ਜੀ ਮੈਂ ਠੀਕ ਹਾਂ। ਆਪਣਾ ਨਾਮ ਦੱਸੋਗੇ? ਮੁਹੰਮਦ ਖਾਲਿਦ ਮੁਹੰਮਦ ਖਾਲਿਦ ਕਿੱਥੋਂ ਗੱਲ ਕਰ ਰਹੇ ਨੇ? ਸਰ ਲਾਹੌਰੋਂ। ਅੱਛਾ ਖਾਲਿਦ, ਮੈਨੂੰ ਇਹ ਦੱਸੋ ਕੋਈ ਤੁਹਾਡੀ ਯਾਦ ਐਸੀ ਤੁਹਾਡੀ ਜ਼ਿੰਦਗੀ ਦੀ? ਯਾਦਾਂ ਤੇ ਬੜੀਆਂ ਨੇ ਜਿਹੜੀਆਂ ਭੁੱਲੀਆਂ ਹੀ ਨਹੀਂ ਜਾਂਦੀਆਂ। ਭੁੱਲੀਆਂ ਨਹੀਂ ਜਾਂਦੀਆਂ? ਕੋਈ ਇੱਕ ਸੁਣਾ ਦਿਓ। ਤੁਹਾਡੇ ਕੋਲ ਬੜੀਆਂ ਨੇ ਤੇ ਕੋਈ ਇੱਕ ਸੁਣਾ ਦਿਓ। ਯਾਦਾਂ ਇਹ ਨੇ, ਵਿਆਹ ਕੀਤਾ ਸੀ, ਬੁੱਢੀ ਛੱਡ ਕੇ ਚਲੀ ਗਈ। ਓਏ ਹੋਏ ਹੋਏ ਹੋਏ। ਉਹ ਤਾਂ ਵਾਕਈ ਨਹੀਂ ਭੁੱਲੀ ਜਾਂਦੀ, ਯਕੀਨ ਮੰਨ ਲਓ। ਛੱਡ ਕੇ ਤੁਹਾਡੀ ਰਾਤ ਦੇ 3 ਵਜ ਜਾਂਦੇ ਨੇ, 4 ਵਜ ਜਾਂਦੇ ਨੇ। ਅੱਛਾ ਖਾਲਿਦ, ਉਹ ਤੁਹਾਡੀ ਬੀਵੀ ਸੀ? ਬੀਵੀ ਤੁਹਾਨੂੰ ਛੱਡ ਕੇ ਚਲੀ ਗਈ ਹੈ? ਹਾਂਜੀ ਹਾਂਜੀ। ਓਏ ਮੇਰੇ ਰੱਬਾ, ਕਿਉਂ? ਹਾਂ ਫਿਰ ਮਾਂ ਪਿਓ ਤੁਹਾਨੂੰ ਪਤਾ ਹੀ ਹੈ। ਮਾਂ ਪਿਓ ਮੈਨੂੰ ਕਿਹੜਾ ਹੁੰਦਾ ਨਾ ਲਵ ਮੈਰਿਜ ਗਿਆ। ਆਹਾ, ਇਹ ਤਾਂ ਫਿਰ ਤੋੜ ਨਹੀਂ ਨਾ ਚੜਦਾ। ਕਿਉਂ ਨਹੀਂ ਚੜਦਾ? ਬਸ ਉਹ ਜਿੰਨਾ ਚਿਰ ਮੇਰੇ ਕੋਲ ਰਹੀ ਹੈ 2 ਸਾਲ, ਯਾਨੀ ਕਿ ਫਿਰ ਮਾਂ ਪਿਓ ਨੂੰ ਮਿਲਣ ਗਈ, ਉਹਨਾਂ ਨੇ ਬਿਠਾ ਲਿਆ, ਉਹਨਾਂ ਕੇ ਚਲੋ ਹੁਣ ਨਹੀਂ ਜਾਣਾ, ਉਹਨੇ ਕਿਹਾ ਠੀਕ ਹੈ ਨਹੀਂ ਜਾਂਦੇ। ਅੱਛਾ, ਉਹ ਫਿਰ ਲਵ ਤੇ ਕੋਈ ਨਹੀਂ ਸੀ ਨਾ? ਉਹ ਤੇ ਐਵੇਂ ਕੋਈ ਨਾ, ਇਹ ਤੇ ਗੱਲ ਵਾਕਈ ਸਹੀ ਹੈ। ਉਹ ਤੇ ਫਿਰ ਟਾਈਮ ਪਾਸ ਸੀ, ਵਕਤ ਗੁਜ਼ਾਰਾ ਸੀ। ਐਸੇ ਹੀ ਐਸੇ ਹੀ। ਅੱਛਾ, ਇਹ ਵੀ ਹੋ ਸਕਦਾ ਨਾ ਖਾਲਿਦ, ਤੁਹਾਡੇ ਨਾਲ ਜ਼ਾਹਿਰ ਹੈ ਉਹਨੇ ਸ਼ਾਦੀ ਕੀਤੀ ਹੈ, ਮਾਂ ਪਿਓ ਕੋਲੋਂ ਬਾਗੀ ਹੋ ਕੇ ਤੁਹਾਡੇ ਨਾਲ ਸ਼ਾਦੀ ਕੀਤੀ ਸੀ ਉਹਨੇ, ਹੈਨਾ? ਹਾਂਜੀ ਐਸੇ ਹੀ ਹੈ। ਤੇ ਜੋ ਉਹਨੇ ਸੋਚਿਆ ਹੋਵੇ ਅੱਗੋਂ ਤੁਹਾਡੇ, ਤੁਸੀਂ ਉਹਦੀਆਂ ਤਵੱਕੁਆਤ ਨਾ ਪੂਰੀਆਂ ਕੀਤੀਆਂ ਹੋਣ, ਇਹ ਤੇ ਅਸਲ 'ਚ ਲਵ ਗਿਵ ਐਂਡ ਟੇਕ ਹੈ ਨਾ, ਕਿ ਅਸੀਂ ਕੁਝ ਚੀਜ਼ਾਂ ਨੂੰ ਜ਼ਿਹਨ 'ਚ ਰੱਖ ਕੇ ਕਰਨੇ ਆ, ਔਰ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਜ਼ਾਹਿਰ ਹੈ ਉਹ ਤੋੜ ਨਹੀਂ ਛੱਡਦਾ ਕੰਮ। ਇੰਜ ਵੀ ਹੋ ਸਕਦਾ ਕੁਝ। ਬੰਦੇ ਦੇ ਵੀ ਆਉਂਦੇ ਨਾ। ਤੁਸੀਂ ਮਤਲਬ ਕੋਈ ਐਸੇ ਉਹਦੇ ਨਾਲ ਕਾਲ ਕਰਾਰ ਕੀਤੇ ਹੋਣ, ਵਾਅਦੇ ਕੀਤੇ ਹੋਣ, ਔਰ ਉਹ ਪੂਰੇ ਨਾ ਹੋਏ ਹੋਣ? ਜੋ ਬੰਦਾ ਕੀ ਕਰੇ, ਵਾਅਦੇ ਨਾ ਪੂਰੇ ਕਰ ਸਕੇ ਤੇ ਕਿੱਥੇ ਜਾਵੇ? ਤੇ ਫਿਰ ਉਹ ਕਰੇ ਹੀ ਨਾ। ਜਿਹੜੇ ਪੂਰੇ ਨਾ ਕਰ ਸਕੇ ਉਹ ਕਰਨੇ ਨਹੀਂ ਚਾਹੀਦੇ। ਕਰਨਾ ਨਹੀਂ ਚਾਹੀਦਾ, ਇਹ ਤੇ ਗੱਲ ਹਕੀਕਤ ਹੈ। ਅੱਛਾ ਖਾਲਿਦ, ਆਪਣਾ ਕੋਈ ਕਿੰਨਾ ਚਿਰ ਤੁਹਾਡੀ ਬੀਵੀ ਤੁਹਾਡੇ ਨਾਲ ਰਹੀ? 2 ਸਾਲ। 2 ਸਾਲ। ਅੱਛਾ, ਉਹਦੇ 'ਚ ਤੁਹਾਡੇ ਵਾਲਿਦੈਨ ਦੀ ਮਰਜ਼ੀ ਸ਼ਾਮਲ ਸੀ? ਨਹੀਂ ਨਹੀਂ ਨਹੀਂ। ਨਾ ਉਹਦੇ ਨਾ ਤੁਹਾਡੇ? ਹਾਂਜੀ। ਤੇ ਤੁਸੀਂ ਰਹਿੰਦੇ ਕਿੱਥੇ ਸੋ? ਅਸੀਂ ਤਾਂ ਪਤਾ ਤੁਸੀਂ ਮਤਲਬ ਪਾਕਪਤਨ ਦੇ ਹੋ? ਜੀ ਜੀ। ਤੇ ਉਹ ਤੁਹਾਡੀ? ਇਹ ਤਾਂ ਅਹਿਮਦਪੁਰ ਦੇ, ਬਾਵਲਪੁਰ ਵਾਲੀ ਸਾਈਡ ਦੇ। ਅੱਛਾ, ਬਾਵਲਪੁਰ ਦੇ, ਲੇਕਿਨ ਰਹਿੰਦੇ ਤੁਸੀਂ ਪਾਕਪਤਨ ਸੋ? ਹਾਂਜੀ ਹਾਂਜੀ। ਅੱਛਾ ਅੱਛਾ। ਇਸ ਨਾਲ ਖਾਲਿਦ, ਜਦੋਂ ਤੁਹਾਡੀ ਸ਼ਾਦੀ ਹੋਈ ਹੈ ਤੇ ਤੁਸੀਂ ਅਲੱਗਾ ਰਹਿੰਦੇ ਸੋ ਜਾਂ ਫਿਰ ਵਾਲਿਦੈਨ ਦੇ ਨਾਲ ਹੀ, ਮਾਂ ਪਿਓ ਦੇ ਨਾਲ ਹੀ? ਨਹੀਂ, ਕਿਸੇ ਨੂੰ ਤਾਂ ਪਤਾ ਹੀ ਨਹੀਂ ਹੈਗਾ ਸੀ। ਅੱਛਾ, 2 ਸਾਲ ਗੁਪਤ ਰਹਿੰਦੇ ਰਹੇ ਹੋ? ਗੁੰਮਸ਼ੁਦਾ, ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿ ਕਿੱਥੇ ਨੇ ਕਿੱਥੇ ਨਹੀਂ। ਉਹ ਤੇਰੀ ਖੈਰ ਹੋ ਜਾਏ। ਇੱਕ ਕੁੜੀ ਪੈਦਾ ਹੋਈ ਸੀ, ਉਹ ਫੌਤ ਹੋ ਗਈ। ਫਿਰ ਮੁੰਡਾ ਪੈਦਾ ਹੋਇਆ, ਉਹ ਫੌਤ ਹੋ ਗਿਆ। ਓਹੋ, ਮਿਸਕੈਰੇਜ ਹੋ ਗਿਆ? ਮਿਸਕੈਰੇਜ ਨਹੀਂ ਹੋਇਆ, ਬਲਕਿ ਮਤਲਬ ਪੈਦਾਇਸ਼ ਤੋਂ ਬਾਅਦ ਫੌਤ ਹੋਏ ਹੋ? ਹਾਂਜੀ ਹਾਂਜੀ। ਤੇ ਨਹੀਂ, ਉਹ ਜਿੰਨਾ ਚਿਰ ਤੁਹਾਡੇ ਨਾਲ ਰਹੀ ਖੁਸ਼ ਰਹੀ ਹੈ? ਆਹ ਜਿੰਨਾ ਚਿਰ ਰਹੀ ਵੀ ਸਹੀ ਸੀ। ਕਹਿੰਦੀ ਮੈਂ ਜਾਣਾ ਮੈਂ ਦੇਖ ਲਓ ਜੀ, ਮੈਂ ਤਾਂ ਤੁਹਾਨੂੰ ਨਹੀਂ ਰੋਕ ਸਕਦਾ, ਤੇਰਾ ਮਾਂ ਪਿਓ ਹੈ, ਮੈਂ ਕਿਦੋਂ ਕਿਸ ਤਰ੍ਹਾਂ ਮਨਾ ਕਰ ਸਕਦਾ? ਅੱਛਾ। ਤੇ ਮੈਂ ਕਿਹਾ ਜਾਣਾ ਤੇ ਬੇਸ਼ੱਕ ਜਾ ਸਕਦੀ ਹਾਂ, ਮੈਂ ਤੈਨੂੰ ਇਹ ਨਹੀਂ ਕਹਾਂਗਾ ਕਿ ਤੂੰ ਨਾ ਜਾ। ਉਹ ਗਈ ਹੈ ਤੇ ਕਹਿੰਦੀ ਜੀ ਉਹ ਨਹੀਂ ਆਉਂਦੇ। ਮੈਂ ਕਿਹਾ ਠੀਕ ਹੈ, ਜਦੋਂ ਆਉਂਦਾ ਮੈਂ ਤੇ ਆ ਜੀ। ਨਹੀਂ ਆਣ ਨਹੀਂ ਦਿੰਦੇ ਮਤਲਬ? ਤੂੰ ਫਿਰ ਲੈਣ ਵੀ ਨਹੀਂ ਗਿਆ? ਨਹੀਂ ਮੈਂ ਨਹੀਂ ਗਿਆ। ਇਹ ਤੇ ਯਾਰ ਕੋਈ ਚੰਗੀ ਗੱਲ ਨਹੀਂ ਹੈਗੀ, ਕੋਈ ਮਰਦਾਂ ਵਾਲੀ ਗੱਲ ਤੇ ਨਾ ਹੋਈ। ਉਹ ਬੋਸ ਦੀ, ਮੈਂ ਉਹਨਾਂ ਦੇ ਬੂਹੇ ਤੇ ਕਿਸ ਤਰ੍ਹਾਂ ਜਾਵਾਂ? ਕਿਵੇਂ? ਤੂੰ, ਤੇਰੀ ਬੀਵੀ ਹੈ ਹੁਣ ਉਹ? ਤੂੰ ਕਾਨੂੰਨੀ ਤੌਰ ਤੇ ਵੀ ਲੈ ਸਕਦੀ? ਮੈਂ ਕਾਲ ਕੀਤੀ ਸੀ, ਮੈਂ ਕਿਹਾ ਯਾਰ ਕੋਈ ਕਹਿੰਦੇ ਜੇ ਤੇ ਮੈਂ 2-3 ਬੰਦੇ ਲੈ ਕੇ ਆਣਾ ਤੁਹਾਡੇ ਕੋਲ। ਮੈਨੂੰ ਕਹਿੰਦੇ ਤੇਰਾ ਸਾਰਾ ਬੈਂਕ ਕੀ ਹੈ? ਨਹੀਂ, ਲਿੰਕ ਉਹਨਾਂ ਕੋਲ ਤੁਹਾਡਾ ਮੇਰਾ ਕੋਈ ਲਿੰਕ ਨਹੀਂ ਹੈ, ਲੇਕਿਨ ਉਹ ਮੇਰੀ ਬੀਵੀ, ਉਹਦੇ ਨਾਲ ਤੇ ਲਿੰਕ ਹੈ ਨਾ। ਮੈਂ ਕਿਹਾ ਕਹਿੰਦੇ ਉਹ ਤਾਂ 1 ਮਹੀਨਾ ਰਹਿ ਗਿਆ ਸੀ, ਤਲਾਕ ਲੈ ਕੇ ਅੱਗੇ ਦੇ ਦੇਣੀ ਹੈ। ਮੈਂ ਕਿਹਾ ਚਲੋ। ਫੋਨ ਕੀ ਹੋਇਆ, ਫਿਰ 10-15 ਦਿਨ ਗੁਜ਼ਰੇ ਨੇ, ਉਹਨਾਂ ਅੱਗੇ ਤੋੜ ਦਿੱਤੀ। ਨਹੀਂ ਤੇ ਤੂੰ ਤਲਾਕ ਦੇ ਦਿੱਤੀ? ਉਹਨਾਂ ਨੇ ਖੁਦ ਹੀ ਲੈ ਲਈ ਸੀ। ਉਹ ਚਾਚਾ, ਉਹਨਾਂ ਨੇ ਖੁਦ ਲੈ ਲਈ ਸੀ? ਉਹਨਾਂ ਦੀ ਮਰਜ਼ੀ ਨਾਲ ਤੂੰ ਪਹਿਲੇ ਲਿਆਇਆ ਸਾਂ ਕੁੜੀ ਨੂੰ? ਕਿਹਨਾਂ ਦੀ? ਬਈ ਆਪਣੀ ਮਰਜ਼ੀ ਨਾਲ ਉਹ ਆਈ ਸੀ ਨਾ, ਤੁਸੀਂ ਸ਼ਾਦੀ ਕੀਤੀ ਹੈ? ਆਪਣੀ ਮਰਜ਼ੀ ਨਾਲ ਆਈ ਤੇ ਆਪਣੀ ਮਰਜ਼ੀ ਨਾਲ ਹੀ ਗਈ। ਯਾਰ ਅਜੀਬ ਬੰਦਾ ਵੈਸੇ, ਮੈਨੂੰ ਤੇ ਤੇਰੀ ਸਮਝ ਨਹੀਂ ਆਈ। ਦੇਖੋ ਮੇਰੀ ਗੱਲ ਸੁਣੋ, ਉਹ ਆਈ ਹੈ ਨਾ, ਉਹਨੇ ਮਾਂ ਪਿਓ ਨੂੰ ਨਹੀਂ ਦੱਸਿਆ ਹਾਂ ਕਿ ਮੈਂ ਜਾ ਰਹੀ ਹਾਂ, ਇੱਥੇ ਆ ਗਈ ਹੈ। ਹਾਂ। ਜਦੋਂ ਮੇਰੇ ਕੋਲ ਗਈ ਉਹਨੇ ਮੈਨੂੰ ਵੀ ਨਾ ਦੱਸਿਆ ਕਿ ਮੈਂ ਜਾ ਰਹੀ ਹਾਂ। 2-3 ਦਿਨ ਪਹਿਲੇ ਕਹਿੰਦੀ ਰਹੀ ਮੈਂ ਜਾਣਾ। ਮੈਂ ਕਿਹਾ ਜਦੋਂ ਤੇਰਾ ਦਿਲ ਕਰੇ ਤੂੰ ਜਾ ਸਕਦੀ, ਮੈਂ ਤੈਨੂੰ ਨਹੀਂ ਮਨਾ ਕਰਾਂ। ਨਹੀਂ, ਫਿਰ ਤੂੰ ਵੀ ਕੋਈ ਬੰਦਿਆਂ ਵਾਲੀ ਨਹੀਂ ਕੀਤੀ ਯਾਰ, ਮੈਨੂੰ ਚਸ ਨਹੀਂ ਆਈ ਤੇਰੀ ਗੱਲ ਦੀ।
ਮੈਂ ਹੁਣ ਕਿਸ ਤਰ੍ਹਾਂ ਮਨਾ ਕਰਦਾ ਬੋਸ? ਬਈ ਮਨਾ ਕਿਸ ਤਰ੍ਹਾਂ, ਬੀਵੀ ਹੈ, ਉਹਦੇ ਹੱਕ ਹਕੂਕ ਪੂਰੇ ਕਰਨਾ ਸਾਈਆਂ, ਉਹਦੇ ਜ਼ਾਹਿਰ ਹੈ ਵਿਚਾਰੀ ਤੰਗ ਹੋ ਗਈ ਨਾ, ਜੋ ਅਗਰ ਉਹ ਵਾਪਸ ਨਹੀਂ ਆਈ, ਅਗਰ ਉਹ ਪਹਿਲੇ ਬਗੈਰ ਦੱਸਿਆ ਆ ਗਈ ਸੀ ਨਾ, ਸਹੀ ਗੱਲ। ਤੂੰ ਉਹਦਾ ਦਿਲ ਜਿੱਤਿਆ ਹੁੰਦਾ, ਉਹ ਜੋ ਮਤਲਬ ਕਿ ਇੱਕ ਤੁਹਾਡਾ ਆਪਸੀ ਜ਼ਿਹਨੀ ਜੁੜਤ ਹੁੰਦੀ ਤੇ ਉਹ ਹੁਣ ਵੀ ਆ ਸਕਦੀ ਸੀ, ਅਗਰ ਉਹ ਪਹਿਲੇ ਆ ਗਈ ਹੈ ਤੇ ਹੁਣ ਵੀ ਆ ਸਕਦੀ ਸੀ। ਇਹ ਤੇ ਗੱਲ ਹੈ, ਪਹਿਲੇ ਨਵਾਂ ਬਹੁਤ ਪਿਆਰ ਸੀ, ਹੁਣ ਪਿਆਰ ਥੋੜਾ ਪੁਰਾਣਾ ਹੋ ਗਿਆ। ਪਿਆਰ ਕੀ ਹੈ, ਹੁਣ ਮੈਂ ਕੀ ਕਹਾਂ ਯਾਰ, ਆਉਣੀਆਂ ਰਹਿ ਗਈਆਂ ਮੇਰੇ ਕੋਲ, ਲਫ਼ਜ਼ ਬਹੁਤ ਪੈਦਾ ਹੋਇਆ ਸੀ। ਚੱਲ ਖਾਲਦ ਠੀਕ ਹੈ, ਤੂੰ ਵੀ ਉਹ ਜਿਵੇਂ ਉਹ ਮਤਲਬ ਅੱਗੇ ਕਿਸੇ ਨਾਲ ਵਿਆਹੀ ਗਈ ਹੋਰ, ਫਿਰ ਤੂੰ ਉਹ ਨਵਾਂ ਸਿਲਸਿਲਾ ਸ਼ੁਰੂ ਕਰ ਲਏਗਾ, ਤੂੰ ਵੀ ਕਿਸੇ ਹੋਰ ਨੂੰ ਵਿਆਹ ਲਿਆਏਗਾ, ਇੰਝ ਹੀ ਹੈ ਨਾ? ਨਹੀਂ ਮੇਰੀ ਤਾਂ ਹੋਈ ਪਈ ਹੈ, ਬੱਚਾ ਕੇ ਘਰ ਮੰਗਣੀ ਹੋਈ ਹੈ। ਹਾਏ ਹੋਈ ਪਈ ਹੈ, ਇਹ ਤੋਂ ਬਾਅਦ ਇਨਸ਼ਾਅੱਲਾ। ਕੀ ਬਾਤ ਹੈ, ਇੱਕੋ ਜਿਹੀ ਜੇ। ਅੱਲਾ ਦੇ ਹੁਕਮ ਨਾਲ। ਹਾਂ ਹੁਕਮ ਨਾਲ, ਹੁਕਮ ਅੱਲਾ ਦਾ ਹੀ ਤੁਸੀਂ ਰੱਖਣਾ ਹੈ, ਆਪਣੀ ਕੋਈ ਗੱਲਬਾਤ ਨਹੀਂ ਰੱਖਣੀ। ਚਲੋ ਖੈਰ ਹੋਵੇ ਤੁਹਾਡੀ, ਸਲਾਮਤ ਰਹੋ। ਆਪ ਵੀ ਕਦੀ ਸੋਚ ਲਿਆ ਕਰੋ, ਅੱਲਾ ਚੰਗੀਆਂ ਹੀ ਕਰਦਾ ਹੈ, ਅੱਲਾ ਤੁਹਾਨੂੰ ਚੰਗੀ ਮੱਤ ਦਿੰਦਾ ਹੈ। ਹੁਣ ਕਰ ਕਰਾ ਕੇ ਜੋ ਤੁਹਾਡੇ ਕੋਲੋਂ ਨਾ ਹੋ ਪਾਵੇ ਜਾਂ ਕੋਈ ਮਾੜਾ ਹੋ ਜਾਵੇ ਤੇ ਫਿਰ ਅਸੀਂ ਕਹਿੰਦੇ ਚਲੋ ਅੱਲਾ ਵੱਲੋਂ ਲਿਖਿਆ ਸੀ ਜਾਂ ਹੁਕਮ ਅੱਲਾ ਦਾ, ਫਿਰ ਹੈ ਇੰਝ ਹੈ। ਕਿੱਥੇ ਰਹਿ ਰਹੇ ਆ ਅੱਜ ਕੱਲ? ਸਕੀਮ ਮੋੜ। ਤੇ ਇੱਥੇ ਕੰਮ ਕੀ ਕਰਦੇ? ਸਾਰਾ ਆਪਾਂ ਫੁੱਲਾਂ ਦਾ ਕੰਮ ਕਰੀਦਾ, ਡੈਕੋਰੇਸ਼ਨ, ਫਲਾਵਰਿੰਗ। ਅੱਛਾ ਅੱਛਾ ਅੱਛਾ। ਤੇ ਹੁਣ ਮਤਲਬ ਸ਼ਾਦੀ ਕਰਨ ਵਾਸਤੇ ਫਿਰ ਜਾਣਾ ਹੈ, ਬਹਾਵਲ ਨਗਰ ਜਾਣਾ ਹੈ? ਹਾਂਜੀ ਪਿੰਡ ਬਹਾਵਲਪੁਰ ਦੱਸਿਆ ਕਿ ਬਹਾਵਲ ਨਗਰ? ਬਹਾਵਲਪੁਰ। ਤੇ ਉਹਨੂੰ ਫਿਰ ਨਾਲ ਲੈ ਆਉਣਾ? ਨਹੀਂ ਉਹ ਉੱਥੇ ਰਹਿਣਗੇ। ਤੇ ਉਹਨੂੰ ਪਤਾ ਹੈ ਉਹ ਜਿਹੜੀ ਕੀ ਪਤਰੇਰ ਹੈ ਕਿ ਮਸੇਰ ਹੀ? ਚਾਚੇ ਦੀ ਧੀ। ਚਾਚੇ ਦੀ ਧੀ ਪਤਰੇਰ ਹੈ ਨਾ? ਹਾਂਜੀ ਹਾਂਜੀ। ਹਾਂ ਚਲ ਖਾਲਦ ਖੁਸ਼ ਰਹੋ ਯਾਰ, ਠੀਕ ਹੈ। ਯਾਦ ਰੱਖਣਾ। ਮੈਂ ਤੇ ਬਹੁਤ ਹੀ ਕਰਨੀਆਂ ਤੇਰੇ ਲਈ। ਰੱਬ ਰੱਖ। एक रंग सुनने यार सब्सक्राइब करती है क्लासिक टाइम यूसुफ पंजाबी ਤੁਹਾਡੇ ਨਾਲ, क्लासिक टाइम यूसुफ पंजाबी ਤੁਹਾਡੇ ਨਾਲ। और साढ़े बहुत सारे मित्र प्यारे ने, अरबाब अली बहुत मेहरबानी, सलामत रहो, खुश रहो जनाब। फाजिल शहजाद खोखर जी बिस्मिल्लाह जी नो, सलामत रहो। और मोहम्मद एम इकबाल चाचड़, अज को लाल बेड़ा तारे गरीब बन जा, लाल बेड़ा तारी तो गरीब बन जा। ठीक चाचड़ साहब। लाहौर दा रांझा सब दा सांझा, वालेकुम अस्सलाम रांझिया की हाल है? अच्छा जी, ते सज्जणा नूं पुछ लईए की फरमाउंदे? जी अस्सलाम वालेकुम। वालेकुम अस्सलाम रहमतुल्लाहि व बरकातहू। ओ मशाल आ गई है। बिल्कुल। की हाल है? अल्हम्दुलिल्लाह जी बिल्कुल ठीक। वधिया ते बड़ा वधिया हो गया। प्रोग्राम तो पहले भी बहुत वधिया और बड़ा अच्छा लग रहा है कि फिर ज्यादा पे गल होवे और फिर ट्रैवलिंग पे मतलब अच्छा, वैसे जिंदगी से हमेशा मैंने सफर करना अच्छा लगा और बड़ा कुछ तुसी कंसीव कर दियो बहुत सारा ਜਿਹੜਾ ਨਾ ਜਿਵੇਂ ਫਕੀਰ ਲੋਕ ਵੀ ਕਹਿੰਦੇ ਨੇ ਕਿ ਅਸਲ 'ਚ ਦੁਨੀਆ ਇੱਕ ਕਿਤਾਬ ਹੈ ਔਰ ਇਹਨੂੰ ਤੁਸੀਂ ਪੜ੍ਹੋ ਤੇ ਉਹ ਇਸੇ ਤਰ੍ਹਾਂ ਹੀ ਪੜ੍ਹਿਆ ਜਾਂਦਾ ਨਾ ਜਿਵੇਂ ਅਸੀਂ ਸਫ਼ਰ ਕਰਨੇ ਆ ਔਰ ਕਿਸੇ ਜਗ੍ਹਾ ਨੂੰ ਐਕਸਪਲੋਰ ਕਰਨਾ ਹੈ, ਕਿਤੇ ਖਲੋਣਾ ਹੈ, ਕਿਤੇ ਬੈਠਣਾ ਹੈ। ਤੇ ਕੋਈ ਮੇਰੇ ਵਰਗੇ ਰੱਟੂ ਤੋਤੇ ਹੁੰਦੇ ਨੇ, ਉਹ ਰੱਟੇ ਰੁੱਟੇ ਮਾਰ ਕੇ ਅੱਗੇ ਲੰਘ ਜਾਂਦੇ। ਮਤਲਬ ਨਹੀਂ ਇੰਝ ਵੀ ਹੁੰਦਾ ਹੈ ਨਾ ਕਿ ਅਸੀਂ ਮਿੱਥਿਆ ਹੋਇਆ ਹੈ ਕਿ ਅਸੀਂ ਮਰੀ ਜਾਣਾ ਹੈ और फलां होटल च जाके ठहरना है, एक मिथी हुई चीज़ है ना। तो फिर इंज नक दी लकीर ते जाओ जी, उत्थे जाके ठहरो, समान समून रखो और शाम नूं बाज़ार दे विच निकलो और पोस्ट ऑफिस के कोल जाके बह जावो, उत्थे चाह शाह पियो, उरले पासे आ जावो, फिर इंज मतलब ऐ सारा मिथ्या होया मतलब तुसी हुण ते खैर अल्हम्दुलिल्लाह बड़ा आसान सफ़र हो गया। एक टाइम से बड़ा मुश्किल होंदा सी जदों ਤੁਹਾਡੇ ਕੋਲ ਕੁਝ ਵੀ ਨਹੀਂ ਸੀ ਔਰ ਤੁਸੀਂ ਆਪੋ ਆਪ ਆਪਣੀ ਕੋਸ਼ਿਸ਼ ਤੇ ਸਾਰਾ ਕੁਝ ਕਰਦੇ ਸੋ, ਲੱਭਦੇ ਸੋ ਔਰ ਫਿਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੇਖ ਕੇ ਖੁਸ਼ੀ ਵੀ ਹੁੰਦੀ ਸੀ ਔਰ ਫਿਰ ਦੂਸਰਿਆਂ ਨੂੰ ਵੀ ਦੱਸੀਦਾ ਸੀ। ਹੁਣ ਇਤਨਾ ਅਸੀਂ ਫਾਸਟ ਹੋ ਗਏ ਕਿ ਸਾਨੂੰ ਸਭ ਕੁਝ ਤੇ ਸਾਡੇ ਹੱਥ ਹੁੰਦਾ, ਲੇਕਿਨ
ਸਾਰਾ ਕੁਝ ਹੱਥ ਹੁੰਦੇ ਵੀ ਕੁਝ ਵੀ ਨਹੀਂ ਹੁੰਦਾ। ਅਸੀਂ ਸਾਡੀ ਇੱਕ ਸੋਚ ਹੁੰਦੀ ਹੈ ਕਿ ਸਾਡੇ ਹੱਥ ਵਿੱਚ ਹੈ, ਲੇਕਿਨ ਅਸਲ ਵਿੱਚ ਅਸੀਂ ਗੌਰ ਕਰਨੇ ਆ ਤੇ ਕੁਝ ਵੀ ਨਹੀਂ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ। ਇੱਕ ਉਹਦੀ ਪਲੈਨਿੰਗ ਹੁੰਦੀ ਹੈ, ਇੱਕ ਸਾਡੀ ਪਲੈਨਿੰਗ ਹੈ, ਤੇ ਅਸੀਂ ਬਹੁਤ ਦਫਾ ਆਪਣੀ ਪਲੈਨਿੰਗ ਤੇ ਬੜੇ ਖੁਸ਼ ਹੋ ਰਹੇ ਨੇ ਕਿ ਵਾਓ ਕਿਤਨਾ ਅੱਛਾ ਅਸੀਂ ਪਲਾਨ ਕਰ ਲਿਆ ਔਰ ਕਿਤਨਾ ਸਾਡੀ ਵਜ੍ਹਾ ਨਾਲ ਇਸ ਤਰ੍ਹਾਂ ਅਸੀਂ ਕਿਤਨਾ ਆਰਗੇਨਾਈਜ਼ਡ, ਕਿਤਨਾ ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਬੜਾ ਸਮਝ ਰਹੇ ਨੇ। ਯਕੀਨ ਕਰੋ ਔਰ ਜਦੋਂ ਉਹਦੀ ਉਸ ਪਲੈਨਿੰਗ ਹੁੰਦੀ ਆ ਤੇ ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਕੁਛ ਵੀ ਨਹੀਂ ਸਾਂ, एक्चुअली सिर्फ ਅਸੀਂ ਕਪੜਾ ਉਹ ਬਣਾਇਆ ਹੋਇਆ ਸੀ ਉਹਦੇ ਚੋਂ। ਔਰ ਇੱਕ ਦੇਖੋ ਹਜ਼ਰਤ ਅਲੀ ਕਰਮੁੱਲਾ ਵਜੋਂ ਦਾ ਕੌਲ ਵੀ ਹੈ ਕਿ ਮੈਂ ਆਪਣੇ ਇਰਾਦਿਆਂ ਦੇ ਟੁੱਟਣ ਤੋਂ ਖੁਦਾ ਨੂੰ ਪਹਿਚਾਣਿਆ। ਇਸ ਤਰ੍ਹਾਂ ਹੀ ਸੋ ਅਸੀਂ ਸਿਰਫ ਸੋਚ ਸਕਦੇ ਹਾਂ ਔਰ ਕੋਸ਼ਿਸ਼ ਕਰ ਸਕਦੇ ਹਾਂ, ਇਸ ਤੋਂ ਅੱਗੇ ਕੁਛ ਨਹੀਂ। ਕੋਸ਼ਿਸ਼ ਤੇ ਜਾਰੀ ਸਾਰੀ ਰਹਿਣੀ ਚਾਹੀਦੀ ਹੈ ਔਰ ਉਹਦੋਂ ਬਾਅਦ ਹੀ ਮਜ਼ਾ ਆਉਂਦਾ ਹੈ, ਉਹਦੋਂ ਬਾਅਦ ਹੀ ਮਜ਼ਾ ਆਉਂਦਾ ਹੈ, ਉਹਦੋਂ ਬਾਅਦ ਹੀ ਤੁਹਾਨੂੰ ਚਾਹ ਆਉਂਦੀ ਕਿ ਜਦੋਂ ਤੁਸੀਂ ਕੋਸ਼ਿਸ਼ ਭਰਪੂਰ ਥੱਕ ਜਾਓ, ਆਪਣੇ ਆਪ ਨੂੰ ਮੁਕਾਓ ਔਰ ਉਹਦੇ ਬਾਅਦ ਤੁਸੀਂ ਦੇਖੋ ਤੁਹਾਨੂੰ ਕਿਆ ਖੂਬਸੂਰਤ ਉਹਦਾ ਇਨਾਮ ਵੀ ਮਿਲਦਾ। ਹਾਂ ਇਹ ਤੇ ਹੈ ਕਿ ਇਹ ਵੀ ਹੈ ਨਾ ਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਲੇਕਿਨ ਅੱਛਾ ਉਹਦੇ ਚ ਇਹ ਹੁੰਦਾ ਕਿ ਜਦੋਂ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਨਾ ਤੇ ਤੁਹਾਨੂੰ ਨਦਾਮਤ ਨਹੀਂ ਹੁੰਦੀ ਜਾਂ ਤੁਸੀਂ ਯਾਨੀ ਕਿ ਮਤਲਬ ਮੈਂ ਕੁਛ ਨਹੀਂ ਕੀਤਾ। ਸੋ ਅਗਰ ਖੁਦਾ ਨਾ ਖਾਸਤਾ ਕੁਛ ਇੰਜ ਵੀ ਹੋ ਜਾਵੇ ਤੇ ਉਹਦਾ ਕੋਈ ਇੰਨਾ ਜ਼ਿਆਦਾ ਦੁੱਖ ਵੀ ਨਹੀਂ ਕਿ ਯਾਰ ਮੇਰੇ ਤਾਈਂ ਜੋ ਕੁਝ ਹੈ ਸੀ ਮੈਂ ਕਰ ਲਿਆ। ਤੁਹਾਨੂੰ ਬੜਾ ਸਕੂਨ ਮਿਲਦਾ ਕਿਉਂਕਿ ਮੇਰੀ ਜਿਤਨੀ ਮੇਰੀ ਮਤਲਬ ਐਫਰਟ ਸੀ, ਆਊਟਪੁੱਟ ਸੀ, ਮੈਂ ਪਾਤੀ ਮੇਰੀ ਹੋ ਗਈ। ਹੁਣ ਉਹਨੇ ਜੋ ਕੀਤਾ ਨਾ ਉਹ ਬਿਹਤਰੀਨ ਕੀਤਾ ਮੇਰੇ ਵਾਸਤੇ ਔਰ ਯਕੀਨ ਕਰੋ ਉਹ ਬਿਹਤਰੀਨ ਹੀ ਹੁੰਦਾ ਹੈ। ਬਹੁਤ ਬਹੁਤ ਅੱਛਾ, ਬੜਾ ਹੀ ਮਜ਼ੇਦਾਰ। ਯਕੀਨ ਕਰੋ ਉਹ ਇਸ ਤਰ੍ਹਾਂ ਖੂਬਸੂਰਤੀ ਨਾਲ ਉਹਨੂੰ ਸਾਰੇ ਕੰਮ ਨੂੰ ਇਸ ਖੂਬਸੂਰਤੀ ਤੇ ਇਸ ਅੱਛੇ ਮੋੜ ਤੇ ਲੈ ਆਂਦਾ ਕਿ ਅਸੀਂ ਬਸ ਹੈਰਾਨ ਔਰ ਪਰੇਸ਼ਾਨ ਹੋ ਜਾਂਦੇ ਕਿ ਸਾਡੇ ਨਾਲ ਕਿਸ ਤਰ੍ਹਾਂ ਹੋਇਆ। ਅਸੀਂ ਤੇ ਸੋਚ ਵੀ ਨਹੀਂ ਸਕਦੇ ਸਾਂ, ਅਸੀਂ ਤਾਂ ਕੁਛ ਹੋਰ ਕੋਸ਼ਿਸ਼ ਕਰ ਰਹੇ ਸਾਂ ਔਰ ਸਾਨੂੰ ਕਿਸ ਤਰ੍ਹਾਂ ਉਹਦੇ ਵਿੱਚੋਂ ਕੱਢ ਕੇ ਔਰ ਕਿਸ ਤਰ੍ਹਾਂ ਇੱਕ ਖੂਬਸੂਰਤ ਉਹਦੇ ਤੇ ਲੈ ਕੇ। ਤੇ ਤੁਸੀਂ ਗੱਲ ਕਰ ਰਹੇ ਸੀ ਯਾਦ ਤੇ ਯਕੀਨ ਕਰੋ ਇੱਕ ਦਫਾ ਮੇਰਾ ਜਿਹੜਾ ਲਾਸਟ ਟ੍ਰਿਪ ਸੀ ਮੇਰੀ ਕਜ਼ਨ ਦੇ ਨਾਲ, ਕਿਉਂਕਿ ਉਹ ਜਾ ਰਹੀ ਸੀ ਤੇ ਉਹਨੇ ਕਿਹਾ ਚੱਲ ਤੂੰ ਵੀ ਨਾਲ ਚੱਲ, ਕਿਉਂਕਿ ਵੀਜ਼ੇ ਸ਼ੀਜ਼ੇ ਦੀ ਪ੍ਰੋਬਲਮ ਨਹੀਂ ਹੁੰਦੀ ਇੰਗਲੈਂਡ ਤੇ ਜਾਣ ਦੀ, ਤੇ ਉਹਨੇ ਲੰਡਨ ਜਾਣਾ ਸੀ। ਤੇ ਜਦੋਂ ਸਾਡਾ ਵਾਪਸੀ ਦਾ ਟਾਈਮ ਆਇਆ ਤੇ ਅਸੀਂ ਸੋਚਿਆ ਕਿ ਅੱਜ ਰਾਤ ਅੱਛਾ ਵੈਸੇ ਟਰੈਵਲਿੰਗ ਚ ਨਾ ਜਾਗਣ ਦਾ ਮਜ਼ਾ ਆਉਂਦਾ ਕਿਸੇ ਉਸ ਦੀ ਲੌਰੀਆ ਹੋਈਏ ਨਾ ਹੋਈਏ, ਕਿਉਂਕਿ ਸਾਨੂੰ ਹੁੰਦਾ ਕਿ ਅਸੀਂ ਹੁਣ ਸਫ਼ਰ ਕਰ ਰਹੇ ਸਫ਼ਰ ਤੇ ਹੈ ਔਰ ਅਸੀਂ ਕੁਛ ਮਤਲਬ ਜਿਤਨਾ ਭਰਪੂਰ ਹੋ ਸਕੇ ਅਸੀਂ ਉਹਨੂੰ ਇੰਜੋਏ ਕਰੀਏ। ਬਿਲਕੁਲ ਠੀਕ ਹੈ, ਭਰਪੂਰ ਤਰੀਕੇ ਨਾਲ ਉਸ ਤਰ੍ਹਾਂ ਹੀ ਸੌਰੀ ਮੈਂ ਕਿਹਾ ਉਹਨੂੰ ਇੰਜੋਏ ਕਰੀਏ ਮਤਲਬ। ਹਾਂ ਨੀਂਦ ਬਸ ਅਸੀਂ ਉਹਨੂੰ ਹੀ ਲੈ ਰਹੇ ਹਾਂ ਜਿਤਨੀ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਦੁਬਾਰਾ ਫਰੈਸ਼ ਹੋ ਜਾਈਏ ਤੇ ਫਿਰ ਅਸੀਂ ਚੱਲ ਪਈ। ਮੇਰਾ ਮੰਨਣਾ ਹੈ, ਮੈਂ ਮਤਲਬ ਜਦੋਂ ਵੀ ਟਰੈਵਲ ਕਰ ਰਹੀ ਹਾਂ ਤੇ ਮੇਰਾ ਹੁੰਦਾ ਕਿ ਬਸ ਥੋੜੀ ਜਿਹੀ ਨੀਂਦ ਲਵੋ ਔਰ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਓ ਤੇ ਮਜ਼ਾ ਆਉਂਦਾ ਹੈ ਜਾ ਕੇ। ਅੱਛਾ ਤਾਂ ਕੀ ਹੋਇਆ ਕਿ ਲਾਸਟ ਸਾਡੀ ਮਤਲਬ ਸੁਬਾਹ ਜਿਵੇਂ ਫਲਾਈਟ ਸੀ ਤੇ ਅਸੀਂ ਕਿਹਾ ਕਿ ਅੱਜ ਰਾਤ ਅਸੀਂ ਨਾ ਖੂਬ ਇੱਕ ਮਤਲਬ ਜਾਣਾ ਇੱਕ ਲੰਬੀ ਸੜਕ ਉੱਥੇ ਵਾਕ ਕਰਨੀ ਔਰ ਸਾਡੀ ਬੜਾ ਇੰਜੋਏ करना, छोटी छोटी दुकानों शॉपिंग और देखना और बस लोगों में तो पैसे देखना और मजा करना। तो जी ਅਸੀਂ आई थिंक राइट अराउंड 2 o'clock ਤੇ ਇੱਕਦਮ ਜਿਹੜੀ ਸਾਡੇ ਨਾਲ ਆਂਟੀ ਕਹਿ ਲਓ ਸੀ ਉਹਨਾਂ ਦੀ ਥੋੜੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ। ਤਬੀਅਤ ਖਰਾਬ ਹੁੰਦੇ ਹੁੰਦੇ और सुबह सोचे कि कुछ घंटे बाद साड़ी फ्लाइट थी और वो ਜਿਹੜੀ ਅਸੀਂ ਬਹੁਤ ਸਾਰੀਆਂ ਯਾਦਾਂ ਔਰ ਅੱਛੀਆਂ ਯਾਦਾਂ ਦੇ ਨਾਲ ਅਸੀਂ ਆਣਾ ਚਾਹ ਰਹੇ ਸਾਰ ਹੋ ਰਿਹਾ ਸੀ ਤੇ ਇੱਕਦਮ ਪਰੇਸ਼ਾਨੀ ਹੋ ਗਈ। ਲੇਕਿਨ ਅਲਹਮਦੁਲਿਲਾ ਉੱਥੇ ਤੁਹਾਨੂੰ ਪਤਾ ਕਿ ਇੱਕਦਮ ਐਂਬੂਲੈਂਸ ਆਉਂਦੀ ਹੈ ਲੋਕ ਚਲੇ ਜਾਂਦੇ ਆ ਤੇ ਚੱਲ ਕਰ ਅਲਹਮਦੁਲਿਲਾ ਖੈਰ ਹੋ ਗਈ। ਔਰ ਅਸੀਂ ਮਤਲਬ ਕੁਝ ਘੰਟੇ ਜਿਹੜੇ ਸਾਡੇ ਸੀ ਨਾ ਉਹ ਇਸ ਤਰ੍ਹਾਂ ਲੱਗਾ ਕਿ ਹੁਣ ਸੁਬਹ ਸ਼ਾਇਦ ਅਸੀਂ ਇੱਕਦਮ ਫਲਾਈਟ ਵੀ ਮਿਸ ਕਰਨੀ ਨਾ ਪੈ ਜਾਏ ਜਾਂ ਕਿਆ ਹੋਵੇ ਨਾ ਕਿਆ। लेकिन अल्हम्दुलिल्लाह सारा बड़ा अच्छा हो गया, ठीक हो गया। लेकिन देखो थोड़ी जी परेशानी जड़ी आई और उस तो पहले ਅਸੀਂ ਜਿਹੜਾ ਮਤਲਬ ਬਿਲਕੁਲ ਸੋਚ ਵੀ ਨਹੀਂ ਸਕਦੇ ਸਾਂ ਇੱਕਦਮ ਸਾਡੇ ਨਾਲ ਇਸ ਤਰ੍ਹਾਂ ਹੋ ਜਾਏਗਾ। तो वो जब भी सोचनी है वो एक लंबी सैर और एक मजे दी और
ਯਕੀਨ ਕਰੋ ਬੜਾ ਬੜਾ ਅੱਛਾ ਫੀਲ ਜਾਂਦੀ ਹੈ। ਉਸ ਤੋਂ ਬਾਅਦ ਨਾਲ ਹੀ ਜਦੋਂ ਸੁਸੀ ਤੇ ਉਦੋਂ ਬਾਅਦ ਸਾਡੇ ਨਾਲ ਜਿਹੜਾ ਹੋਇਆ ਲੇਕਿਨ ਫਿਰ ਦੇਖੋ ਅੱਲਾ ਖੈਰ ਕਰ ਦੇਣਾ। ਤਾਂ ਬਹੁਤ ਦਫਾ ਅਸੀਂ ਘਬਰਾ ਜਾਂਦੇ ਹਾਂ, ਬਹੁਤ ਦਫਾ ਅਸੀਂ ਸੋਚਦੇ ਨੇ ਲੇਕਿਨ ਸਮਟਾਈਮ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਖੈਰ ਕਿਧਰੋਂ ਵੀ ਹੋ ਸਕਦੀ ਹੈ। ਅਸੀਂ ਜਿਹੜਾ ਸੋਚ ਰਹੇ ਹਾਂ ਕਿ ਹੁਣ ਤੇ ਪਤਾ ਨਹੀਂ ਕੀ ਹੋ ਜਾਏਗਾ, ਨਹੀਂ। ਅੱਛਾ, ਕਦੀ ਕਦੀ ਮੁਸ਼ਾਲ ਇਹ ਵੀ ਹੁੰਦਾ ਹੈ ਕਿ ਖੁਦਾ ਨਾ ਖਾਸਤਾ ਇਸ ਤਰ੍ਹਾਂ ਦਾ ਮਾਮਲਾ ਹੋ ਜਾਵੇ ਤੇ ਫਿਰ ਅਸੀਂ ਸਾਡਾ ਅੰਦਰ ਯਾਨੀ ਜਿਹਨੂੰ ਅਸੀਂ ਮੰਨਦੇ ਆ, ਜਿਹਦੇ ਨਾਲ ਅਸੀਂ ਜੁੜੇ ਆ, ਜਿਹਦੇ ਨਾਲ ਰੂਹ ਸਾਡੀ ਜੁੜੀ ਹੋਈ ਹੈ, ਅਸੀਂ ਫਿਰ ਉਹਨੂੰ ਪੁਕਾਰਨੇ ਆ ਔਰ ਆਪਣਾ ਸਾਰਾ ਕੁਝ ਉਹਦੇ ਹਵਾਲੇ ਕਰ ਦਿੰਦੇ ਆ ਔਰ ਕਹਿੰਦੇ ਆ ਕਿ ਹੁਣ ਬਸ ਤੂੰ ਹੈ। ਔਰ ਯਕੀਨੀ ਤੌਰ 'ਤੇ ਉਹ ਬਹੁਤ ਕੇਅਰ ਕਰਦਾ ਹੈ, ਉਹ ਜਿਹਦੇ ਨਾਲ ਸਾਡੀ ਰੂਹ ਜੁੜੀ ਹੈ ਨਾ, ਉਹ ਬਹੁਤ ਕੇਅਰ ਕਰਦਾ ਹੈ ਔਰ ਸਾਡੇ ਵਾਸਤੇ ਬਹੁਤ ਸਾਰੀਆਂ ਆਸਾਨੀਆਂ ਹੁੰਦੀਆਂ ਨੇ। ਵੈਸੇ ਫਿਰ ਤੇ ਇੱਕ ਰੂਹ ਦੀ ਗੱਲ ਕਰੋ, ਇਹ ਤੁਸੀਂ ਮੇਰਾ ਫੇਵਰਟ ਉਹ ਛੇੜਦੇ ਆ ਮੈਨੂੰ ਕਿ ਰੂਹ ਦੀ ਗੱਲ ਹੋਵੇ ਰੂਹਾਨੀ ਔਰ ਫਿਰ ਉਹ ਸਫ਼ਰ ਵੀ ਤੇ ਚਾਹੇ ਕਮਾਲ ਸਫ਼ਰ ਕੀ ਬਾਤ। ਔਰ ਜਿਹੜਾ ਉਹ ਸਫ਼ਰ ਕਰਦੇ ਨਾ ਉਹਨਾਂ ਦਾ ਫਿਰ ਹੋਰ ਸਫ਼ਰਾਂ ਤੇ ਕੋਈ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਬੈਠੇ ਬਿਠਾਏ ਕਿਤੇ ਦੇ ਕਿੱਦੇ ਪਹੁੰਚ ਜਾਂਦੇ ਔਰ ਕਿੱਧਰੋਂ ਵੀ ਹੋ ਆਉਂਦੇ ਯਕੀਨ ਕਰੋ ਔਰ ਜਿਸ ਨੂੰ ਮਿਲਣਾ ਚਾਹਣ ਉਸ ਦੇ ਨਾਲ ਮੁਲਾਕਾਤ ਵੀ ਹੋ ਜਾਂਦੀ ਹੈ ਬਿਲਕੁਲ ਠੀਕ, ਖੂਬਸੂਰਤ ਔਰ ਭਰਪੂਰ ਮੁਲਾਕਾਤ ਹੁੰਦੀ ਹੈ। ਅੱਛਾ, ਇਸੇ ਸੈਰ ਦੇ ਵਿੱਚ ਸੌਰੀ ਮੈਂ ਕੱਟ ਕਰ ਰਿਹਾ, ਅਸੀਂ ਜਿਵੇਂ ਪਹਿਲੇ ਕਿਹਾ ਸੀ ਕੋਈ ਐਸੀ ਹਸਤੀ, ਐਸੀ ਸ਼ਖਸੀਅਤ ਜਿਹਨੂੰ ਅਸੀਂ ਫਿਜ਼ੀਕਲੀ ਮੈਂਟਲੀ ਹਾਜ਼ਰੀ ਹਜ਼ੂਰੀ ਦੇ ਵਿੱਚ ਜਾਣਦੇ ਹਾਂ, ਸ਼ਊਰੀ ਤੌਰ 'ਤੇ ਅਸੀਂ ਉਹਨੂੰ ਮਿਲੇ ਹੋਏ ਹਾਂ ਔਰ ਹੁਣ ਉਹ ਦੂਰ ਹੈ ਅਤੇ ਅਸੀਂ ਹੁਣ ਉਹਦੇ ਨਾਲ ਬੈਠਣਾ ਚਾਹੁੰਦੇ ਹਾਂ, ਉਹਦੇ ਨਾਲ ਅਸੀਂ ਇੱਕ ਸੰਗਤ ਕਰਨਾ ਚਾਹੁੰਦੇ ਹਾਂ ਅਤੇ ਜਦੋਂ ਅਸੀਂ ਅੱਖਾਂ ਮੀਟ ਕੇ ਅਤੇ ਉਹਦੇ ਕੋਲ ਜਾਂਦੇ ਹਾਂ ਅਤੇ ਸਾਨੂੰ ਬਕਾਇਦਾ ਉਹਦੀ ਖੁਸ਼ਬੂ ਆਉਂਦੀ ਹੈ ਔਰ ਉਹ ਸਾਨੂੰ ਪੂਰੀ ਤਰ੍ਹਾਂ ਯਾਨੀ ਉਹ ਸਾਡੇ ਅਸੀਂ ਉਹਦੇ ਕਰੀਬ ਹੁੰਦੇ ਹਾਂ, ਉਹ ਸਾਡੇ ਕਰੀਬ ਹੁੰਦਾ। ਬਿਲਕੁਲ ਡੈਫੀਨੇਟਲੀ ਇਸ ਤਰ੍ਹਾਂ ਹੀ ਹੁੰਦਾ ਔਰ ਯਕੀਨ ਕਰੋ ਪੂਰੇ ਮੈਸੇਜ ਡਿਲੀਵਰ ਹੁੰਦੇ, ਪੂਰੀ ਤੁਹਾਡੀ ਗੁਫ਼ਤਗੂ ਗੱਲਬਾਤ ਤੁਹਾਡਾ ਉਹਦੇ ਨਾਲ ਔਰ ਤੁਹਾਨੂੰ ਉਸ ਤੋਂ ਬਾਅਦ ਇਤਨਾ ਹਲਕਾ ਫੁਲਕਾ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਇੱਕ ਪੂਰੀ ਭਰਪੂਰ ਮੁਲਾਕਾਤ ਤੋਂ ਬਾਅਦ ਆਏ ਔਰ ਤੁਹਾਨੂੰ ਹੋਰ ਕੋਈ ਲੋੜਾਂ ਥੋੜਾ ਰਹੀਆਂ ਹੀ ਨਹੀਂ ਰਹਿੰਦੀ, ਕਮੀ ਨਹੀਂ ਰਹਿੰਦੀ ਤੇ ਅਸੀਂ ਬਹੁਤ ਦਫਾ ਨਾ ਪਤਾ ਨਹੀਂ ਕਿਹੜੀਆਂ ਗੱਲਾਂ, ਕਿਹੜਿਆਂ ਮਾਮਲਾ, ਕਿਹੜਿਆਂ ਪੈ ਜਾਣੇ। ਅੱਲਾਹ ਤਾਲਾ ਸਾਨੂੰ ਬਚਾਏ, ਸਾਨੂੰ ਕੁਰਾਏ ਪਾ ਦੇ, ਸਾਨੂੰ ਗੁੰਝਲਾਂ ਤੋਂ ਬਚਾਏ ਕਿਉਂਕਿ ਗੁੰਝਲਾਂ ਤੋਂ ਨਿਕਲਣਾ ਓ ਮੇਰੇ ਰੱਬਾ, ਗੁੰਝਲ ਜੋ ਖਰਾਬ ਕਰ ਦੇ। ਥੈਂਕ ਯੂ ਸਲਾਮਤ ਰਹੋ। ਬੜਾ ਮਿਸ ਕਰ ਰਹੀ ਮੈਂ, ਯਕੀਨ ਕਰੋ ਮੈਨੂੰ ਪਤਾ ਨਹੀਂ ਕਿ ਤੁਹਾਡਾ ਪ੍ਰੋਗਰਾਮ ਹੋਵੇ ਔਰ ਉਹਨਾਂ ਦੀ ਕਾਲ ਮੈਂ ਤੇ ਜਿੰਨਾ ਕਰ ਰਿਹਾ ਮੈਂ ਦੱਸ ਨਹੀਂ ਸਕਦਾ ਹੈ ਨਾ। मतलब प्रोग्राम कंप्लीट नहीं होता, बिल्कुल अधूरा जा रह जाता, बहुत सारी अधूरी गल्लां अधूरी चीज़ां रह जाएंगे लेकिन कभी कभी थोड़ी पूरियां हो जानी चाहिए। कहते ने जो बात अधूरी है असल में वही पूरी है। थैंक यू, सलामत रहो, खुश रहो, आबाद रहो। अच्छा, हुण असीं गल कीती मिशाल दे नाल ते एक कॉल ले लिए या रंग सुन लिए? कॉल ले लेने हाँ जी। आखा वालेकुम अस्सलाम, कौन ने साडे नाल? रिदा फातिमा। सलामत रहो रिदा, की हाल है, ठीक हो? अल्हम्दुलिल्लाह, बढ़िया दुआवां ते आज दी बड़ी मेहरबानी जो पिछले हफ्ते दा प्रोग्राम होया कि पीर वाले दिन दा नहीं लिखी होया। आहो सही है ना? हां जी, है तो तुसी जाना नहीं सी बाहर? मैं फिलहाल नहीं गई। अच्छा अच्छा, हाँ जी, क्योंकि मैंने पाकिस्तान नाल बहुत मोहब्बत है। ਇਹ ਤੇ ਬੜੀ ਚੰਗੀ ਗੱਲ ਹੈ ਤੇ ਆਪਣੇ ਜੀਆਂ ਨਾਲ ਬਹੁਤ ਜ਼ਿਆਦਾ ਮੁਹੱਬਤ ਇਹ ਉਸ ਤੋਂ ਵੀ ਚੰਗੀ ਗੱਲ ਹੈ, ਇਹ ਉਸ ਤੋਂ ਵੀ ਚੰਗੀ ਗੱਲ ਹੈ ਤੇ ਮਾਸ਼ਾਅੱਲਾ ਮਿਸਾਲ ਜੀ ਆਏ, ਬਹੁਤ ਅੱਛੀਆਂ ਗੱਲਾਂ ਹੋਈਆਂ ਤੇ ਬਹੁਤ ਮਜ਼ਾ ਆਇਆ ਮਿਸਾਲ ਦਾ। ਠੀਕ ਹੈ ਤੇ ਬਹੁਤ ਸ਼ੁਕਰੀਆ ਆਨ ਦਾ। ਤੇ ਅੱਜ ਦਾ ਟੌਪਿਕ ਤੁਹਾਡਾ ਹੈ ਕਿ ਕੋਈ ਯਾਦਗਾਰ ਬਾਤ ਹੈ ਤੇ ਸ਼ੇਅਰ ਕਰੋ। ਹਾਂ ਠੀਕ ਹੈ।
हाँ यादगार बात बड़ी अच्छी है मेरे को। अच्छा ये मेरी बहुत ही है पुरानी याद है। हाँ मेरा हाल है तकरीबन कोई 25 साल से हो ही गया होने में। अच्छा मगर मैंने वो लम्हा वो चीज की इस वेले भी फीलिंग हो रही है। मैं गल कर रही हूँ हाँ कि मैं कजाकिस्तान से मेरे को फैमिली इंडियन थी अच्छा ਤੇ ਉਹਨਾਂ ਦਾ ਨਾ ਯਾਨੀ ਉੱਥੇ ਕਿਸੇ ਨਾਲ ਇੰਨਾ ਮੇਲ ਮਿਲਾਪ ਨਹੀਂ ਸੀ। ठीक है ਉਹਨਾਂ ਦੀ ਫੈਮਿਲੀ ਵੀ ਮਤਲਬ ਲੈ ਕੇ ਆਏ ਸਨ ਤੇ ਹਮ। ਉਹ ਕੁਝ ਵੀ ਮਤਲਬ ਬਜ਼ੁਰਗ ਸੀ ਸਨ ਹਮ। ਜਾਂ ਬਜ਼ੁਰਗ ਤੇ ਨਹੀਂ ਸਨ हम्म ਤੇ ਮੇਰਾ ਖਿਆਲ ਹੈ 55-50 ਇਹੀ ਹੋਣੇ ਨੇ ਮਗਰ ਉਹ ਬਿਮਾਰ ਬੜੇ ਹੋ ਗਏ। ਅੱਛਾ। ਜਿਨ੍ਹਾਂ ਨਾਲ ਉਹਨਾਂ ਦਾ ਮੇਰਾ ਆਣਾ ਜਾਣਾ ਅੱਛਾ ਹੋ ਗਿਆ ਖੁਸ਼ ਹੁੰਦੇ ਸਨ ਰਹਿੰਦੇ हाँ हाँ ਤੇ ਉਹ ਬਹੁਤ ਅੱਛੇ ਸਨ ਤੇ ਉਹ ਜਿਹਦੇ ਨਾਲ ਸ਼ੇਅਰਿੰਗ ਚ ਰਹਿੰਦੇ ਸਨ ਉਹਨਾਂ ਦਾ ਫੋਨ ਆ ਗਿਆ। अच्छा ਤੇ ਫੋਨ ਵੀ ਕਿਸ ਟਾਈਮ ਮੈਨੂੰ ਆਇਆ ਸ਼ਹਿਰੀ ਦੇ ਟਾਈਮ हम्म तकरीबन मेरा हाल कोई 3 बजे का टाइम होना है ते मेरे साहब ने की कीता आंदे हुए ना ते शहरी ले के मैं कहनी मैं घर शहरी बनाई थी हाँ तुसी फोन कर दे मैं ना बनांगी ठीक। तुसी आने ना चिकन चुप ले आंदे ने पताए चुप ले आंदे अच्छा किन्ने फोन खान वाले 3-4 तुसी लोग मैं कहंदे मैं दस्तरखान लाया है खाया एक शहरी करनी शुरू हो गया मैं बच्चे भी आप भी हो ਨਾਲ ਹੀ ਮੈਨੂੰ ਉਹਨਾਂ ਦਾ ਫੋਨ ਆ ਗਿਆ ਜਿਨ੍ਹਾਂ ਦੇ ਨਾਲ ਸ਼ੇਅਰਿੰਗ ਤੇ ਸਨ। ठीक है ਉਹਦੀ ਮਿਸਿਸ ਨਹੀਂ ਸਨ ਇੱਥੇ ਪਾਕਿਸਤਾਨ ਆਏ ਸਨ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਬਾਬੀ ਜੀ ਭਾਈ ਉਸਮਾਨ ਬਿਮਾਰ ਨੇ ਤੇ ਉਹਨਾਂ ਨੂੰ ਹਸਪੀਟਲ ਛੱਡਾਇਆ ਵਾ ਤੇ ਮੈਂ ਜਾਂ ਨਹੀਂ ਦੁਬਾਰਾ ਰੱਖਣੀਆਂ ਕਿ ਸਾਰੀ ਦੇ ਕੇ ਆਇਆ ਪਰ ਇਸ ਵਾਰ ਉਹਨਾਂ ਨੂੰ ਕਹਿੰਦੇ ਨਹੀਂ ਮੈਂ ਆਪਣੇ ਬੇਟੇ ਨੂੰ ਕਹਿੰਦੀ ਤੂੰ ਜਲਦੀ ਜਲਦੀ ਕਰ ਉਹਨੇ ਫਟਾਫਟ ਮਤਲਬ ਕੁਛ ਗੱਡੀ ਕੀਤੀ ਕੁਛ ਮੇਰੇ ਨਾਲ चला गया मैं चाय बनाई पैकिंग की छोटे पावा धियां को क्यों नहीं उन्होंने तो रस्ते भी नहीं आ रहे वही गल हुई जब मैं गई थी वो शख्स लेटिया गया कि वो बच्ची थी वो मां चुप करके सोते थे इस तरह हुई मैं गई थी मैं क्या टाइम तो बहुत थोड़ा है ते भाभी तुसी फौरन ना शहरी करो ਤੇ ਮੈਂ ਕਹਿੰਦੀ ਆ ਤੁਸੀਂ ਇਹਨਾਂ ਨੇ ਕੋਈ ਇਫਤਾਰੀ ਨਹੀਂ ਕੀਤੀ ਜੋ ਭਾਈ ਉਸਮਾਨ ਹੀ ਕਹਿੰਦੇ ਨੇ ਨਹੀਂ ਬਾਕੀ ਖਜੂਰ ਖਾ ਕੇ ਪਾਣੀ ਪਿਆ ਥਾ ਉਹ ਕਹਿੰਦੇ ਨੇ ਕਿ ਮੈਂ ਆਂਦੇ ਆਂਦੇ ਬਸ ਖਜੂਰ ਲੈ ਆਂਦੀ ਸੀ ਪਤਾ ਨਹੀਂ ਮੇਰੇ ਹੱਥ 40 ਤੇ ਮੈਂ ਲੈ ਆਂਦੀ ਉਹਨਾਂ ਨੇ ਜਲਦੀ ਜਲਦੀ ਉਹ ਸ਼ਹਿਰੀ ਕੀਤੀ ਔਰ ਉਹ ਬੱਚੀ ਸ਼ਹਿਰੀ ਕਰ ਰਹੀ ਔਰ ਉਹਦੇ ਆਂਸੂ ਗਿਰ ਰਹੇ ਉਹ ਲਮਹਾ ਉਹ ਵਕਤ ਉਹਦੇ ਬਾਅਦ ਉਹ ਦੁਨੀਆ ਤੇ ਉਹ ਨਾ ਇਸ ਦੁਨੀਆ ਤੇ ਰਹੇ ਚਲੇ ਗਏ ਉਹਨਾਂ ਦੇ ਫਿਰ ਬੱਚੇ ਵੀ ਵਾਪਸ ਚਲੇ ਗਏ ਬੇਟਾ ਬੇਟੀਆਂ ਸਨ ਉਹਨਾਂ ਦੀਆਂ ਮਗਰ ਉਹ ਲਮਹੇ ਕੁਛ ਯਾਦਾਂ ਜਿਵੇਂ ਆਪਣੇ ਉਹਨੇ ਕਹਿ ਰਹੇ ਸਨ ਮਸ਼ਾਲ ਜੀ ਕੇ ਕੁਛ ਯਾਦਾਂ ਮਤਲਬ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਸਾਰੀ ਜ਼ਿੰਦਗੀ ਨਾਲ ਚੱਲਦੀਆਂ ਹਾਂ ਹਾਂ ਬਿਲਕੁਲ ਇਸੇ ਤਰ੍ਹਾਂ ਉਹ ਲਮਹਾ ਉਹ ਚੀਜ਼ ये जिंदगी से बहुत कुछ होया बड़ी ट्रैवलिंग की देखा लोगों ने देखा परेशान भी देखा मगर एक तबीयत भी इस तरह की है कि किसी को परेशानी को देख के बर्दाश्त नहीं होता वो लम्हा वो फेरी वो अजे तक भी मैंने उन्होंने वो दुआवां अजे तक मैंने याद ने लम्हा याद है कि इंसाना की जिंदगी च किस तरह का वक्त आता है परेशानी का भी आता है खुशी का भी आता है हर तरह का आता है मगर कुछ लम्हे कुछ गल्लां इंसाना की जिंदगी से याद रह जाते ऐसा तो मैंने फिर मेरे बेटे का एक्सीडेंट होया तो मैंने वो बात याद आई कि मेरे बेटे का एक्सीडेंट होया सी ते उन्होंने रोड बहुत सरिया फिर गया किसी में ओहो अल्लाह पाक ने पता नहीं क्या फरिश्ता कोई बच्चा के मोटरसाइकिल तो आ रहा था तो उन्होंने अच्छा ਉਹਨੇ ਪਾਕਿਸਤਾਨ ਆਈ ਸਾਡੀ ਉਹਨੇ ਮੁਸੀਬਤ ਤੱਕ ਪਹੁੰਚਾ ਦਿੱਤਾ ਤੇ ਉਹ ਮੇਰੇ ਬੱਚੇ ਦਾ ਉਸ ਲਈ ਆਪਰੇਟ ਹੋ ਗਿਆ ਤੇ ਮੇਰੇ ਜਾਨ ਤੱਕ ਮੇਰਾ ਬੱਚਾ ਆਪਰੇਸ਼ਨ ਥੀਏਟਰ ਸੀ ਤੇ ਉਹ ਲਮਹਾ ਮੈਨੂੰ ਇੱਕਦਮ ਦੋਨੋਂ ਜਦੋਂ ਇੱਕ ਲਮਹਾ ਯਾਦ ਆਉਂਦਾ ਤੇ ਨਾਲ ਦੂਸਰਾ ਵੀ ਉਸੇ ਤਰ੍ਹਾਂ ਦਾ ਯਾਦ ਆ ਜਾਂਦਾ ਕਿ
परेशानी या गम या खुशियां बड़ियां जिंदगी च इंसान देखता है मगर कुछ लम्हे यादगार रह ਬਿਲਕੁਲ ਉਹ ਡੀਪਲੀ ਨੇ ਨਾ, ਜਿਹੜੇ ਡੀਪਲੀ ਨੇ ਉਹ ਬਹੁਤ ਤੁਹਾਡੇ ਕਰੀਬ ਹੀ ਹੁੰਦੇ ਨੇ, ਤੁਹਾਡੀ ਫੀਲਿੰਗਸ ਜਿਹੜੀਆਂ ਨੇ ਉਹਦੀ ਅਟੈਚਮੈਂਟ ਹੁੰਦੀ, ਤੁਹਾਡੇ ਮਹਿਸੂਸਾਤ ਜਿਹੜੇ ਨੇ ਉਹਦੇ ਨਾਲ ਹੁੰਦੇ ਨੇ। ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡੇ ਨਾਂ ਦੀ ਇੱਕ ਸ਼ਾਇਰਾ ਵੀ ਹੈਗੀ ਹੈ। मैं थक के जाऊं, मैं तो बहुत मलाइका। सलामत रहो, तुसी बहुत लाइक हो और खुश रहो, आबाद रहो। मैं तो बहुत मलाइका ते अल्लाह पाक अच्छे लम्हे भी देंदा है, परेशानियां भी देंदा है। मेरे लिए मेरा अच्छा बेहतरीन लम्हा पाकिस्तान आंदा हर दफा ਹੁੰਦਾ ਸੀ ਕਿ ਅਸੀਂ ਸਾਰੀ ਸਾਰੀ ਰਾਤ ਜਦੋਂ ਮੈਂ ਆਉਂਦੀ ਸਾਂ ਉਦੋਂ ਵੀ ਅਸੀਂ ਸਾਰੀ ਸਾਰੀ ਰਾਤ ਸਾਰੇ ਭੈਣ ਭਰਾ ਜਗਦੇ ਸਾਂ ਤੇ ਜਦੋਂ ਮੈਂ ਜਾਂਦੀ ਸਾਂ ਉਦੋਂ ਵੀ ਅਸੀਂ ਸਾਰੇ ਭੈਣ ਭਰਾ ਸਾਰੀ ਸਾਰੀ ਰਾਤ ਕੁਝ ਸੌਂਦਾ ਨਹੀਂ ਇਸ ਤਰ੍ਹਾਂ ਹੁੰਦਾ ਸੀ। ਬਿਲਕੁਲ ਸਹੀ। ਤੇ ਐਸੀ ਜਿਹੜਾ ਮੈਂ ਪਾਕਿਸਤਾਨ ਆਈ ਤੇ ਮੈਂ ਖੁਦ ਬਿਮਾਰ ਆਈ ਸਾਂ, ਮੈਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ। ਓਹੋ। ਪਰ ਮੇਰਾ ਆਣਾ ਇਸ ਤਰ੍ਹਾਂ ਦਾ ਹੋਇਆ ਕਿ ਮੈਂ ਤੇ ਆਪਣੇ ਵੀਰ ਨਾਲ ਦੋਵਾਂ ਨਾਲ ਠੀਕ ਹੋ ਗਈ ਮਗਰ ਮੈਨੂੰ ਤਕਲੀਫ ਵੀ ਬੜੀ ਆਪਣੇ ਵੀਰ ਦੀ ਹੋਈ ਤੇ ਉਹਦੀ ਖਿਦਮਤ ਦਾ ਮੌਕਾ ਵੀ ਨਹੀਂ। ਬਸ ਇਸੇ ਤਰ੍ਹਾਂ ਹੀ ਹੈ, ਜੋ ਘੜਿਆ ਸੋ ਭੱਜਣਾ। ਜੋ ਭੱਜਣਾ ਲੰਮੇ ਇਨਸਾਨਾਂ ਦੇ ਕੁਛ ਬਹੁਤ ਜ਼ਿਆਦਾ ਜ਼ਿੰਦਗੀ ਚ ਯਾਦਗਾਰ ਇਸ ਤਰ੍ਹਾਂ ਦੇ ਹੁੰਦੇ ਨੇ, ਕੁਛ ਬਾਕੀ ਕੁਛ ਆਪਣੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਵੇਂ ਤੁਸੀਂ ਉਹਨੇ ਫਰਮਾਇਆ ਕਿ ਉਹਨਾਂ ਨੂੰ ਯਾਦ ਕਰੋ ਤੇ ਉਹਨਾਂ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ। ਜੀ ਬਿਲਕੁਲ ਇਸੇ ਤਰ੍ਹਾਂ ਹੀ। ਤੇ ਉਹ ਗੱਲ ਵਿਸ਼ਾਲ ਜੀ ਦੀ ਕਿ ਤੁਸੀਂ ਅੱਖਾਂ ਨੂੰ ਇੱਕਦਮ ਤੇ ਸਵਾਲਾਂ ਦੇ ਜਵਾਬ ਵੀ ਮਿਲ ਜਾਂਦੇ। ਰੂਹਾਨੀਅਤ ਇਸ ਤਰ੍ਹਾਂ ਚਲੇ ਜਾਈਦਾ। ਅੱਲਾਹ ਪਾਕ ਦੀਆਂ ਬੜੀਆਂ ਮਿਹਰਬਾਨੀਆਂ ਨੇ, ਬਹੁਤ ਸ਼ੁਕਰੀਆ। ਸਲਾਮਤ ਰਹੋ, ਖੁਸ਼ ਰਹੋ, ਬਹੁਤ ਮਿਹਰਬਾਨੀ। ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇ ਨਾਲ ਅੱਛੀ ਜ਼ਿੰਦਗੀ ਅਤਾ ਕਰੇ। ਆਮੀਨ ਆਮੀਨ, ਬਹੁਤ ਮਿਹਰਬਾਨੀ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰ ਰਹੇ ਹਾਂ, ਬਹੁਤ ਗਹਿਰੀਆਂ। ਤੇ ਵੇਖਦੇ ਹਾਂ ਸਾਡੇ ਨਾਲ ਕੌਣ ਨੇ। ਅਸਲਾਮ ਵਾਲੇਕੁਮ। ਹੈਲੋ। हेलो, हाय। अस्सलाम वालेकुम। वालेकुम अस्सलाम। चलो पहले पूछते हैं की हाल चाल है। हाल तो तकलीफ है। हाय, मेरा हाल तो पूछ ले। मेरा हाल तो पूछ ले। ਲੜਾਈ ਕਰਨ ਨੂੰ ਦਿਲ ਕਰਦਾ। ਅੱਛਾ, हाँ जी, करो करो करो। बहुत ज्यादा लड़ाई तो नहीं वो पता क्यों कि पूरे जिसले तुसी नंबर अनाउंस किया ना निकाल ना कर ਹੁਣ ਅਗਰ ਇਹ ਹੋਵੇ ਕਿ ਇਧਰੋਂ ਵੀ ਆ ਕੇ ਫੋਨ ਮੈਂ ਚੁੱਕਣਾ ਹੈ ਤੇ ਫਿਰ ਤੇ ਕਾਲ ਪਿਕ ਹੋ ਜਾਏ। ਹੁਣ ਇਧਰੋਂ ਦੇ ਤੁਸੀਂ ਪਿਕ ਕਰਨੀ ਹੈ ਕਾਲ, ਪਿਕ ਹੋਏਗੀ ਫੇਰ ਹੀ। ਉਹ ਤੇ ਅੱਜ ਹੈ ਨਾ ਲੜਾਈ ਮੇਰੀ ਨਾਲ। ਉਹ ਤੇ ਅੱਜ ਹੈ, ਉਹ ਤੇ ਅੱਜ ਹੈ ਨਾ। ਚਲੋ ਹਾਂ ਨਹੀਂ ਜੀ ਜੀ ਬਿਲਕੁਲ। ਇਸ ਤੋਂ ਪਹਿਲੇ ਜਦੋਂ ਬਸ ਤੱਕ ਤੇ ਕਾਲ ਵਗੈਰਾ ਸੀ ਨਹੀਂ ਔਰ ਇੱਕ ਦਿਨ ਸੀ ਉਹ ਚ ਡਿਸਟੋਰਸ਼ਨ ਬਹੁਤ ਜ਼ਿਆਦਾ ਸੀ ਔਰ ਇੱਕ ਹੋਰ ਵੀ ਹੈ ਗੱਲ ਕਿ ਇੱਥੇ ਇਸ ਲਈ ਹੁੰਦਾ ਹੈ ਖਾਣੇ ਦਾ ਟਾਈਮ, ਦੁਪਹਿਰ ਦੇ ਖਾਣੇ ਦਾ ਉਹ ਵੱਖਰੇ ਸਿਆਪਾ ਪਿਆ ਹੁੰਦਾ। ਤੇ ਆਏ ਨਹੀਂ ਤੁਸੀਂ ਅਜੇ? ਗਰਮੀ ਨਿਕਲ ਗਿਆ ਫਿਰ। ਅੱਛਾ, ਗਰਮੀ ਦਾ ਕਰਕੇ ਨਹੀਂ ਆਏ। ਅੱਛਾ, ਮੈਂ ਪਹਿਲੇ ਹੀ ਕਿਹਾ ਸੀ ਕਿ ਸਾਰੀ ਜਨਾਬ ਡਿਟੇਲ ਆ ਜਾਣੀ ਹੈ। ਫਲਾਂ ਦਿਨ ਐਸੀ, ਫਲਾਂ ਦਿਨ ਐਸੀ ਤੇ ਉਸ ਦਿਨ ਐਸੀ। ਹਾਂ ਪ੍ਰੋਗਰਾਮ ਤੇ ਅਗਰ ਪ੍ਰੋਗਰਾਮ ਹੋ ਰਿਹਾ ਹੈ ਨਾ ਸੁਣਨ ਵਾਲੀ ਤੇ ਕੋਈ ਗੱਲ ਨਹੀਂ, ਬਸ ਤਾਂ ਇੰਝ ਹੋ ਜਾਂਦਾ ਕਿ ਪਤਾ ਨਾ ਚੱਲੇ ਕਿ ਪ੍ਰੋਗਰਾਮ ਨਹੀਂ। ਇੱਕ ਦੋ ਦਿਨ ਹਾਂ, ਇੱਕ ਦੋ ਦਫਾ ਇਹ ਵੀ ਹੋਇਆ ਕਿ ਨੈਟ ਦਾ ਪ੍ਰੋਬਲਮ ਸੀ, ਪ੍ਰੋਗਰਾਮ ਤੇ ਹੋਇਆ ਲੇਕਿਨ ਨੈਟ ਨਹੀਂ ਸੀ ਚੱਲ ਰਿਹਾ। ਯਾਨੀ ਉਹ ਜ਼ਾਹਿਰ ਹੈ ਉਹ ਜਿਹੜਾ ਮੀਡੀਅਮ ਤੁਸੀਂ ਇਸਤੇਮਾਲ ਨਹੀਂ ਕਰਦੇ ਔਰ ਉਹਦੇ ਰਾਹੀਂ ਤੁਸੀਂ ਹੁਣ ਸੁਣ ਰਹੇ ਹੋ। ਮੈਂ ਜਿਹੜੀ ਗੱਲ ਕਹੀ ਉਹ ਤੁਸੀਂ ਸਮਝ ਗਏ ਹੋ।
ਹੈ ਨਾ। ਨਹੀਂ ਮੇਰੇ ਖਿਆਲ ਮੈਂ ਧਿਆਨ ਨਾਲ ਨਹੀਂ ਸੁਣੀ। ਮੈਂ ਕਿਹਾ ਜਿਹੜਾ ਨਾ ਮੇਰੀ ਗੱਲ ਸੁਣ ਲੈ, ਮੇਰੀ ਗੱਲ ਤਾਂ ਸੁਣ ਲੈ। ਅੱਛਾ ਗੱਲਾਂ ਸੁਣਨ ਵਾਸਤੇ ਫੋਨ ਕੀਤਾ। ਹਾਂਜੀ, ਮੈਂ ਕਿਹਾ ਜਿਹੜਾ ਮੀਡੀਅਮ ਤੁਸੀਂ ਇਸਤੇਮਾਲ ਨਹੀਂ ਕਰਦੇ, ਤੁਸੀਂ ਉਸੇ ਮੀਡੀਅਮ ਤੋਂ ਸੁਣ ਕੇ ਹੀ ਮੈਨੂੰ ਕਾਲ ਕਰ ਰਹੇ ਹੋ। ਅੱਛਾ ਹਾਂਜੀ ਮੈਨੂੰ ਨਹੀਂ ਇੰਨੀਆਂ ਗੱਲਾਂ ਦਾ ਪਤਾ। ਪਤਾ ਹੈ, ਬੰਦਾ ਜਾਣਬੁੱਝ ਕੇ ਇੰਨਾ ਸਿੱਧਾ ਨਹੀਂ ਬਣਨਾ ਚਾਹੀਦਾ, ਹਾਲਾਂਕਿ ਤੂੰ ਦਬੰਗ ਹੈਗੀ ਹੈ। ਨਹੀਂ ਮੈਨੂੰ ਨਹੀਂ ਸਮਝ ਬਿਲਕੁਲ। ਮੈਂ ਕਿਹਾ ਫੇਸਬੁੱਕ ਤੁਸੀਂ ਯੂਜ਼ ਨਹੀਂ ਕਰਦੇ, ਫੇਸਬੁੱਕ ਤੁਸੀਂ ਯੂਜ਼ ਨਹੀਂ ਕਰਦੇ, ਇਸ ਵੇਲੇ ਤੁਸੀਂ ਮੈਨੂੰ ਫੇਸਬੁੱਕ ਤੋਂ ਹੀ ਸੁਣ ਰਹੇ ਹੋ। ਹਾਂ ਉਹ ਕਿਸ ਤਰ੍ਹਾਂ ਯਾਰ, ਮੈਂ ਕਿਸ ਤਰ੍ਹਾਂ ਸੁਣ ਰਹੇ ਹੋ? ਚਲੋ ਦੱਸੋ ਕਿਸ ਤਰ੍ਹਾਂ ਸੁਣ ਰਹੇ ਹੋ? ਹਾਂ ਜ਼ਾਹਿਰ ਹੈ ਨਾ ਹਾਂ ਮੇਰਾ ਵੀ ਦਿਮਾਗ ਹਾਂ। ਹੋਏ ਪਲੇ ਹੋਇਆ ਹੈ। ਹਾਂ ਠੀਕ ਹੈ, ਹੁੰਦਾ ਹੈ, ਹੁੰਦਾ। ਚਲ ਆਪਾਂ ਗੱਲਾਂ ਕਰੀਏ। ਹਾਂਜੀ ਤੇ ਫੇਸਬੁੱਕ ਤੇ ਆਣਾ ਹੀ ਹੋਰ ਕਿਸ ਤਰ੍ਹਾਂ ਲੇਕਿਨ ਉਹ ਤੁਸੀਂ ਹੈ। ਹਾਂ, ਤੇ ਮੈਂ ਉਹ ਕਹਿ ਰਿਹਾ ਕਿ ਉਹ ਤੁਸੀਂ ਇਸਤੇਮਾਲ ਨਹੀਂ ਕਰਦੇ, ਲੇਕਿਨ ਉਹਦੇ ਤੋਂ ਸੁਣ ਰਹੇ ਹੋ ਤੁਸੀਂ। ਤੇ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਆਪਣੇ ਫੇਸਬੁੱਕ ਅਕਾਊਂਟ ਤੋਂ ਸੁਣੋ, ਕਿਸੇ ਵੀ ਫੇਸਬੁੱਕ ਤੋਂ ਸੁਣ ਸਕਦੇ ਹੋ, ਕਿਸੇ ਬੱਚੇ ਦੇ, ਭਰਜਾਈ ਦੇ, ਕਿਸੇ ਤੋਂ ਸੁਣ ਸਕਦੇ ਹੋ। ਮੰਨ ਲਿਆ ਨਾ ਕਿ ਤੁਹਾਡਾ ਫੇਸਬੁੱਕ ਅਕਾਊਂਟ ਨਹੀਂ ਹੈ, ਅਗਲੀ ਗੱਲ ਕਰੀਏ ਆਪਾਂ, ਛੱਡੋ ਕੀ ਹੋ ਰਿਹਾ। ਉਹਦੇ ਵਿਆਹ ਦੇ ਵਿੱਚ ਕੀ ਵਾਲਾ ਝਗੜਾ ਪਾ ਕੇ ਬਹਿ ਗਿਆ। ਕੀ ਹੋ ਰਿਹਾ ਹੈ? ਹਾਂਜੀ ਇੰਜੋਏ ਵੈਰੀ ਗੁੱਡ, ਬਹੁਤ ਅੱਛਾ। ਇੰਜੋਏ। ਤੇ ਬਰਫਾਂ ਪੈ ਰਹੀਆਂ ਨੇ ਕਿ ਕੋਈ ਠੀਕ ਹੈ ਮੌਸਮ? ਨਹੀਂ ਗਰਮੀ ਚੱਲ ਰਹੀ ਹੈ, ਗਰਮੀ ਚੱਲ ਅੱਛਾ 12-13 ਟੈਂਪਰੇਚਰ। ਓਕੇ ਹਾਂ, ਜ਼ਾਹਿਰ ਹੈ ਉੱਥੇ ਤੇ 12-13 ਵੀ ਗਰਮੀ ਹੈ, ਈਵਨ ਕਿ 8 ਤੱਕ ਵੀ ਗਰਮੀ ਹੀ ਹੁੰਦੀ ਹੈ, ਉਹ ਸਮਝਦੇ ਨੇ। ਉਹ ਬਸ ਜ਼ਰਾ ਜਿਹਾ ਸੂਰਜ 2-3 ਦਿਨ ਨਿਕਲੇ ਸਾਰੇ ਸ਼ੋਰ ਹੋ ਜਾਣਾ ਸ਼ੁਰੂ ਕਰ ਦਿੰਦੇ ਨੇ, ਗਰਮੀ। ਉਹ ਫਿਰ ਸੰਤੇ ਮੈਨੂੰ ਤੇ ਨਹੀਂ ਲੱਗ ਰਹੀ ਹੁੰਦੀ ਉਹ ਬਾਕੀ ਸਾਰੇ ਜੀਆਂ ਨੂੰ 12-13 ਮੈਂ ਉਹ ਕਹਿ ਰਿਹਾ। ਆਪਣੇ ਕੋਲ ਤੇ ਇੱਥੇ 26 ਤੇ ਅਸੀਂ ਮਤਲਬ ਆਮ ਰੂਟੀਨ 'ਚ ਆਪਣਾ ਏਸੀ ਜਿਹੜਾ 26 ਤੇ ਰੱਖਦੇ ਆ, ਜਿਹੜਾ ਕੰਟੀਨਿਊ ਚੱਲਦਾ ਜੀ, ਤੇ ਉਹਨਾਂ ਦੀ ਤੇ 12-13 ਕੀ 8-9 ਤੇ ਵੀ ਗਰਮੀ ਹੁੰਦੀ ਉਹਨਾਂ ਦੀ। ਬਿਲਕੁਲ। ਮੈਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਕਰਨੀਆਂ ਸਨ, ਬਲਕਿ ਮੈਂ ਤਸਵੀਰਾਂ ਵੀ ਮੈਂ ਗਈ ਸੀ ਪ੍ਰੋਗਰਾਮ ਜਿਹੜਾ 22 ਤੇ ਉੱਥੇ ਹੋਇਆ ਸੀ ਬਾਅਦ ਜੀ ਦੇ ਘਰ ਜਿਹੜਾ ਹੋਇਆ ਨਾ ਕਰੋ ਗਏ ਸੋ ਤੁਸੀਂ ਤੇ ਜ਼ਿਕਰ ਕੀਤਾ ਸੀ ਮੇਰਾ ਸੁੱਖੀ ਬੈਠਣਾ। ਓਕੇ ਹਾਂ हाँ, कुविंदर चांद बहुत अच्छे पोइट ने, बड़ी अच्छी नज़म लिखते हैं। हाँ जी वो ना उस प्रोग्राम दे हाँ, क्योंकि वो पंजाब भवन के संचालक ने, यानी कि उतों के मुंतजिम ने, वो पंजाब भवन कैनेडा के कुविंदर चांद जी। मैं उन्होंने मैं कॉल की, मैं कहना इस तरह पाकिस्तान तो कोई एडी नोन पे नहीं, अननोन कुछ चीज़ां मैं उन्होंने सुनाइयां, उन्होंने मैंने इनविटेशन दी कि आओ आके ते अपना नाम लिखाना और तुसी शेयर करना साडा। लेकिन पता है मैं वैसे गई, लेकिन प्रोग्राम देखे 3 दिन का प्रोग्राम थी, प्रोग्राम देखे लेकिन बस अपनी बैठ के प्रोग्राम ना कर ਉਹਦੇ ਵਿੱਚ ਮੈਂ ਆਂਦਿਆਂ ਰਹਿ ਗਿਆ ਉਸ 3 ਦਿਨ ਦੀ ਜਿਹੜੀ ਕਾਨਫਰੰਸ ਸੀ ਨਾ। ਉਦੋਂ ਦੱਸ ਰਹੇ ਸੀ ਆਪਣੇ ਕੀ ਨਾਮ ਸੀ, ਤਾਰਾ ਨੂੰ ਮੈਂ ਭੇਜਿਆ ਸੀ, ਤਾਰਾ ਦੀ ਇਨਵੀਟੇਸ਼ਨ ਜਿਹੜੀ ਤਾਰਾ ਨੂੰ, ਬਾਬਾ ਨਜਮੀ ਨੂੰ ਇੱਥੋਂ, ਔਰ ਸਫੀਆ ਰਹਿ ਗਈ ਸੀ, ਸਫੀਆ ਯਾਦ ਨਹੀਂ ਸੀ ਆ ਸਕੇ, ਇੱਥੋਂ 2 ਲੋਕ ਹੀ ਗਏ ਸਨ, ਸਿਰਫ ਬਾਬਾ ਨਜਮੀ ਔਰ ਤਾਰਾ ਸਰਾ। ਤਾਰਾ ਤੇ ਖੈਰ ਤਾਰਾ ਤੇ ਉੱਥੇ ਹੀ ਰਹਿ ਗਈ।
अपने जो प्रोग्राम इतने करते हैं मेरे नाम लिखन ਕਿਹੜੇ ਭਲਾ? मोहब्बत की हिंदी ਅੱਛਾ, ਸਰਫਰਾਜ਼ ਸਫੀ। सरफराज साहब हाँ उन्होंने नाल भी मेरी उतों मतलब विजिटिंग कॉल की थी तो उन्होंने भी जस्ट कि शायद इतने शिरकत करांगे लेकिन ਕਦੋਂ ਕਾਲ ਕੀਤੀ ਸੀ ਉਹਨਾਂ ਨੂੰ? फिर ਉਹ ਤਾਂ ਕਹਿੰਦਾ ਕਿ ਪ੍ਰੋਗਰਾਮ ਅੱਛਾ, ਉਹਨਾਂ ਦੇ ਪ੍ਰੋਗਰਾਮ 'ਚ ਕਾਲ ਕੀਤੀ ਸੀ। ਓਕੇ 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 ਤਕਰੀਬਨ 2 ਸਾਲ ਪਹਿਲੇ ਦੀ ਗੱਲ ਓਕੇ। ਉਹ ਨਹੀਂ, ਉਹ ਇਨਵੀਟੇਸ਼ਨ ਇੱਥੇ ਜਿਹੜੇ ਵੀ ਇਹ ਸਨ ਨਾ, ਉਹ ਟੋਟਲੀ ਮੇਰੇ ਥਰੂ ਆਏ ਸਨ, ਜਿਨ੍ਹਾਂ ਨੇ ਇੱਥੋਂ ਜਾਣਾ ਸੀ, ਠੀਕ ਹੈ ਨਾ। ਅਤੇ ਉਹ ਬਹਰਹਾਲ ਬਹੁਤ ਵੀ ਨਹੀਂ, ਤੁਹਾਨੂੰ ਪੜ੍ਹਨਾ ਚਾਹੀਦਾ ਸੀ। ਮੈਨੂੰ ਇਹ ਅੱਛਾ ਨਹੀਂ ਲੱਗਾ ਕਿ ਤੁਸੀਂ 3 ਦਿਨ ਕਾਨਫਰੰਸ ਅਟੈਂਡ ਕੀਤੀ। ਔਰ ਅੱਛਾ ਲੱਗਣਾ ਅਗਰ ਰੇਡੀਓ ਤੇ ਦੀ ਗੱਲ ਹੁੰਦੀ ਫਿਰ ਤੇ ਸ਼ਾਇਦ ਬਟ ਉਹ ਮੇਰੇ ਵਾਸਤੇ ਨਹੀਂ ਸੀ। ਹੁਣ ਤੇ ਮੈਂ ਕਵਿੰਦਰ ਨੂੰ ਪੁੱਛਾਂਗਾ ਨਾ ਕਿ ਤੁਸੀਂ ਨਜ਼ਮਾਂ ਸੁਣ ਕੇ ਤੇ ਨਹੀਂ ਮੈਂ ਪੁੱਛਾਂਗਾ ਨਜ਼ਮਾਂ ਸੁਣ ਲੈਂਦੇ ਤੇ ਫਿਰ ਸਟੇਜ ਤੇ ਕਿਉਂ ਨਹੀਂ ਬੁਲਾਉਂਦੇ? ਕਵਿੰਦਰ ਨੂੰ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਸੀ ਨਾ, ਹਾਂ, ਉਦੋਂ ਹੀ ਉਹਨਾਂ ਨੂੰ ਫੋਨ ਤੇ ਦੋ ਚੀਜ਼ਾਂ ਸੁਣਾਈਆਂ ਸੀ। ਉਹਨਾਂ ਨੇ ਮਤਲਬ ਤਾਰੀਫ ਕੀਤੀ ਸੀ ਕਿ ਤੁਸੀਂ ਬਿਲਕੁਲ ਮੋਸਟ ਵੈਲਕਮ ਆਓ ਤੁਸੀਂ। ਲੇਕਿਨ ਮੈਨੂੰ ਮੈਂ ਕਿਹਾ ਚਲੋ ਦੇਖਣ ਦੀ ਆਸ ਤੇ ਜਾਨੀ ਹੈ। ਫਿਰ ਮੈਂ ਉੱਥੇ ਵੀ ਗਈ ਸੀ ਪੰਜਾਬ ਭਵਨ ਵੀ, ਉੱਥੋਂ ਮੈਂ ਤਸਵੀਰਾਂ ਸਾਰੀਆਂ ਲੈ ਕੇ ਆਈ ਸੀ, ਬਣਾ ਕੇ ਆਈ ਸੀ। ਮੈਂ ਕਿਹਾ ਪੜ੍ਹਨਾ ਤੁਹਾਨੂੰ ਕਰਾਂਗੀ ਸ਼ੇਅਰ। ਕਿਸ ਤਰ੍ਹਾਂ ਕਰਾਂਗੇ ਸ਼ੇਅਰ? ਉਹ ਇੱਥੇ ਦਾ ਕੋਈ ਇਹਦਾ FM ਦਾ ਕੋਈ WhatsApp ਨਹੀਂ ਹੈਗਾ, ਅਦਰਵਾਈਜ਼ ਮੈਂ ਓ ਗॉड, WhatsApp ਪਰਸਨਲ ਪ੍ਰਾਪਰਟੀ ਹੁੰਦਾ। ਮੈਂ ਕਿਹਾ WhatsApp ਪਰਸਨਲ ਪ੍ਰਾਪਰਟੀ ਹੁੰਦਾ ਕਿਸੇ ਇਦਾਰੇ ਦਾ। ਕੀ ਕਰਦੇ ਜੇ ਤੁਸੀਂ ਤੁਸੀਂ 100 ਤੇ WhatsApp ਹੈ। ਉਹ WhatsApp, ਮੇਰੀ ਗੱਲ ਸੁਣੋ, ਮੇਰੀ ਗੱਲ ਤੇ ਸੁਣ ਲਵੋ ਨਾ, ਮੇਰੀ ਗੱਲ ਤਾਂ ਸੁਣ ਲੈ। ਉਹ ਜਿਹੜਾ WhatsApp ਹੈ ਨਾ, ਉਹ ਹੁੰਦਾ ਕਾਲ ਵਾਸਤੇ। ਇਹ ਤੇ ਹੈ ਨਾ, ਮੇਰੀ ਗੱਲ ਸੁਣੋ, ਮੈਂ ਇੱਕ ਗੱਲ ਨੂੰ ਪਹਿਲੇ ਐਡਮਿਟ ਕਰਨੀ ਹੈ। ਅੱਛਾ, ਜਿਹੜਾ ਮੈਂ ਦੱਸਣਾ ਨਹੀਂ ਬੜਾ ਪਤਾ ਹੈ, ਮਾਸ਼ਾਅੱਲਾ ਬਹੁਤ ਪਤਾ ਹੈ ਮੈਨੂੰ, ਲੱਗ ਗਿਆ ਪਤਾ ਜਿੰਨਾ ਕੁ ਪਤਾ ਹੈ। ਉਹ ਜਿਹੜਾ ਰੱਬ ਦਾ ਰੇਡੀਓ, ਉਹਦਾ WhatsApp ਹੈ, ਕਿਉਂਕਿ ਉਹ ਇੰਟਰਨੈਸ਼ਨਲ ਕਾਲ ਚੱਲਣੀ ਹੁੰਦੀ ਸੀ ਨਾ, ਜਿਹੜੀ ਅਸੀਂ ਕਰ ਰਹੇ ਹਾਂ ਕੋਵਿਡ ਦੇ ਦੌਰ 'ਚ ਕਰਦੇ ਰਹੇ ਅਸੀਂ। ਉੱਥੋਂ ਰੱਬ ਦਾ ਰੇਡੀਓ, ਉਹਦਾ ਜਿਹੜਾ ਨੰਬਰ ਹੈ ਉਹਦੇ 'ਤੇ WhatsApp ਹੈ। ਹਾਂ, ਅੱਛਾ, ਦੂਸਰਾ ਇਹ ਵੀ ਹਾਂ ਖੈਰ ਨਾਲ ਤੁਸੀਂ, ਹਾਂ ਖੈਰ ਨਾਲ। ਅੱਛਾ, ਦੂਸਰਾ ਇਹ ਵੀ ਕਿ ਤੁਸੀਂ ਸਰੀ ਵਿੱਚ ਹੀ ਰਹਿ ਰਹੇ ਹੋ? ਓਕੇ ਹੋ ਗਿਆ। ਕਿਉਂਕਿ ਉਹ ਹੁਣ ਹੈ ਵੀ ਨਵੰਬਰ 'ਚ ਕਾਨਫਰੰਸ ਸੀ ਹੁਣ ਨਾ, ਕਿਉਂਕਿ ਬਾੜ ਸਾਹਿਬ ਇੱਥੇ ਆਏ ਹੋਏ ਨੇ, ਯਾਨੀ ਕਿ ਇੰਡੀਆ ਆਏ ਨੇ, ਉਹਨਾਂ ਨੇ ਵਾਪਸ ਜਾਣਾ ਹੈ 15 ਤਾਰੀਖ ਨੂੰ ਉੱਥੇ। ਔਰ ਇਹ 2 ਜਗ੍ਹਾ ਦੇ ਉੱਤੇ ਕਾਨਫਰੰਸ ਹੈ। ਫਿਰ ਉਹਦੇ ਵਿੱਚ ਕਿਉਂਕਿ ਮੈਨੂੰ ਪਹਿਲੇ ਵੀ ਉਹਨਾਂ ਨੇ ਇਸਰਾਰ ਕੀਤਾ, ਲੇਕਿਨ ਮੇਰੀ ਕੁਛ ਐਸੀ ਮਸਰੂਫੀਅਤ ਬਣੀ ਕਿ ਮੈਂ ਨਹੀਂ ਫਿਰ ਜਾ ਪਾਇਆ ਨਾ ਉਸ ਕਾਨਫਰੰਸ ਵਿੱਚ, ਕਿਉਂਕਿ ਮੈਂ ਹੀ ਸਾਰਿਆਂ ਨੂੰ ਜਿਨ੍ਹਾਂ ਦੇ ਨਾਂ ਸਨ ਨਾ। ਹਾਂ ਇੰਨੀਆਂ ਚੀਜ਼ਾਂ, ਇੱਕ ਚੀਜ਼ ਮਸਰੂਫੀਅਤ ਬਹੁਤ ਹੈ, ਇਹ ਹੈ ਉਹ ਤੁਸੀਂ ਆਪਣੀ ਜਾਨ ਨੂੰ ਸਾਰੇ ਹਰ ਬੰਦੇ ਦੀ ਆਪਣੀ ਪ੍ਰਾਇੋਰਟੀਜ਼ ਨੇ, ਲੇਕਿਨ ਉਹ ਵੀ ਤੁਹਾਡੀ ਆਪਣੀ ਹੁੰਦੀ ਹੈ ਨਾ ਕਿ ਤੁਸੀਂ ਕਿੰਨੀਆਂ ਚੀਜ਼ਾਂ ਨੂੰ ਮਾਈਂਡ 'ਚ ਜਗ੍ਹਾ ਦਿੰਦੇ ਜੇ। ਬਿਲਕੁਲ ਸਹੀ। ਕਿੰਨਾ ਕੁ ਤੁਸੀਂ ਆਪੀ ਬਣਾਉਣਾ ਹੁੰਦਾ ਹੈ, ਖਿਲਾਰ ਕਿੰਨਾ ਮਰਜ਼ੀ ਬਣਾ ਲਓ, ਕਿੰਨਾ ਸਮੇਟਣਾ ਹੈ ਤੇ ਸਮੇਟ ਲਓ। ਹਾਂ, ਅੱਛਾ, ਯਾਦਾਂ ਦੀ ਗੱਲ ਹੋ ਰਹੀ ਸੀ, ਟੌਪਿਕ ਤੋਂ ਰਿਲੇਟਿਡ ਵੀ ਗੱਲ ਕਰਨੀ ਚਾਹੀਦੀ ਹੈ। ਤੇ ਯਾਦ ਕੀ ਮੇਰੀ 2022 'ਚ ਜਦੋਂ ਮੈਂ ਗਈ ਸੀ ਨਾ, ਉਸ ਤੋਂ ਬਾਅਦ ਅਸੀਂ ਕੈਲਗਰੀ ਗਏ ਤੇ ਵਾਪਸੀ ਤੇ ਉੱਥੇ ਇੱਕ ਹੈ ਵੀ ਹਿਲ ਸਟੇਸ਼ਨ ਹੀ ਹੈ, ਦਾ ਨਾਮ ਤੇ ਉੱਥੇ ਇੱਕ ਮੰਤਰ ਜਿਹੜਾ ਮੇਰੀ ਯਾਦ ਤੇ ਅਟਕਿਆ, ਉਹ ਐਸੀ ਕਿ ਬੜੀ ਉਚਾਈ ਤੇ ਜਾ ਕੇ
ਵਿਊ ਦੇਖ ਰਿਹਾ ਸੀ ਅੱਛਾ ਤੇ ਜਿਹੜੀ ਧਨਕ ਸਤਰੰਗੀ ਪੀਂਗ, ਹਾਂ ਪੀਂਗ, ਆਹੋ ਸਤਰੰਗੀ ਪੀਂਗ ਅਸੀਂ ਉਹਨੂੰ ਕਹਿੰਦੇ ਹਾਂ। ਹੋਰ ਕੀ ਸਤਰੰਗੀ ਪੀਂਗ, ਸਤਰੰਗੀ ਪੀਂਗ, ਚਲੋ ਹੂੰ ਚਲੋ ਉਹ ਵੀ ਲੋਕ ਬਹੁਤ ਸਾਰੇ ਜਾਣਦੇ ਨੇ ਕੁਛ ਹਾਂ ਫੈਮੀਲੀਅਰ ਨਾਂ ਨੇ ਸਾਰੇ। ਉਹ ਮੈਂ ਜ਼ਿੰਦਗੀ 'ਚ ਪਹਿਲੀ ਦਫਾ ਦੇਖੀ ਤੇ ਹਮੇਸ਼ਾ ਧਨਕ ਜਿਹੜੀ ਹੈ ਮੈਂ ਸਿਰ ਉੱਚਾ ਕਰਕੇ ਅਸਮਾਨ ਤੇ ਦੇਖੀ। ਉਹ ਮੇਰੇ ਰੱਬਾ, ਅੱਛਾ। ਲੇਕਿਨ ਨਹੀਂ ਪੂਰੀ ਜ਼ਿੰਦਗੀ ਤੇ ਇੰਝ ਹੀ ਹਾਂ ਦੇਖੀ ਅਸੀਂ ਉੱਤੇ ਹੀ ਜ਼ਾਹਿਰ ਹੈ, ਹਾਂ ਮੀਂਹ ਤੋਂ ਬਾਅਦ ਬਿਲਕੁਲ ਇੰਝ ਹੀ ਹੁੰਦਾ। ਲੇਕਿਨ ਉੱਥੇ ਧਨਕ ਮੈਂ ਵੇਖੀ ਥੱਲੇ ਨੀਚੇ ਕਰਕੇ ਮੇਰੇ ਪੈਰਾਂ ਦੇ ਥੱਲੇ। ਉਹ ਮੇਰੇ ਰੱਬਾ, ਅੱਛਾ, ਓਹੋ ਮੇਰੇ ਰੱਬਾ, ਮਤਲਬ ਕੀ ਯਾਰ ਉਸ ਵੇਲੇ ਹੋਏਗਾ ਕਿ ਜਦੋਂ ਤੁਸੀਂ ਪੀਂਗ ਤੁਹਾਡੇ ਪੈਰਾਂ ਵਿੱਚ ਹੈ, ਅਸਮਾਨੀ ਪੀਂਗ, ਸਤਰੰਗੀ ਪੀਂਗ, ਉਹ ਹਾਂ ਉਹ ਬੜਾ ਡਿਫਰੈਂਟ ਸੀ ਨਾ ਐਕਸਪੀਰੀਅੰਸ ਮੇਰੇ ਵਾਸਤੇ। ਅੱਛਾ, ਜਿਵੇਂ ਨਾ ਮੈਂ ਮਤਲਬ ਤੁਸੀਂ ਸੌਰੀ ਮੈਂ ਗੱਲ ਕਰ ਰਿਹਾ ਕਿ ਮੈਂ ਨਾ ਮਤਲਬ ਉਧਰ ਜਾਵਾਂ ਤੇ ਮੈਂ ਪੀਰ ਚਨਾਸੀ ਹੈ, ਉਹਦੀ ਕੋਈ 11,000 ਫੁੱਟ ਦੀ ਬੁਲੰਦੀ ਤੇ ਹੈ, ਤੇ ਮੋਸਟਲੀ ਇਹ ਹੁੰਦਾ ਹੈ ਕਿ ਮੇਰੇ ਕੋਲ ਪਿਕਚਰਸ ਨੇ ਕਿ ਚੰਨ ਬਿਲਕੁਲ ਮੇਰੇ ਇੰਜ ਨਾ ਜਿਵੇਂ ਮੇਰੇ ਲੈਵਲ ਤੇ ਹੈ, ਔਰ ਥੱਲੇ ਜਿਹੜੀਆਂ ਲਾਈਟਸ ਹੁੰਦੀਆਂ ਨੇ ਉਤਲੀਆਂ ਲਾਈਟਸ ਔਰ ਦੋਵੇਂ ਮਿਕਸ ਅਪ ਹੋਈਆਂ ਹੁੰਦੀਆਂ ਨੇ ਕਿ ਉਹਦੇ 'ਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਚੰਨ ਦੇ ਸਾਹਮਣੇ ਆ ਗਿਆ। ਹਾਂ ਠੀਕ ਹੋ ਗਿਆ। ਤੇ ਇਹ ਤੇ ਬੜਾ ਅੱਛਾ ਮਤਲਬ ਆਸਮਾਨ, ਮਤਲਬ ਉੱਥੇ ਤੇ ਆਸਮਾਨ ਜਿਹੜੇ ਨੇ ਥੋੜਾ ਜਿਹਾ ਮੋਸਟਲੀ ਜ਼ਾਹਿਰ ਉੱਥੇ, ਹਾਂ ਉੱਥੇ ਪੋਲਿਊਸ਼ਨ ਨਹੀਂ ਹੈ, ਹਾਂ ਠੀਕ ਹੈ। ਬੜਾ ਕਲੀਅਰ ਪਾਣੀ ਦਾ ਰੰਗ ਬੜਾ ਖੂਬਸੂਰਤ, ਤੇ ਉਹ ਬਿਲਕੁਲ ਉਸ ਤਰ੍ਹਾਂ ਹੀ ਮੈਂ ਲਾਈਟ ਜੇ ਫਿਰੋਜ਼ੀ ਜੇ ਕੱਪੜੇ ਪਾਏ ਸੀ ਤੇ ਉਹ ਬਿਲਕੁਲ ਉਸ ਤਰ੍ਹਾਂ ਦੇ ਪਿੱਛੋਂ ਪਾਣੀ ਦਾ ਸੀ, ਉਸੇ ਤਰ੍ਹਾਂ ਦਾ ਆਸਮਾਨ ਦਾ ਇੱਕੋ ਜਿਹਾ, ਚੰਨ ਦੀ ਇੰਨੀ ਖੂਬਸੂਰਤ ਲਾਈਟ, ਬਹੁਤ ਹੀ ਖੂਬਸੂਰਤ। ਯਾਨੀ ਇੰਨੀਆਂ ਯਾਦਾਂ ਨੇ, ਇੰਨੀਆਂ ਯਾਦਾਂ। ਤੁਸੀਂ ਜ਼ਾਹਿਰ ਹੈ ਹੁਣ ਜਿਹੜਾ ਜਿੱਥੇ ਰਹਿ ਰਹੇ ਹੋ ਉਹ ਕਸਮ ਹੈ ਮੈਨੂੰ ਹੁਣ ਐਡੀ ਵੀ ਬਹਾਦਰ ਨਾ ਬਣ, ਮੈਨੂੰ ਪਤਾ ਹੈ ਕਿਉਂ ਮੈਂ ਕਿਹਾ ਐਡੀ ਵੀ ਬਹਾਦਰ ਨਾ ਬਣ, ਮੈਨੂੰ ਪਤਾ ਹੈ। ਮੈਂ ਇਸ ਤਰ੍ਹਾਂ ਹੀ ਕਹਿ ਰਹੀ ਹਾਂ ਰੇਡੀਓ ਤੇ। ਆਹੋ ਤੇ ਮੈਂ ਕਦੋਂ ਕਹਿ ਰਿਹਾ, ਮੇਰੇ ਕੰਨ 'ਚ ਕਹਿ ਰਹੀ ਹੈ, ਰੇਡੀਓ ਤੇ ਹੀ ਕਹਿ ਰਹੀ ਹੈ। ਹਾਂ ਮੈਨੂੰ ਅਜੇ ਤੱਕ ਮੇਰੀ ਵੀ ਯਾਦ ਬੜੀ ਸੋਹਣੀ ਹੈ, ਮੇਰੀ ਵੀ ਯਾਦ ਇੰਨੀ ਕਮਾਲ, ਜਦੋਂ ਮੈਨੂੰ ਆ ਜਾਂਦਾ ਨਾ ਮੇਰੇ ਕੰਨਾਂ ਦੇ ਵਿੱਚ ਰਸ ਘੁਲ ਜਾਂਦਾ ਹੈ। ਇੱਕ ਲਫ਼ਜ਼ ਜਿਹੜਾ ਰੇਡੀਓ ਤੇ ਕਿਹਾ ਸੀ, ਉਸ ਵੇਲੇ ਮੈਂ ਵੀ ਹੱਕਾ ਬੱਕਾ ਰਹਿ ਗਿਆ ਸੀ ਨਾ। ਹਾਂ ਹਾਂ ਜੀ 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 ਸੋਚੀ ਗਏ ਕਿ ਕੀ ਕਿਹਾ ਹੈ, ਕਿ ਇਹ ਕੀ ਕਹਿ ਦਿੱਤਾ ਹਾਂ ਹੈ, ਕਿ ਹਾਂ ਹਾਂ ਕੁਝ ਟਾਈਮ ਹੁੰਦਾ ਜਿਸੇ ਪਤਾ ਹੀ ਨਹੀਂ ਸੀ ਹਾਂ क्या बोलना है, की कहना है, हाँ क्या करना है। हाँ वो बस कुछ हमाकते हैं, हाँ मजीद हमाकते हैं। सुबहान अल्लाह, सुबहान अल्लाह। और यही जिंदगी का हुस्न है जो हमाकते हैं। यस यस, हाँ हाँ जी, हाँ ਤੇ ਉਹ ਮੈਂ ਪਲਾਨ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਮੈਂ ਤਾਂ ਖੁਦ ਕਹਿੰਦੀ ਹਾਂ ਕਿ ਮੈਂ ਤੁਹਾਨੂੰ ਦੋ ਲਾਈਨਾਂ ਇਹ ਮਿਸਾਲ ਵਾਸਤੇ ਨੇ। ਅੱਛਾ ਠੀਕ ਹੈ ਤੇ ਉਰਦੂ ਚ ਨੇ, ਠੀਕ ਹੈ, ਸਾਡੇ ਲਈ ਪੰਜਾਬੀ ਚ ਬਾਅਦ ਚ ਦੋ ਸੁਣਾਵਾਂਗੇ ਮਿਸਾਲ ਲਈ ਨੇ। ਹੁਣ ਪਰ ਇਹ ਤੇ ਤੁਸੀਂ ਕਿਹਾ ਸੀ ਵਕਤ ਦਾ, ਚਲੋ ਇਹ ਤੁਹਾਡੇ ਲਈ ਮਿਸਾਲ ਵਾਸਤੇ ਦੋ। ਅੱਛਾ ਨਹੀਂ, ਮੈਨੂੰ ਨਹੀਂ ਝੂਠੀ ਨਹੀਂ ਚਾਹੀਦੀ ਕਿਸੇ ਵਾਸਤੇ ਕਰਕੇ ਤੇ ਬਾਅਦ ਵਿੱਚ ਮਿਸਾਲ ਬਹੁਤ ਅੱਛੀ ਹੈ, ਲੇਕਿਨ ਇਹ ਗੱਲ ਨਹੀਂ ਕਿ ਇਹ ਚਲੋ ਮਿਸਾਲ ਨਹੀਂ ਇਹ ਤੇ ਤੁਸੀਂ ਕਿਹਾ ਸੀ, ਚਲੋ ਇਹ ਹੁਣ ਤੁਹਾਡੇ ਵਾਸਤੇ ਹੈ। ਮੈਂ ਬਿਲਕੁਲ ਕੀਤੀ ਸੀ, ਮੈਂ ਲਤੀਫਾ ਸੁਣਾਵਾਂਗਾ ਇਹਦੇ ਤੇ। ਇੱਕ ਮਿੰਟ ਇਹ ਲਾਈਨਾਂ ਮੈਂ ਬਾਅਦ ਚ ਸੁਣਨਾ ਵਾ। ਕੁਝ ਦੋਸਤ ਲਿਖਾਰੀ ਸਨ, ਵੱਡਾ ਨਾਂ ਹੈ, ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡੇ ਸ਼ਾਇਰ, ਤੇ ਉਹ ਨਿਕਲੇ ਰਾਇਲ ਪਾਰਕ, ਉੱਥੇ ਲਿਖਦੇ ਸਨ ਫਿਲਮਾਂ ਵਗੈਰਾ, ਗੀਤ ਲਿਖਦੇ ਸਨ। ਤੇ ਰਾਤ ਦੇ ਕਹਿੰਦੇ ਨੇ ਕਿ 1:30-2 ਵਜੇ ਮਤਲਬ ਜ਼ਿਆਦਾ ਟਾਈਮ ਹੋ ਗਿਆ ਤੇ ਭੁੱਖ ਲੱਗੀ, ਤੇ ਅਸੀਂ ਉੱਥੇ ਇੱਕ ਨਾ ਖੌਂਚਾ ਲਾਉਂਦਾ ਸੀ, ਰੇਹੜੀ ਲਾਉਂਦਾ ਸੀ ਕਬਾਬਾਂ ਵਾਲਾ, ਤੇ ਅਸੀਂ ਜਦੋਂ ਗਏ ਤੇ ਉਹ ਜਾ ਰਿਹਾ ਸੀ ਆਪਣਾ ਸਭ ਕੁਝ ਕੁੰਝ ਕੇ, ਤੇ
ਅਤੇ ਅਸੀਂ ਉਹਨੂੰ ਆਵਾਜ਼ ਦਿੱਤੀ। ਉਸ ਵੇਲੇ ਕੁਛ ਵੀ ਨਹੀਂ ਸੀ, ਅਤੇ ਅਸੀਂ ਉਹਨੂੰ ਆਵਾਜ਼ ਦਿੱਤੀ ਕਿ ਯਾਰ ਤੇਰੇ ਕੋਲ ਕੁਛ ਹੈ। ਉਹਨੇ ਕਿਹਾ ਅੱਛਾ। ਉਹਨੇ ਨਾ ਇੰਝ ਕੀਤਾ, ਉਹ ਛਾਪਰ 'ਚੋਂ ਉਹਨੇ 5-6 ਕਬਾਬ ਕੱਢੇ, ਨਾਨ ਕੱਢੇ, ਉਹਨਾਂ ਨੂੰ ਦੇ ਦਿੱਤੇ। ਉਹ ਖਾਣ ਲੱਗ ਪਏ ਅਤੇ ਉਹਨਾਂ ਨੂੰ ਦੇ ਕੇ ਨਾ ਟੁਰ ਪਿਆ ਅਤੇ ਕਹਿੰਦਾ ਯਾਰ ਪੈਸੇ ਤਾਂ ਲੈ ਲਾ ਸਾਡੇ ਕੋਲੋਂ। ਕਹਿੰਦਾ ਨਹੀਂ, ਮੈਂ ਵੈਸੇ ਵੀ ਅੱਗੇ ਜਾ ਕੇ ਸੁੱਟਣੇ ਹੀ ਸਨੇ, ਬਚ ਕੇ ਤੁਸੀਂ। ਮਤਲਬ ਕੁਛ ਨਹੀਂ ਹੈਗਾ, ਜ਼ਰੂਰੀ ਨਹੀਂ ਕਿਸੇ ਵੀ ਚੀਜ਼ ਦਾ ਮਤਲਬ ਹੋਵੇ। ਨਹੀਂ, ਮੈਂ ਸਿਰਫ ਲਤੀਫਾ ਸੁਣਾਇਆ, ਦਾ ਕੋਈ ਮਤਲਬ ਨਹੀਂ ਹੈ। ਆਪਣਾ ਮਸ਼ਾਲ ਤੇਰੇ ਵਾਸਤੇ, ਬਿਲਕੁਲ ਤੇਰੇ ਵਾਸਤੇ। ਯਾਰ ਮਸ਼ਾਲ ਨੂੰ ਮੈਂ ਕਹਿ ਦਿਆਂ, ਮਸ਼ਾਲ ਬੁਰਾ ਨਾਮ ਨਹੀਂ, ਵੈਸੇ ਹੀ ਫਨ ਕਰ ਰਹੇ ਹਾਂ। ਹਾਂ ਸੁਣਾਓ। चल मेरे पास चल जी बिस्मिल्लाह जी बिस्मिल्लाह बिस्मिल्लाह। वक्त को गंवाने में लुत्फ कितना आता है? वक्त को गंवाने में लुत्फ कितना आता है? तुमने घर गंवाया है तभी जान पाओगे। वाह 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 वाह, बहुत अल्लाह, बहुत अल्लाह। यार ज़ाहिर है वही जानता है ना। हाँ वही कर सकता है। आए ये दोबारा करेगी, क्योंकि इस तरह होया कभी नहीं कि अज तक नाहीद दी कॉल कट हुई होवे। कोई फनी मसला हो सकता है। वेखने आ साडे नाल कौन ने। जी अस्सलाम वालेकुम। अल्हम्दुलिल्लाह वालेकुम अस्सलाम। वड्डे भाई मोहम्मद तारक। मैं सदके जावां वड्डे भान, तुहाडी आवाज़ सुन के मैनूं ते यकीन करो सुरूर जिहा आ गया। मोहम्मद तारक, अल्लाह ताला तुहानूं हमेशा सलामत रखे। आमीन। अल्लाह दी अमान ते सेहत दी बादशाही नसीब खैर तेरे दम दी। और बड़े भाई मैं ठीक हाँ। कोई बिस्मिल्लाह भाई तारक, कोई याद ही सांझी कर लवो कोई है। याद ही सांझी करन लई इंतजार च मैं सदके आजा फिर। बड़े भाई ना मैं जिस अदारे च मुलाजमत करना ना, हाँ उत्थे एक मेरे उस्ताद सन, अच्छा मोहम्मद उमर दीन साहब। अच्छा वो तकरीबन 20-22 साल मैं उन्होंने खिदमत की थी। तो समझ लवो कि परवरिश मेरी वालदैन ने की थी, लेकिन तरबियत उन्होंने की थी। तो उन्होंने ना एक रूटीन सी कि डेली जड़ा ना रात को अगर 10 बजे तो ओवर टाइम हो गया ना, तो उन्होंने मैनू कहना कि मंजी डाले। हाँ अच्छा। एक होर रूटीन थी उन्होंने कि उन्होंने जिसले 10 बजे तो ओवर टाइम हो गया तो फिर सुबह नमाज पढ़ के निकलना। तो जिस दिन वो आखिरी दिन वो गए ना उतों जी उन्होंने मैं डाई है तो वो तकरीबन 2:30-3 बजे तो कहते ने भाई मैं यार चलिया, मेरी तबीयत नहीं खलोन दी। तो मोटरसाइकिल ना वो तकरीबन इन्नी की स्पीड ना 25-30 की स्पीड से जाते सन कि अक्सर मैं उन्होंने नाल जाता सा, नाले मेरे उस्ताद सन, नाले मेरी महल्लेदारी भी। तो वो जिसले वो चले गए तो तकरीबन अद्धे घंटे बाद उन्होंने ना हादसा पेश आ गया कुछ उधर एक ट्राली दे नाल मोटरसाइकिल दे सन। ओहो। जिसले उन्होंने ना और डॉक्टर दे कोल जेड़े अजीज सन, डॉक्टर दे कोई अजीज ही सन, उन्होंने फोन किया कि इस तरह इस नंबर से गल हुई है ते तुहाडा जेड़ा मरीज हॉस्पिटल। मैं उन्होंने कोल गया ना जिसले, तो वो ट्राली च जो वजे ना तो सरिये की ट्राली लोड सी ते उन्होंने ना शाह रग च सरिया ला। ओ मेरे रब्बा, अच्छा। ओहो। तो जिसले मैं गया तो उन्होंने पहला अल्फाज ये सी कि पुत्र यार ट्राली वाले का कोई कसूर नहीं सी, गड्डी दियां अगों मैनूं लाइटां पईयां ने ते मेरी गलती नाल ही मैं जा वजा। हाय ते तुहाडी मेहरबानी है पुत्र ट्राली वाले नूं ना कुछ कहा।
ਉਹਨਾਂ ਦੇ ਉਹ ਲਮੇ ਜਿਹੜੇ ਆ ਨਾ ਮੈਨੂੰ ਅੱਜ ਤੱਕ ਨਹੀਂ ਭੁੱਲਦੇ। ਅੱਛਾ, ਤੇ ਠੀਕ ਹੈ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬੜੇ ਚਿਰ ਬਾਅਦ ਗੱਲ ਹੋਈ ਤੁਹਾਡੇ ਨਾਲ, ਹੈ ਨਾ। ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ, ਖੈਰ ਤੁਹਾਡੇ ਸਾਹਮਣੇ, ਤੰਦਰੁਸਤੀ ਵਾਲੀ ਜ਼ਿੰਦਗੀ ਆਮੀਨ ਆਮੀਨ, ਸਲਾਮਤ ਰਹੋ, ਖੁਸ਼ ਰਹੋ ਬਾਬਾ, ਦੁਆਵਾਂ ਖੈਰ ਕੇ ਬਾਹਰ ਤੇ ਸਦਾ ਜੀ ਸੋਨਾ ਬਾਤ ਖੈਰ ਖੈਰ। ਹਾਂਜੀ, अस्सलाम वालेकुम। ਵਾਲੇकुम अस्सलाम। अल्लाह पाक ਤੁਹਾਨੂੰ ਤੰਦਰੁਸਤੀ ਦੇਵੇ। ਤੁਸੀਂ ਆਪਣੇ ਬੱਚਿਆਂ ਦੇ ਸਲਾਮਤ ਰਹੋ ਜੀ। ਮੁਸਤਕੀਮ ਬੋਲ ਰਹੇ ਹਾਂ ਜੀ ਬਿਸਮਿल्लाह। ਸ਼ੇਰਾਂ ਵਾਲੇ ਤੋਂ। ਜੀ ਬਿਸਮਿल्लाह। ਸਰ ਜੀ ਉਹ ਕੁਛ ਦੇਰ ਚੱਲਿਆ ਸੀ ਬੰਦਾ ਨਿਜ਼ਾਮ ਜਿਹੜਾ ਗੱਡੀ ਦੇ ਥੱਲੇ ਬੰਦਾ ਦੇਵੇ ਉਹਨੂੰ 1,70,000 ਰੁਪਏ ਦੇਣਾ ਪਵੇਗਾ। ਤੇ ਸਾਡੀ ਨਾ ਗੱਡੀ ਦੇ ਥੱਲੇ ਇੱਕ ਬਾਬਾ ਕਾਲਾ ਹਵਾਈ ਰੋਡ ਤੇ ਆ ਰਹੇ ਸਨ ਤੇ ਬਾਬੇ ਜੀ ਕਦੀ ਅੱਗੇ ਕਦੀ ਪਿੱਛੇ, ਕਦੀ ਅੱਗੇ ਕਦੀ ਪਿੱਛੋਂ ਕਰਦਿਆਂ ਕਰਾਂਦਿਆਂ ਹਰ ਬ੍ਰੇਕ ਨਾ ਲੱਗੀ ਤੇ ਬਾਬਾ ਜੀ ਥੱਲੇ ਆ ਗਏ। ਓਹੋ, ਅੱਛਾ। ਡਰਾਈਵਰ ਆ ਗਿਆ, ਸਾਨੂੰ ਕਹਿਣ ਲੱਗਾ ਲੋ ਜੀ ਇਹ ਗੱਲ ਤੇ ਹੈ ਬਾਤ ਹੈ। ਬਾਬੇ ਜੀ ਥੱਲੇ ਆ ਗਏ ਨੇ ਗੱਡੀ ਦੇ ਤੇ ਇਹਦਾ ਕੀ ਹਾਲ ਹੈ? ਹੁਣ 1,70,000 ਰੁਪਏ ਉਹਨਾਂ ਮੰਗਣਾ, ਹੋਰ ਕੀ ਕਰਨਾ। ਥਾਣੇ ਜ਼ਬਰਦਸਤ ਕਰਾਈ, ਪਰਚਾ ਕਰਵਾਇਆ ਜਨਾਬ। ਉਹ ਡੈਡ ਬਾਡੀ ਨਾਲ ਲੈ ਕੇ ਆ ਗਏ ਗੱਡੀ ਦੇ ਵਿੱਚ ਨਾਲ। ਉਹਨਾਂ ਕਿਹਾ ਜੀ ਅਸੀਂ 1,70,000 ਲੈਣਾ। ਉਹ ਵੱਡਾ ਭਾਈਆ ਨਾਲ ਗਿਆ ਜਨਾਬ, ਉਹਨਾਂ ਨੇ 1,80,000 ਰੁਪਇਆ ਸਰੂਪੇ ਚ ਪਾਇਆ। ਉੱਥੇ ਗਏ ਤੇ ਡੈਡ ਬਾਡੀ ਗੱਡੀ ਦੇ ਵਿੱਚ ਹੀ ਪਈ ਸੀ। ਅੱਛਾ। ਉਹਨਾਂ ਨੇ ਜਨਾਬ 1,80,000 ਰੁਪਇਆ ਕੱਢਿਆ ਤੇ ਬਾਡੀ ਚ ਰੱਖ ਦਿੱਤਾ। ਲਓ ਜੀ 1,80,000 ਰੁਪਇਆ ਤੇ ਸਾਡੀ ਚੁੱਕ ਲਵੋ। ਉਹਨਾਂ ਨੇ ਉਹ 1,80,000 ਰੁਪਇਆ ਫੜ ਲਿਆ ਤੇ ਮੁੜ ਕੇ ਉਹ ਕਹਿਣ ਲੱਗੇ ਕੱਢੋ ਜੀ ਬਾਹਰ ਬਾਬੇ ਨੂੰ। ਅੱਛਾ। ਉਹਨਾਂ ਕਿਹਾ ਜੀ ਬਾਬੇ ਨੂੰ ਕਿੱਥੇ ਬਾਹਰ ਕੱਢਣਾ? ਜਦੋਂ 1,80,000 ਰੁਪਇਆ ਤੁਸੀਂ ਲੈ ਲਏ ਬਾਬੇ ਨੂੰ ਤੁਹਾਡਾ ਹੁਣ ਕੀ ਕਰ ਲੱਗੇ? ਅਸੀਂ 10,000 ਵੱਧ ਦੇ ਰਹੇ ਹਾਂ, 1,70,000 ਤੁਸੀਂ ਸੌਦੇਬਾਜ਼ੀ ਕਰ ਰਹੇ ਹੋ ਤੇ 1,80,000 ਹੈ, ਤੁਸੀਂ ਪੈਸੇ ਚੁੱਕਦੇ ਪਏ ਨੇ। ਠੀਕ ਹੈ ਬਾਬੇ ਨੂੰ ਤੁਸੀਂ ਜਾਓ ਘਰ ਪਹੁੰਚੋ, ਅਸੀਂ ਜਾਣੀ ਤੇ ਬਾਬਾ ਜਾਣੇ। ਉਹ ਥਾਣੇ ਨਾਲ ਵੀ ਕਹਿਣਾ ਬੜਾ ਪਰੇਸ਼ਾਨ ਹੋਇਆ, ਕਹਿੰਦੇ ਯਾਰ ਇਹ ਤੇ ਗੱਲ ਹਕੀਕਤ ਨਹੀਂ, ਤੁਸੀਂ ਹੁਣ ਡੈਡ ਬਾਡੀ ਵੇਚ ਰਹੇ ਹੋ। ਇਹ ਬਾਬੇ ਨੂੰ ਉਹਨੂੰ ਤੁਹਾਨੂੰ ਵੈਸੇ ਪੈਸੇ ਦੇ ਦਿੱਤੇ ਨੇ, ਉਹ ਵੀ ਸਹੀ ਨੇ ਆਪਣੀ ਜਗ੍ਹਾ ਤੇ, ਤੁਹਾਨੂੰ ਪੈਸੇ ਦੇ ਦਿੱਤੇ ਨੇ, ਤੁਸੀਂ ਜਾਓ ਹੁਣ ਪੈਸੇ ਲਵੋ ਘਰ ਪਹੁੰਚੋ। ਯਾਨੀ ਕਿ ਇਹ ਸੂਰਤ ਹਾਲ ਹੈਗੀ ਹੈ ਸਾਡੇ ਪਾਕਿਸਤਾਨ ਦੇ ਵਿੱਚ ਵੀ। ਹਾਂਜੀ, ਇਸੇ ਤਰ੍ਹਾਂ। ਔਰ ਇਹੋ ਜਿਹੇ ਮਾਮਲਾ ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਨੇ ਕਿ ਪੈਸੇ ਵਾਸਤੇ ਲੋਕ, ਖੈਰ ਇਹ ਤੇ ਇੱਕ ਬੜਾ ਵੱਡਾ ਟੌਪਿਕ ਹੈ। ਬਹੁਤ ਮਿਹਰਬਾਨੀ, ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਆਮੀਨ ਆਮੀਨ। ਵਾਲੇਕੁਮ अस्सलाम। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਵੇਖਦੇ ਹਾਂ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ। वालेकुम अस्सलाम। सर कैसे हो? मैं ठीक हूँ नीलू। मैं परेशान हूँ कि एकदम मैं थोड़ी आवाज सुन, मैं क्या है मेरी क्यों मेरी आवाज परेशान करने वाली है? नहीं हाँ, मेरी हैरानगी परेशान। अच्छा अच्छा, हैरान, मैं हैरान होगी मैं हैरान प्रोग्राम में। हाँ, एक्चुअली मैंने टाइमिंग नहीं पता ना। और चलिए ਮੈਨੂੰ ਤਾਂ ਲੱਗ ਰਿਹਾ ਕੋਈ ਬਹੁਤ ਮਜ਼ੇ ਦਾ ਟੌਪਿਕ ਚੱਲ ਰਿਹਾ ਸੀ ਅੱਜ ਨਾ ਮੈਂ ਅੱਜ ਬੜੀ ਗੱਲ ਹੈ ਕਿ ਜਿਵੇਂ ਕਹਿੰਦੇ ਨੇ ਕਿ ਤੁਹਾਡੀਆਂ ਜਿਹੜੀਆਂ ਵੀਵਸ ਹੁੰਦੀਆਂ ਨੇ, ਜਿਹੜੀਆਂ ਲਹਿਰਾਂ ਹੁੰਦੀਆਂ ਨੇ, ਤੁਸੀਂ ਜਿਸ ਬਾਰੇ ਸੋਚ ਰਹੇ ਹੁੰਦੇ ਹੋ, ਜਿਹਦੇ ਬਾਰੇ ਗੱਲ ਕਰ ਰਹੇ ਹੁੰਦੇ ਹੋ, ਉਹਦੇ ਤੀਕਰ ਲਾਜ਼ਮੀ ਪਹੁੰਚਦੀਆਂ ਨੇ। ਸ਼ੁਰੂ ਵਿੱਚ ਮੈਂ ਨਾ ਉਹ ਰੰਗ ਲਾਇਆ ਸੀ ਵੀ ਮੈਂ ਚੋਰੀ 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 ਤੇਰਾ ਨਾਂ ਲੈਂਦੀ ਹਾਂ, ਇੰਝ ਲੱਗਦਾ ਮੈਂ ਤੇਰੇ ਕੋਲ ਆ ਬੈਣੀ, ਤੇ ਮੈਂ ਫਿਰ ਤੇਰਾ ਜ਼ਿਕਰ ਕੀਤਾ ਸੀ। ਹਾਂ, ਮੈਂ ਤੇਰਾ ਜ਼ਿਕਰ ਕੀਤਾ ਸੀ ਉਹਦੇ ਨਾਲ, ਤੇ ਮੈਂ ਕਿਹਾ ਬਹੁਤ ਅੱਛਾ ਇਹਨੂੰ ਗਾਉਂਦੇ ਨੇ ਨੀਲੋ, ਤੇ ਉਹ ਵੇਖ ਤੂੰ ਸੁਣ ਨਹੀਂ ਸੀ ਰਹੀ ਲੇਕਿਨ ਇੱਕਦਮ ਟਿਊਨ ਕਰ ਲਿਆ ਨਾ। ਹਾਂ ਹਾਂ, ਇਹੀ ਗੱਲ ਹੈ।
ਤੇ और नहीं सब संदेश बड़ा अच्छा लगा ਨਹੀਂ ਨਾ ਇਹਨੇ ਪੂਰੀ ਡਾਇਰੀ ਸੁਣਾਈ ਹੈ ਜੋ ਮੈਂ ਹਾਂ ਉਹ ਮੈਂ ਕਿਹਾ ਸੀ ਨਾ ਜਦੋਂ ਆਣਾ ਹੈ ਤੇ ਉਹਨੇ ਕੋਈ ਵਾਰੇ ਨਹੀਂ ਆਣ ਦੇਣਾ ਉਹਨੇ ਕਹਿਣਾ ਫਲਾਂ ਦਿਨ ਐਸੀ ਫਲਾਂ ਦਿਨ ਐਸੀ ਫਲਾਂ ਦਿਨ ਐਸੀ अच्छी ਤੇ है ਹਾਂ ਤੇ ਮੈਂ ਤੇ ਸਾਰੇ ਪ੍ਰੋਗਰਾਮ ਸੁਣੇ ਨੇ पता जी नहीं सब सुना रहे होंगे ना फिर महसूस हो रहा था कि रोटी ਅਸੀਂ ਉਹ ਚੀਜ਼ਾਂ ਮਹਿਸੂਸ ਕਰ ਰਹੇ ਨੇ ਜੋ ਸ਼ੇਅਰ ਕਰ ਰਹੇ ਨੇ ਜਦੋਂ ਬਾਹਰੋਂ ਆਉਂਦੇ ਨੇ ਉਹ ਦੱਸਦੇ ਨਹੀਂ ਜਾਂ ਫਿਰ ਆਪਣੇ ਹੋਰ ਚੀਜ਼ਾਂ ਦੱਸਦੇ ਨੇ ਤਾਂ ਬਹੁਤ ਅੱਛਾ ਲੱਗਦਾ ਔਰ ਸਪੈਸ਼ਲੀ ਨਹੀਂ ਹੁਣ ਤੇ ਉਹਨੇ ਵਾਅਦਾ ਕੀਤਾ ਕਿ ਸਾਰੀਆਂ ਤਸਵੀਰਾਂ ਵੀ ਉਹਨੇ ਜਿਹੜੀਆਂ ਨੇ ਸ਼ੇਅਰ ਕਰਨੀਆਂ ਨੇ ਸਾਰੀ ਲੱਗਣਾ ਨਹੀਂ ਚਾਹੀਦਾ ਨਹੀਂ ਕਰੇਗੀ चले अल्लाह उन्होंने सलामत रखे बहुत चलेगा ना रिवाज ते टॉपिक बेसिकली की टॉपिक है ਇਹ ਵੇਖੇ ਕੋਈ ਯਾਦ ਤੁਹਾਡੀ ਜਿਹੜੀ ਬਹੁਤ ਤੁਹਾਡੇ ਨਾਲ ਜਦੋਂ ਤੁਸੀਂ ਅੱਖਾਂ ਬੰਦ ਕਰੋ ਤੇ ਉਹ ਇੰਝ ਹੀ ਹੈ ਕਿ ਜਿਵੇਂ ਫਿਜ਼ੀਕਲੀ ਤੁਸੀਂ ਉਸ ਦੇ ਨਾਲ ਬੈਠੇ ਹੋ ਔਰ ਉਹ ਯਾਦ ਦਾ ਬਕਾਇਦਾ ਵਜੂਦ ਹੈ ਕਿ ਤੁਹਾਨੂੰ ਉਹਦੇ ਵਿੱਚ ਸਾਰੀ ਫੀਲਿੰਗਸ ਆਣ यादें भी बहुत सारी हैं खत्म ही नहीं होंगी और अच्छियां प्यारियां भी हंसी मजाक करना भी सैड भी लेकिन अच्छियां यादें याद करके जरा बंदा फ्रेश हो जाता है और अच्छा लगता है एक्टिव हो जाता है और सैड चीजें याद करके तो उदास होकर खुश हो जाते हैं हाँ तो बेहतर है अच्छी यादें जरूर होती अपनी मैं ना मेरी अम्मा शुगर तो मैं सिर्फ जिस टाइप इन बैठनी है ना तो मैं अम्मी अक्सर याद आ जाते हैं तो वो की करते थी 2 कप मतलब बिल्कुल अपोजिट उन्होंने चाय बनाई 1 कप उन्होंने बंद करके मैं कहना ये पकड़ो अपनी चाय अच्छा मैंने अपनी चाय मैं अपने कोल रख लेनी अम्मी ने अपने कोल रख लेनी अम्मी ने बड़े मजे में शुक चाय पी रहे उन्होंने अम्मी ने कुछ नहीं बोला सुरके मार के बड़े मजेदार चर्चा करके ना चस्के ले और मेरे वाला कन की ना तकदे भी रहना मैं कहना चक्कर है अच्छा मैं अपनी चाय का कप फड़ना जिससे मैं पीना तो फिकी तो मैं कहना अम्मी कितनी उस्ताद है आपके खुद मीठी चाय पी जा रही है और मुझे फिकी चाय दे अम्मी ने हंस के कहना चल कोई नहीं गलती है तू अपनी चाय से पीनी पाला खुद मजे से चीनी वाली चाय पी जा रहे हैं वाह वाह बहुत अच्छी ये मिठियां प्यारियां तेरियां याद आती ऐसे मैं पता सुनाई थी ना कि मैं गाँव गई थी मैं गधे पे बैठ गई अच्छा तेरी खैर अच्छा वो ना ਜਿਹੜੇ ਮਜ਼ਾਰਿਆਂ ਦੇ ਬੱਚੇ ਜਿਹੜੇ ਮੈਨੂੰ ਸੈਰ ਕਰਾ ਰਹੇ ਸੀ ਲੈ ਕੇ ਮਤਲਬ ਬਾਗ ਵਗੈਰਾ ਤੇ ਦਿਖਾ ਰਹੇ ਸੀ ਮੈਂ ਨਾ ਫਿਰ ਤੋਂ ਉਹਨਾਂ ਦਾ ਇੱਕ ਲੜਕਾ ਨਾ ਗਧੇ ਤੇ ਬੈਠਾ ਸੀ ਮੈਂ ਕਿਹਾ ਬੇਟਾ ਮੈਂ ਕਦੀ ਮਿਲ ਸਕਦੀ ਮੈਂ ਕਿਹਾ ਚਲੋ मैं तो बैठूंगी तो मैं बैठ गई हूँ मैं बैठी सा तो मेरे मामू इत्तेफाक नाल मेरे मामू सिर से हाथ मार के कहते ओ अल्लाह दी बंदी है की गाड़ी चलो तो अच्छा मैंने कहा क्यों और नहीं ऐसे नहीं बैठते मैं समझी अच्छा मैं गलत बैठ गई मैं उतरी मोटर मुंह करके बैठ गई पर मेरे मामू कहना है ओ अल्लाह दे वास्ते तुम शरारतें याद आ जाती है और उदास लम्हात की बहुत सारे ने लेकिन मैं मन याद करता हूँ हाँ ठीक है चंगा कर रहे हो क्योंकि वो फिर जिंदगी रुक नहीं जाती है इसलिए कोशिश यही करिए कि अच्छी चीज़ा हाँ इंसान के प्यार से नहीं बाज़ ऐसी चीज़ा ज्यादा आंदियां ने लेकिन कोशिश करनी चाहिए कि ज्यादा हावी ना होंगे क्योंकि जिंदगी में भरपूर चीज़ों बिल्कुल ठीक है बिल्कुल ਜਿਹੜਾ ਕਿਹਾ ਨਾ ਪਲ ਦੋ ਪਲ ਵਾਕਈ ਪਲ ਦੋ ਪਲ ਹੈ ਜਦੋਂ ਬੰਦਾ ਪੂਰਾ ਹੁੰਦਾ ਹੈ ਨਾ ਫਿਰ ਕਹਿੰਦਾ ਅੱਛਾ ਯਾਰ ਖਤਮ मतलब ਇੰਜ ਹੀ ਹੁੰਦਾ ਹੈ ਕਿ ਯਾਰ ਮੈਂ ਬਸ ਇੰਨਾ ਹੀ हाँ देखो ना कुछ पता नहीं आज मैं है कल मेरा अगले पल ਦਾ ਨਹੀਂ ਪਤਾ ਹੁੰਦਾ ਤੇ ਮਤਲਬ ਜਿੰਨਾ ਕਿ ਜੀਣਾ ਹੈ ਕਮ ਸੇ ਕਮ ਉਹਨੂੰ ਪੂਰੀ ਤਰ੍ਹਾਂ ਜੀਓ जी हाँ बिल्कुल भरपूर ਹਾਂ ਮਰਨਾ ਤੇ ਹੈ ਵੀ ਪਲ ਪਲ ਨਾ ਮਰੋ पल पल ते ना मरो भी पल पल ते नाल दूजियां नु तरसा तक ओ बंदा कहंदा बेगम इक्को बारी मरना चंगा हुंदा है कि सैक के बेगम कहंदी इक्को बारी कहंदा दूजी लत भी रख दे मेरे
बहुत अच्छा लगा तेरी आवाज सुन के सलामत रहो। और उम्मीद है कि ये प्रोग्राम बहुत अच्छा रहा होगा जी बहुत अच्छा, ਤੁਹਾਡੇ ਆਉਣ ਨਾਲ ਬਹੁਤ ਅੱਛਾ ਹੋ ਗਿਆ ਨਾ ਅੱਜ। ਹਾਂ ਹਾਂ ਤੇ ਦੋ ਲੈਣਾ ਸੁਣਾ ਦਾਂ ਮੈਂ ਕਿਉਂ ਨਹੀਂ, ਮੈਂ ਆਪ ਫਰਮਾਇਸ਼ ਕਰਨੀ ਸੀ ਵੇਖੋ। ਹਾਂ ਜਿੰਦੇ ਵਾਸਤੇ ਬਈ ਮੈਂ ਚੋਰੀ 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 ਜਦੋਂ ਨਾਨੇ ਨੀਆ ਬਈ ਮੈਂ ਚੋਰੀ 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 ਜਦੋਂ ਨਾਨੇ ਨੀਆ ਇੰਜ ਲੱਗਦਾ ਮੈਂ ਤੇਰੇ ਕੋਲ ਆ ਮੈਨੀਆ ਵੇ ਮੈਂ ਚੋਰੀ 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 ਜਦੋਂ ਨਾਨੇ ਨੀਆ ਪਤਾ ਤੈਨੂੰ ਮੇਰੀ ਮਾਂ ਮੇਰੇ ਵੀਰ ਨੂੰ ਏ ਪਤਾ ਤੈਨੂੰ ਮੇਰੀ ਮਾਂ ਮੇਰੇ ਵੀਰ ਨੂੰ ਏ ਕੀ ਲੱਗਦਾ ਏ ਪਤਾ ਤਕਦੀਰ ਨੂੰ ਏ ਪਤਾ ਮੈਨੂੰ ਵੀ ਏ ਥੋੜਾ ਕਿ ਲਗੋ ਲੈਨੀਆ ਵੇ ਮੈਂ ਚੋਰੀ 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 ਜਦੋਂ ਨਾ ਲੈਨੀਆ ਵੇ ਮੈਂ ਚੋਰੀ 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 ਜਦੋਂ ਨਾ ਲੈਨੀਆ ਇਹ ਲੱਗਦਾ ਮੈਂ ਤੇਰੇ ਕੋਲ ਆ ਬੈਨੀਆ ਵੇ ਮੈਂ ਚੋਰੀ 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 ਜਦੋਂ ਨਾ ਲੈਨੀਆ। ਵਾਹ ਜੀ ਵਾਹ। ਅੱਛਾ ਇਹ ਨਾ ਤੁਹਾਡੇ ਵੱਲੋਂ ਨਾਹੀਦ ਨੂੰ ਡੈਡੀਕੇਟ ਕਰ ਦਿੰਦੇ ਆ ਨਾ? ਬਿਲਕੁਲ ਜ਼ਰੂਰ ਜ਼ਰੂਰ ਇੰਝ ਹੀ ਹੈ ਨਾ? ਮੇਰੇ ਵੱਲੋਂ ਨਾਹੀਦ ਨੂੰ ਹਾਂ ਇਜਾਜ਼ਤ ਹੈ ਨਾ? ਔਰ ਸਾਡੇ ਪ੍ਰੋਗਰਾਮ ਨੂੰ ਸਪੈਸ਼ਲੀ ਨਹੀਂ ਕਰਦਾ। ਅੱਛਾ ਉਹ ਰਹਿ ਗਿਆ, ਉਹਨਾਂ ਨੇ ਪੰਜਾਬੀ ਆਪਣੀ ਨਜ਼ਮ ਸੁਣਾਣੀ ਸੀ ਲੇਕਿਨ ਉਹ ਇੰਝ ਹੀ ਹੋਇਆ ਕਿ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਫੋਨਾਂ ਤੇਰੀ ਕੱਲ ਮੁੱਕ ਗਈ। ਮੈਨੂੰ ਕੁੱਟੀ ਨਾ ਪੈ ਦੇ ਨਹੀਂ ਸਾਹਮਣੇ ਕਿ ਤੂੰ ਕਾਲ ਮਿਲੇਗੀ ਮੈਂ ਕਾਲ ਕਰਦੀ ਰਹੀ अगली बारी आ जाना जरूर जरूर। चलो ऐसे गलती ने मेरी ही तो मेरी गई ना नहीं अच्छा लगा बहुत शुक्रिया थैंक यू बहुत अल्लाह हाफिज। हाँ जी हाय हाय ते इंज दी काल सी जिन्ने कालो काल कर छड़िया। हेलो अस्सलाम वालेकुम। वालेकुम सलाम। अल्लाह ताला आपको तंदुरुस्ती दे, अल्लाह ताला आपको ऐसे शो करने की जिंदगी हयात आपको सलामत रखे। आमीन। अपना नाम दसो। सैफुल मलूक गल करता। सैफुल मलूक साहब कितों गल कर रहे हैं? मैं नूरपुर विरका जिला शेखुपुरियों गल कर रहे जी जी की फरमाओगे तुसी? सर आपका प्रोग्राम बहुत अच्छा है, बहुत देर से कॉल कर रहा हूँ। अच्छा सैफुल मलूक साहब कॉल मिल गई है तो पंजाबी च गल करो। पंजाबी हो ना? अच्छा जी जी बिल्कुल पंजाबी। हाँ ठीक है गल करो। और सर ठीक ठाक हो आप? अपनी कोई याद साझी करना चाहोगे? याद साझी करने का करन दा एक ही मकसद है कि याद देखते थे जब वालदा फौत हुई थी। अच्छा उस वक्त की याद नहीं भूलती, उस वक्त दी याद नहीं भूलती। सलामत रहो जी, खैर हुए तुहाडी सैफुल मलूक, चंगा लगा तुहाडे नाल गल करके। मुशाला भी बहुत अच्छी बातें करती हैं। हाँ जी करती हैं। पूनम आप भी बहुत अच्छी बातें करती हैं। पूनम आप भी, हाँ पूनम किधर होती हैं? जी जी जी। अच्छा सर मुझे पंजाबी कम आती है। कम आती है? 35-40। अच्छा 60 सालों का है। अच्छा 60 साल उम्र है तो 60 में से 35 काट दो तो कितने होते हैं? 60 में से 35 कर दो और वो होते हैं 35 निकाल दो सर। अच्छा 32 होते हैं, 32 होते हैं। तो 32 साल तुम्हें जम्मे पड़े इधर हो चाचा जी, तो अपनी जुबान जो भूल गया वो समझ लो कि सब कुछ भूल गया। नहीं सर भूलिया नहीं है। हाँ वैसे वो कभी कभी गल कदी कदी करया कर। हाँ ना भुलिया कर, अपनी जुबान नहीं भुली दी। हुण तू वड्डा मेरे नाल चोखा सारा, तो इस करके मैं कुछ नहीं कहता। ठीक है ओके 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 हाफिज। लो जी सज्जन मित्र प्यारिओ, अज दी गल इन्नी सी ते कुछ हुई कुछ नहीं हुई। सो चंगा लगा, मैनू बहुत चंगा लगा कि क्लासिक टाइम का जो असासा ने जिन्हां दी वजह तो क्लासिक टाइम दे विच रौनक हुंदी है, या असी समझने हाँ कि
ਲਿਸਨਰਸ ਨੂੰ ਕੁਛ ਲੱਭਾ ਹੈ। ਅਤੇ ਅੱਜ ਸਾਡੇ ਜਿੰਨੇ ਵੀ ਕਲਾਸਿਕ ਟਾਈਮ ਦੇ ਅਸਾਸੇ ਨੇ ਕਲਾਸਿਕ ਟਾਈਮ ਜਿਨ੍ਹਾਂ ਦੇ ਨਾਲ ਸੱਜਦਾ ਹੈ ਫੱਬਦਾ ਹੈ, ਉਹ ਤਸ਼ਰੀਫ ਲਿਆਏ। ਸੋ ਕੋਈ ਟੈਕਨੀਕਲ ਵਜੂਹਾਤ ਨਾਲ ਨਾਹੀਦ ਦੀ ਗੱਲ ਕੰਪਲੀਟ ਨਹੀਂ ਹੋ ਸਕੀ, ਲੇਕਿਨ ਆਸ ਕਰਨੇ ਕਿ ਕੱਲ੍ਹ ਉਹਨਾਂ ਨਾਲ ਮੁਕੰਮਲ ਗੱਲ ਹੋਏਗੀ। ਔਰ ਅੱਜ ਜਿਹੜੀਆਂ 2 ਲਾਈਨਾਂ ਉਹ ਨਹੀਂ ਸੁਣਾ ਸਕੇ, ਸਾਨੂੰ ਉਹਦੀ ਉਡੀਕ ਰਹੇਗੀ ਕਿ ਕੱਲ੍ਹ ਆ ਕੇ ਉਹ ਸਾਨੂੰ ਸੁਣਾਉਣਗੇ। ਸੋ ਬਹੁਤ ਮੁਹੱਬਤਾਂ, ਬਹੁਤ ਪਿਆਰ, ਖੁਸ਼ ਰਹੋ, ਖੁਸ਼ੀਆਂ ਵੰਡੋ ਔਰ ਕੋਸ਼ਿਸ਼ ਕਰੋ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਦੀ ਜ਼ਿੰਦਗੀ 'ਚ ਬਹਾਰ ਆਏ, ਆਸਾਨੀ ਆਏ, ਖੁਸ਼ਬੂ ਆਏ ਔਰ ਖੁਸ਼ੀਆਂ ਆਉਣ। ਸੋ ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ ਆਉਂਦੀ ਮੁਲਾਕਾਤ ਤਿੱਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿੱਕਰ ਆਪਣੇ ਰੱਬ ਰੱਖਾ।